ਸ੍ਰੀ ਵਾਹਿਗੁਰੂ ਜੀ। ਅਮੁੱਲ ਗੁਣ ਅਮੁੱਲ ਵਾਪਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪਣੇ ਸਾਰਿਆਂ 'ਤੇ ਕਲਗੀਧਰ ਪਾਤਸ਼ਾਹ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਅਕਾਲ ਪੁਰਖ ਨੇ, ਗੁਰਤਾ ਗੱਦੀ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੋਈ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਕਥਾ ਨਹੀਂ ਸੀ ਹੋਈ। ਆਪਾਂ ਸਾਰਿਆਂ ਨੂੰ 25 ਪੌੜੀਆਂ ਤੱਕ ਪਿੱਛੇ ਕਥਾ ਲੜੀਵਾਰ ਚੱਲਦੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਕਥਾ ਵਿੱਚੋਂ ਜਪਜੀ ਸਾਹਿਬ ਦੀਆਂ 25 ਪੌੜੀਆਂ ਹੋ ਗਈਆਂ ਨੇ। 26ਵੀਂ ਪੌੜੀ ਦੀ ਵਿਚਾਰ ਆਰੰਭ ਹੋ ਰਹੀ ਹੈ। ਜਿਸ ਪ੍ਰਕਾਰ ਸਿੱਧਾਂ ਨੇ ਪ੍ਰਸ਼ਨ ਕੀਤਾ ਹੈ ਕਿ ਜਿਸ ਪਰਮਾਤਮਾ ਦੀ ਸ਼ਲਾਘਾ ਕਰਕੇ ਗੁਰਮੁਖ ਜਨ ਪਾਤਸ਼ਾਹ ਦੇ ਪਾਤਸ਼ਾਹ ਕਹੇ ਜਾਂਦੇ ਨੇ, ਉਸ ਪ੍ਰਭੂ ਦੇ ਕੁਝ ਹੋਰ ਗੁਣਾਂ ਦਾ ਕਥਨ ਕਰੋ। ਤਾਂ ਮਹਾਰਾਜ ਸਾਹਿਬ ਜੀ ਵਿਸਤਾਰ ਵਾਲੀ ਇਹ ਪੌੜੀ ਹੈ, 2 ਪੌੜੀਆਂ 26 ਅਤੇ 27ਵੀਂ ਪੌੜੀ ਜਪਜੀ ਸਾਹਿਬ ਵਿੱਚ ਬੜੀਆਂ ਪੌੜੀਆਂ। ਇਸ ਕਰਕੇ ਆਓ ਜਿਸ ਪ੍ਰਕਾਰ ਗੁਰੂ ਕਿਰਪਾ ਕਰੇ ਸਤਿਗੁਰੂ ਜੀ ਅਸ ਬਖਸ਼ਣ। ਮਹਾਰਾਜ ਨੇ ਉੱਤਰ ਦਿੱਤਾ, ਉਚਾਰਨ ਕਰਦੇ ਹਨ ਜੀ। ਸ੍ਰੀ ਵਾਹਿਗੁਰੂ ਜੀ। ਅਮੁੱਲ ਗੁਣ ਅਮੁੱਲ ਵਾਪਾਰ। ਮਹਾਰਾਜ ਕਹਿੰਦੇ ਸਿੱਧੋ, ਉਸ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਜਿਹੜੇ ਦੈਵੀ ਗੁਣ ਨੇ ਤੇ ਉਹ ਗੁਣ ਅਮੁੱਲ ਕੀ ਅਮੋਲਕ ਨੇ। ਜੈਸਾ ਕਥਨ ਕੀਤਾ ਹੈ, ਮੋਲ ਨਾ ਪਾਈ ਹੈ ਗੁਣ ਹੈ ਅਮੋਲ। ਇਹਨਾਂ ਸ਼ੁਭ ਗੁਣਾਂ ਨੂੰ ਧਾਰਨ ਕਰਨ, ਸ਼ੁਭ ਗੁਣ ਜਿਹੜੇ ਸਾਰੇ ਅੱਗੇ ਆਉਣਗੇ ਉਹਨਾਂ ਨੂੰ ਧਾਰਨ ਕਰਨਾ ਅਤੇ ਅਸੁਰੀ ਸੰਪਦਾ ਦਾ ਤਿਆਗ ਕਰਨਾ, ਜਿਹੜੇ ਇਸ ਪ੍ਰਕਾਰ ਦਾ ਵਪਾਰ ਕਰਨਾ ਹੈ ਉਹ ਵੀ ਅਮੋਲਕ ਹੀ ਹੈ। ਅਮੁੱਲ ਗੁਣ ਅਮੁੱਲ ਵਪਾਰ। ਦੈਵੀ ਗੁਣ ਵੀ ਅਮੋਲਕ। ਕਾਮ ਕ੍ਰੋਧ ਵਪਾਰ ਵਿੱਚ 2 ਗੱਲਾਂ ਹੁੰਦੀਆਂ। ਆਪਣੀ ਪੂੰਜੀ ਜਿਹੜੀ ਸਾਡੇ ਕੋਲ ਹੈ, ਜੇਬ ਵਿੱਚ ਹੈ, ਉਹਨੂੰ ਖਰਚ ਕਰ ਦੇਣਾ, ਉਹਦੇ ਬਦਲੇ ਕੋਈ ਵਸਤੂਆਂ ਲੈ ਲੈਣੀਆਂ, ਉਹਨਾਂ ਦੇ ਵਿੱਚੋਂ ਨਫਾ ਲੈਣਾ। ਅਤੇ ਸਾਡੇ ਕੋਲ ਕੀ ਹੈ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਸ਼ਬਦ ਸਪਰਸ਼ ਰੂਪ ਰਸਗੰਧ। ਅਤੇ ਫਿਰ ਜਦੋਂ ਅਸੀਂ ਇਹ ਪੂੰਜੀ ਤਿਆਗ ਕੇ ਸਤ ਸੰਤੋਖ ਦਇਆ ਧਰਮ ਵਿਚਾਰ ਇਹ ਪ੍ਰਾਪਤ ਕਰਾਂਗੇ, ਇਹ ਇੱਕ ਵਪਾਰ ਜਿਹੜਾ ਅਮੋਲਕ ਬਣ ਜਾਏਗਾ। ਇਹਦੇ ਵਿੱਚ ਸਤ ਸੰਤੋਖ ਦਇਆ ਧਰਮ ਵਿਚਾਰ ਸੀਤਲਤਾ ਮੈਤਰੀ ਆਦਿਕ ਜਿਹੜੇ ਗੁਣ ਹਨ, ਅਤੇ ਚੋਰੀ ਯਾਰੀ ਵਿਭਚਾਰੀ ਇਹ ਤਿਆਗ ਕੇ ਜਿਹੜਾ ਇਸ ਤਰ੍ਹਾਂ ਦਾ ਗੁਰਸਿੱਖ ਵਪਾਰ ਕਰਦੇ ਹੈ, ਮਨੁੱਖ ਕਰਦੇ ਨੇ, ਕਹਿੰਦੇ ਉਹ ਵੀ ਅਮੋਲਕ ਹੀ ਹੈ ਅਤੇ ਕੋਈ ਮੁੱਲ ਨਹੀਂ ਹੈ ਇਹਨਾਂ ਗੁਣਾਂ ਦਾ। ਅਮੋਲਕ ਵਸਤੂ ਜਿਹੜੀ ਹੈ ਉਹ 3 ਪ੍ਰਕਾਰ ਦੀ ਹੋਇਆ ਕਰਦੀ ਹੈ। ਜਿਹੜੀ ਵਸਤੂ ਬਿਨਾਂ ਮੁੱਲ ਤੋਂ ਹੀ ਮਿਲ ਜਾਏ ਅਮੋਲਕ ਹੋ ਗਈ, ਮੁੱਲ ਨਹੀਂ ਹੈ ਕੋਈ ਵੀ ਉਹਦਾ। ਜਿਹੜੀ ਵਸਤੂ ਨਾ ਵਿਦਿਆ ਕਰਕੇ ਨਾ ਧਨ ਕਰਕੇ ਕਿਸੇ ਪ੍ਰਕਾਰ ਵੀ ਸਾਡੀ ਪਹੁੰਚ ਜਿੱਥੇ ਬੁੱਧ ਬਲ ਨਹੀਂ ਹੈ, ਧਨ ਖਰਚ ਕੇ ਵੀ ਨਹੀਂ, ਵਿਦਿਆ ਨਾਲ ਵੀ ਨਹੀਂ ਮਿਲਦੀ, ਬੁੱਧ ਬਲ ਨਹੀਂ ਮਿਲਦੀ, 3 ਚੀਜ਼ਾਂ ਕਰਕੇ ਨਹੀਂ ਮਿਲਦੀ, ਅਤੇ ਉਹਨੂੰ ਕਹਿੰਦੇ ਨੇ ਅਮੋਲਕ। ਅਤੇ ਤੀਸਰੀ ਅਮੋਲਕ ਵਸਤੂ ਉਹਨੂੰ ਕਹਿੰਦੇ ਨੇ ਜਿਹੜਾ ਵਾਹਿਗੁਰੂ ਦੀ ਬਖਸ਼ਿਸ਼ ਨਾਲ ਮਿਲੇ, ਉਹਦਾ ਵੀ ਕੋਈ ਮੁੱਲ ਨਹੀਂ ਹੁੰਦਾ। ਇਹ ਅਮੋਲਕ ਵਸਤੂ ਜਿਹੜੀ 3 ਪ੍ਰਕਾਰ ਦੀ ਹੁੰਦੀ ਹੈ, ਕਹਿੰਦੇ ਸਭ ਕੁਛ ਇਹ ਵਪਾਰ ਵੀ ਅਮੋਲਕ, ਗੁਣ ਵੀ ਅਮੋਲਕ ਹਨ। ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਉਹਨਾਂ ਸ਼ੁਭ ਗੁਣਾਂ ਦੇ ਵਪਾਰੀਏ, ਵਪਾਰ ਕਰਨ ਵਾਲੇ ਕੌਣ? ਸੰਤ ਜਨ, ਗੁਰਮੁਖ ਜਨ, ਗੁਰਸਿੱਖ। ਉਹ ਵੀ ਅਮੋਲਕ ਨੇ। ਉਹਨਾਂ ਦਾ ਸ਼ਬਦ ਗਿਆਨ ਰੂਪ ਜਾਂ ਸਤ ਸੰਗਤ ਰੂਪੀ ਅਮੁੱਲ ਭੰਡਾਰ, ਸ਼ਬਦ ਦਾ ਭੰਡਾਰਾ, ਸਤ ਸੰਗਤ ਦੇ ਗੁਣਾਂ ਦਾ ਭੰਡਾਰ, ਇਹ ਵੀ ਅਮੋਲਕ ਹੈ। ਹਰ ਅੰਮ੍ਰਿਤ ਭਗਤ ਭੰਡਾਰ ਹੈ, ਗੁਰ ਸਤਿਗੁਰ ਪਾਸੇ ਰਾਮ ਰਾਜੇ। ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਣਤ ਕਮਾਵਤ ਨਿਹਾਲ। ਇਹ ਭੰਡਾਰਾ ਵੀ ਅਮੋਲਕ ਹੈ। ਅਮੁੱਲ ਆਵ ਹੈ ਅਮੁੱਲ ਲਹਿ ਜਾਹੇ। ਐਸੇ ਸ਼ੁਭ ਗੁਣਾਂ ਦਾ ਵਪਾਰ ਕਰਨ ਵਾਲੇ ਜੋ ਗੁਰਮੁਖ ਜਨ ਮਾਤ ਲੋਕ ਦੇ ਵਿੱਚ ਜਨਮ ਧਾਰ ਕੇ ਆਉਂਦੇ ਨੇ, ਅਤੇ ਉਹ ਵੀ ਅਮੋਲਕ ਹੈ। ਉਸ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਮੁਕਤੀ ਰੂਪ ਪਦਾਰਥ ਨੂੰ ਲੈ ਕੇ ਸੱਚਖੰਡ ਨੂੰ ਜਾਹੇ ਜਾਂਦੇ ਨੇ,
ਉਹ ਵੀ ਅਮੋਲਕ ਹਨ ਸਿੱਧੋ। ਅਮੁੱਲ ਭਾਏ ਅਮੁੱਲਾ ਸਮਾਹੇ। ਉਸ ਵਾਹਿਗੁਰੂ ਦੇ ਭਾਏ ਨਾਮ ਪ੍ਰੇਮ ਦਾ ਹੁੰਦਾ ਹੈ। ਪ੍ਰੇਮ ਵੀ ਅਮੋਲਕ ਹੈ, ਇਹਦਾ ਕਿਹੜਾ ਮੁੱਲ ਹੈ ਪ੍ਰੇਮ ਦਾ? ਉਸ ਪ੍ਰੇਮ ਦਾ ਸਮਾਹੇ ਸਮਾਹੜਾ ਨਾ ਹੁੰਦਾ ਆਨੰਦ ਦਾ। ਆਨੰਦ ਹੈ ਜਿਹੜਾ ਉਹ ਵੀ ਅਮੋਲਕ ਹੀ ਹੈ। ਉਸ ਵਾਹਿਗੁਰੂ ਦਾ ਭਾਏ ਭਾਣਾ ਮੰਨਣਾ, ਇਹਦਾ ਵੀ ਕੀ ਮੁੱਲ ਹੈ? ਪਿਆਰਾ ਲੱਗਣਾ ਭਾਣਾ ਅਮੁੱਲ ਅਮੋਲਕ ਹੈ। ਉਸ ਵਿੱਚ ਸਮਾਹੇ ਸਮਾ ਜਾਣਾ, ਅਭੇਦ ਹੋ ਜਾਣਾ, ਇਹਦਾ ਕਿਹੜਾ ਕੋਈ ਮੁੱਲ ਹੈ? ਜੇ ਵਾਹਿਗੁਰੂ ਦੇ ਚ ਲੀਨ ਹੋ ਜਾਣਾ, ਇਹ ਸਭ ਕੋ ਅਮੋਲਕ ਹੈ। ਅਮੁੱਲ ਧਰਮ ਅਮੁੱਲ ਜੀਵਨ। ਤੇ ਉਸ ਦਾ ਸਤਚਿਤ ਆਨੰਦ ਰੂਪ ਧਰਮ ਜਿਹੜਾ ਹੈ, ਜਾਂ ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ, ਇਹਦਾ ਵੀ ਕੋਈ ਮੁੱਲ ਨਹੀਂ, ਅਮੋਲਕ ਹੈ। ਉਹਦੀ ਸਤਸੰਗਤ ਰੂਪ ਦੀਵਾਨ, ਦੀਵਾਨ ਦਾ ਅਰਥ ਹੈ ਸਭਾ ਜਾਂ ਉਹਦਾ ਆਸਰਾ, ਇਹ ਵੀ ਅਮੋਲਕ ਹੈ। ਅਮੁੱਲ ਤੁਲ ਅਮੁੱਲ ਪਰਵਾਣ। ਉਸ ਦੀ ਬੁੱਧੀ ਰੂਪ ਤੁਲ ਨਾਮ ਤੱਕੜੀ ਦਾ ਹੁੰਦਾ ਹੈ, ਉਹ ਵੀ ਅਮੋਲਕ ਹੈ। ਬੁੱਧ ਰੂਪ ਤੱਕੜੀ, ਵਿਚਾਰ ਰੂਪ ਜਾਂ ਸ਼ਾਸਤਰ ਪ੍ਰਮਾਣ ਰੂਪ ਬੱਟੇ, ਇਹ ਵੀ ਅਮੋਲਕ ਹੀ ਅਮੋਲਕ ਨੇ। ਜੋ ਹਉਮੈ ਦਾ ਤਿਆਗ ਕਰਕੇ ਸਤਿਗੁਰੂ ਦਾ ਬਚਨ ਕਮਾਉਣਾ, ਸਤਿਗੁਰੂ ਦਾ ਬਚਨ ਕਮਾ ਕੇ ਭੇਦ ਦੀਆਂ ਬਾਧਕ ਜੁਗਤੀਆਂ ਦੁਆਰਾ, ਅਭੇਦ ਦੀਆਂ ਸਾਧਕ ਜੁਗਤੀਆਂ ਦੁਆਰਾ ਉਹਦਾ ਜਿਹੜਾ ਕਥਨ ਕਰਨਾ, ਇਹ ਵੀ ਤਾਂ ਅਮੋਲਕ ਹੀ ਹੈ। ਜੀਵ ਨੂੰ ਤੋਲਣ ਰੂਪ ਪਰਖਣ ਰੂਪ ਬੱਟਾ ਵੀ ਅਮੋਲਕ ਹੈ, ਜਿਹੜਾ ਸਤਿਗੁਰੂ ਪਰਖ ਲੈਂਦੇ ਹੈ। ਪਤ ਪਰਵਾਣਾ ਪਿੱਛੇ ਪਾਈਐ ਤਾਂ ਨਾਨਕ ਤੋਲਿਆ ਜਾਪੈ, ਇਹ ਸਭ ਕੁਝ ਸਿੱਧੋ ਅਮੋਲਕ ਹੈ। ਅਮੁੱਲ ਬਖਸ਼ੀਸ ਅਮੁੱਲ ਨੀਸਾਨ। ਤੇ ਉਸ ਵੱਲੋਂ ਗੁਰੂ ਰੂਪ ਹੋ ਕੇ ਕੀਤੀ ਗਈ ਉਪਦੇਸ਼ ਦੀ ਬਖਸ਼ੀਸ਼, ਬਖਸ਼ਿਸ਼, ਇਹ ਗੁਰੂ ਨਾਨਕ ਦੀ ਬਖਸ਼ਿਸ਼ ਨਹੀਂ ਜਿਹੜੀ ਹੁਣ ਬਾਣੀ ਪੜ੍ਹ ਰਹੇ ਹਾਂ, ਕਿਸੇ ਧਰਮ ਕੋਲ ਨਹੀਂ ਹੈ ਐਸੀ ਬਾਣੀ। ਜਾਂ ਬ੍ਰਹਮ ਗਿਆਨ, ਬ੍ਰਹਮ ਵਿਦਿਆ, ਕਲਗੀਧਰ ਪਾਤਸ਼ਾਹ ਨੇ ਦਮਦਮਾ ਸਾਹਿਬ ਬੈਠ ਕੇ ਬ੍ਰਹਮ ਵਿਦਿਆ, ਇਹ ਸਾਰੀ ਪੜ੍ਹਾਈ ਪਾਈ। ਦਇਆ ਸਿੰਘ ਸਾਹਿਬ ਨੇ ਬ੍ਰਹਮ ਵਿਦਿਆ ਅਨੰਦਪੁਰ ਸਾਹਿਬ ਮਹਾਰਾਜ ਦੇ ਹੁਕਮ ਵਿੱਚ ਪੜ੍ਹਾਈ, ਜਿੱਥੇ ਕਰਮ ਕਥਾ ਹੈ, ਇਹ ਵੀ ਅਮੋਲਕ ਹੈ। ਮੱਥੇ ਦਾ ਨਿਸ਼ਾਨ ਲੇਖ ਹੈ ਜਿਹੜਾ ਲਿਖਿਆ ਗਿਆ, ਇਹ ਵੀ ਅਮੋਲਕ ਹੈ। ਉਸ ਵਾਹਿਗੁਰੂ ਵੱਲੋਂ ਜਿਹੜੀ ਕੀਤੀ ਗਈ ਮਨ, ਬੁੱਧੀ, ਇੰਦਰੀਆਂ, ਪ੍ਰਾਣਾ ਆਦਿਕ ਦੀ ਜਿਹੜੀ ਬਖਸ਼ੀਸ਼ ਹੈ, ਇਹ ਵਾਹਿਗੁਰੂ ਨੇ ਦਿੱਤੀ ਹੈ। ਬੁੱਧ ਉਹਨੇ ਦਿੱਤੀ ਹੈ, ਪ੍ਰਾਣ ਉਹਨੇ ਦਿੱਤੇ, ਤੇ ਇੰਦਰੀਆਂ ਉਹਨੇ ਦਿੱਤੀਆਂ ਨੇ, ਇਹ ਅਮੋਲਕ ਹੈ। ਕੀ ਅੱਖਾਂ ਦਾ ਮੁੱਲ? ਜੇ ਇੱਕ ਅੱਖ ਚਲੀ ਜਾਵੇ, ਦੋਨੇ ਚਲੀਆਂ ਜਾਣਾ, ਇੱਕ ਹੱਥ ਚਲਿਆ ਜਾਵੇ, ਅਮੋਲਕ ਨਹੀਂ ਇਹ ਸਾਰੀਆਂ ਚੀਜ਼ਾਂ। ਨਿਸ਼ਾਨ ਲੱਖ ਰੂਪ ਦਾ ਪ੍ਰਗਟ ਹੋਣਾ ਵੀ ਅਮੋਲਕ ਹੀ ਹੈ। ਲੱਖ ਰੂਪ ਪਰਮੇਸ਼ਰ ਦਾ ਪ੍ਰਗਟ ਹੋਣਾ ਜੇ ਉਹ ਵੀ ਅਮੋਲਕ ਹੈ। ਅਮੁੱਲ ਕਰਮ ਅਮੁੱਲ ਫਰਮਾਨ। ਉਸ ਪ੍ਰਭੂ ਵੱਲੋਂ ਬਖਸ਼ਿਆ ਹੋਇਆ ਕਰਮ ਕਰਤਵ ਜਾਂ ਕਿਰਪਾ, ਬਖਸ਼ੀਸ਼, ਇਹਦਾ ਵੀ ਕੋਈ ਮੁੱਲ ਨਹੀਂ ਹੈ। ਪਰਮੇਸ਼ਰ ਦੀ ਪ੍ਰਾਪਤੀ ਵਾਲਾ ਨਿਸ਼ਕਾਮ ਕਰਮ ਜਿਹੜਾ ਹੈ, ਇਹਦਾ ਕਿਹੜਾ ਕੋਈ ਮੁੱਲ ਹੈ? ਇਹ ਵੀ ਅਮੋਲਕ ਹੀ ਹੈ। ਉਸ ਦਾ ਗੁਰਾਂ ਦੁਆਰਾ ਸੇਵਾ, ਸਿਮਰਨ ਇਤਿਆਦਿਕ ਦਿੱਤਾ ਹੋਇਆ ਫਰਮਾਨ, ਹੁਕਮ ਹੈ ਗੁਰੂ ਦਾ ਵੀ ਸੇਵਾ ਕਰੋ, ਸਿਮਰਨ ਕਰੋ। ਇਹ ਦੋ ਗੱਲਾਂ ਦਾ ਹੁਕਮ ਹੈ ਗੁਰੂ ਸਾਹਿਬ ਦਾ। ਜਿਹੜਾ ਨਹੀਂ ਕਰਦਾ ਤੇ ਸਮਝ ਲਓ ਵੀ ਜਿਹੜਾ ਬਾਦਸ਼ਾਹ ਦਾ ਹੁਕਮ ਨਾ ਮੰਨੇ ਦੋਸ਼ੀ ਹੁੰਦਾ। ਮਹਾਰਾਜ ਸਾਹਿਬ ਨੇ ਕਿਹਾ ਨਾ ਵੀ ਜਿਹੜਾ ਗੁਰੂ ਕਰ ਰਹੇ ਤੇ ਸੇਵਾ ਤੋਂ ਬਿਨਾਂ ਖਾਣ ਪੀਣ ਕਰੇ, ਉਹ ਬਿਨ ਸੇਵਾ ਜੋ ਖਾਂਦੇ ਪਹਿਨਦੇ, ਸੇ ਮੂਏ ਮਰ ਜੰਮੇ ਕੋੜੇ, ਕਹਿੰਦੇ ਕਈ ਜਨਮਾਂ ਦਾ ਕੋੜੀ ਹੋ ਕੇ ਮਰਨਗੇ ਮਹਾਰਾਜ ਕਹਿੰਦੇ। ਇਸ ਕਰਕੇ ਸੇਵਾ ਨੂੰ ਮੁੱਖ ਰੱਖਿਆ ਹੈ। ਇਹ ਜਿਹੜਾ ਫਰਮਾਨ ਹੈ, ਹੁਕਮ ਹੈ, ਇਹ ਅਮੋਲਕ ਹੈ, ਸਾਨੂੰ ਸਾਂਭਣਾ ਚਾਹੀਦਾ। ਫਰਮਾਨ ਤੇਰਾ ਸਿਰੇ ਉੱਪਰ, ਫਿਰ ਨਾ ਕਰਤ ਵਿਚਾਰ। ਸਿੱਧਾ ਨੇ ਕਿਹਾ, ਹੈ ਤਬਾ ਜੀ, ਜੋ ਅਮੋਲਕ ਵਸਤੂਆਂ ਕਹੀਆਂ ਨੇ, ਇਹਨਾਂ ਨੂੰ ਇੱਕ ਪਾਸੇ ਪਾ ਦਈਏ ਫਿਰ ਉਹਦਾ ਕਥਨ ਹੋ ਜਾਏਗਾ? ਮਾਰੇ ਕਹਿੰਦੇ ਨਹੀਂ, ਅੱਗੇ ਕਥਨ ਕਰਦੇ ਦੱਸਦੇ ਹਨ ਸਿੱਧਾਂ ਦੇ ਪ੍ਰਸ਼ਨ ਦਾ ਉੱਤਰ। ਅਮੁੱਲ ਅਮੁੱਲ ਆਖਿਆ ਨਾ ਜਾਏ। ਹੇ ਸਿੱਧੋ, ਕਿੱਥੋਂ ਤੱਕ ਕਥਨ ਕਰੀਏ? ਸੱਚ ਇਹ ਹੈ ਕਿ ਉਹ ਪ੍ਰਭੂ ਅਮੋਲੋ ਅਮੁੱਲ, ਅਮੋਲਕ ਤੋਂ ਵੀ ਅਮੋਲਕ ਹੈ। ਅਮੋਲਕ ਸ਼ਬਦ ਵੀ ਨਹੀਂ ਬਣਦਾ ਉਹਨੂੰ ਕਹਿਣਾ। ਉਹ ਬਾਰੇ ਜਸ ਆਖਿਆ ਨਾਮ ਕਥਨ ਦਾ ਨਹੀਂ ਕੀਤਾ ਜਾ ਸਕਦਾ। ਫਿਰ ਕਥਨ ਕਰਨ ਦਾ ਕੀ ਫਲ ਹੋਇਆ? ਕਹਿੰਦੇ ਜੇ ਕਥਨ ਹੀ ਨਹੀਂ ਕੀਤਾ ਜਾ ਸਕਦਾ, ਫਿਰ ਉਹਨੂੰ ਕਥਨ ਕਿਉਂ ਕੀਤਾ ਜਾਂਦਾ ਹੈ? ਸਿੱਧਾ ਨੇ ਫਿਰ ਇਹ ਪ੍ਰਸ਼ਨ ਕੀਤਾ ਹੈ, ਇਹਦਾ ਕੀ ਲਾਭ ਹੈ ਫਿਰ?
ਮਹਾਰਾਜ ਅੱਗੇ ਦੱਸਦੇ ਹਨ, ਆਖ ਆਖ ਰਹੇ ਲਿਵ ਲਾਏ। ਗੁਰਮੁਖ ਜਨ ਮਹਾਤਮਾ ਆਖ ਆਖ ਕਹਿ ਕਹਿ ਕੇ ਉਸ ਦੇ ਵਿੱਚ ਲਿਵ ਬਿਰਤੀ ਨੂੰ ਲਾਏ, ਲਾਉਂਦੇ ਨੇ, ਲਾਉਣਾ ਕਰਦੇ ਨੇ, ਇਹ ਉਹਦਾ ਫਲ ਹੈ। ਆਖ ਮੁਖ ਦੁਆਰਾ, ਆਖ ਆਖ ਕੇ, ਬੋਲ ਬੋਲ ਕੇ, ਆਖ ਅਖਿਆਣਾ ਦੁਆਰਾ ਉਹਨੂੰ ਆਖ ਕੇ ਕੀ ਹੁੰਦਾ, ਕਹਿੰਦੇ ਲਿਵ ਬਿਰਤੀ ਲੱਗ ਜਾਂਦੀ ਹੈ ਉਹਦੇ 'ਚ, ਫਿਰ ਬਿਰਤੀ ਲੱਗਣ ਲੱਗ ਜਾਂਦੀ ਹੈ, ਤਾਂ ਅਸੀਂ ਆਖਦੇ ਹਾਂ, ਉਹਦਾ ਅੰਤ ਪਾਉਣ ਵਾਸਤੇ ਨਹੀਂ ਆਖ ਰਹੇ। ਆਖ ਆਖ ਰਹੇ ਲਿਵ ਲਾਏ, ਇੱਥੇ ਤੱਕ ਦੁਬਾਰੇ ਫਿਰ ਸਿੱਧਾਂ ਦੇ ਪ੍ਰਸ਼ਨ ਦਾ ਉੱਤਰ ਦੇਣ ਵਾਸਤੇ ਫਿਰ ਸ਼ੁਰੂ ਤੋਂ ਹੀ ਪੌੜੀ ਦੇ ਅਰਥ ਫਿਰ ਮਹਾਰਾਜ ਬਖਸ਼ਦੇ ਹੈ। ਸਿੱਧਾਂ ਨੇ ਪ੍ਰਸ਼ਨ ਕੀਤਾ ਸੀ ਉਸ ਪਰਮਾਤਮਾ ਦੇ ਜਿਹੜੇ ਸੰਤ ਜਨ, ਅਤੇ ਉਹਨਾਂ ਬਾਰੇ ਵੀ ਕੁਝ ਦੱਸੋ। ਰੱਬ ਬਾਰੇ ਦੱਸਿਆ, ਸੰਤਾਂ ਬਾਰੇ ਕੁਝ ਦੱਸੋ। ਮਹਾਰਾਜ ਸਾਹਿਬ ਨੇ ਇਸੇ ਪ੍ਰਕਾਰ ਫਿਰ ਕਥਨ ਕੀਤਾ ਹੈ ਜੀ, ਮੁੱਲ ਗੁਣ ਮੁੱਲ ਵਾਪਾਰ। ਹੇ ਸਿੱਧੋ, ਜਿਹੜੇ ਪ੍ਰਭੂ ਦੇ ਪਿਆਰੇ ਸੰਤ ਜਨ ਨਾ, ਉਹਨਾਂ ਦੇ ਅੰਦਰ ਜੋ ਸਤ, ਸੰਤੋਖ, ਦਇਆ, ਧਰਮ, ਧੀਰਜ, ਇਹ ਗੁਣ ਅੰਦਰ ਉਹਨਾਂ ਦੇ ਪ੍ਰਵੇਸ਼ ਹੋ ਗਏ, ਉਹ ਅਮੁੱਲ ਅਮੋਲਕ ਨਾ। ਉਹਨਾਂ ਵੱਲੋਂ ਸੇਵਾ, ਸਿਮਰਨ, ਭਜਨ ਰੂਪੀ ਵਪਾਰ ਹੋ ਰਿਹਾ ਹੈ, ਉਹ ਆਪ ਕਰਦੇ ਨੇ ਅਤੇ ਹੋਰਾਂ ਤੋਂ ਕਰਾਉਂਦੇ ਨੇ। ਕਹਿੰਦੇ ਇਹ ਵੀ ਵਪਾਰ ਵੀ ਇਹ ਅਮੋਲਕ ਹੈ। ਕਿਨਹੀ ਬੰਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸਪਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਹਰ ਕੇ ਨਾਮ ਕੇ ਵਿਆਪਾਰੀ, ਬਣਜ ਕਰੋ ਬਣਜਾਰਿਓ, ਵਖਰ ਲਿਹੋ ਸੰਭਾਲ। ਇਹ ਵਪਾਰ ਕਰ ਰਹੇ ਨੇ, ਇਹ ਵੀ ਅਮੋਲਕ ਹੈ। ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਸ਼ੁਭ ਗੁਣ ਵਪਾਰੀਏ, ਵਪਾਰ ਦੇ ਕਰਨ ਕਰਾਉਣ ਵਾਲੇ ਕੌਣ? ਮਹਾਤਮਾ ਜਨ। ਉਹ ਆਪ ਵੀ ਅਮੁੱਲਕ ਹੀ ਅਮੋਲਕ ਨ। ਉਹਨਾਂ ਦਾ ਸਤਸੰਗ, ਗਿਆਨ, ਸ਼ਬਦ ਦਾ ਅੰਤਹਿਕਰਨ ਰੂਪੀ ਭੰਡਾਰਾ ਵੀ ਇਹ ਅਮੋਲਕ ਹੀ ਹੈ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ। ਸੰਤਰੇ ਦਾ ਭੰਡਾਰ ਕਿਹਾ। ਤੋ ਇਸ ਕਰਕੇ ਮੋਖ ਮੁਕਤ ਦੁਆਰ ਜਾ ਕੇ ਸੰਤਰੇ ਦਾ ਭੰਡਾਰ। ਸੰਤਾਂ ਜਿਹੜਾ ਅੰਤਸ਼ਕਰਨ ਹੈ, ਉਹ ਮਲ ਵਿਖੇਪ ਅਵਰਨ, ਇਹਨਾਂ ਦੋਸ਼ਾਂ ਤੋਂ ਰਹਿਤ ਹੈ, ਬ੍ਰਹਮ ਗਿਆਨ ਦੇ ਸਮੇਤ ਹੈ। ਉਹਨਾਂ ਦੀ ਹਰ ਵਕਤ ਪਰਮੇਸ਼ਰ ਦੇ ਨਾਲ ਲਿਵ ਬਿਰਤੀ ਲੱਗੀ ਰਹਿੰਦੀ ਹੈ। ਐਸੇ ਮਹਾਂਪੁਰਖ ਉਹ ਵੀ ਅਮੋਲਕ ਹਨ। ਅਮੁੱਲ ਆਵਹਿ ਅਮੁੱਲ ਲੈ ਜਾਹੇ। ਜਿਹੜੇ ਜਿਗਿਆਸੂ ਜਨ ਉਹਨਾਂ ਸੰਤਾਂ ਪਾਸ ਸ਼ਰਧਾ ਧਾਰ ਕੇ ਆਵੈ ਆਉਂਦੇ ਨੇ, ਉਹ ਵੀ ਅਮੋਲਕ ਨੇ। ਸ਼ਰਧਾਲੂ ਵੀ ਅਮੋਲਕ ਹੀ ਨੇ, ਉਹਨਾਂ ਦੇ ਪ੍ਰੇਮ ਦਾ ਕੋਈ ਮੁੱਲ ਨਹੀਂ। ਉਹਨਾਂ ਦੇ ਪਾਸੋਂ ਜਿਹੜੇ ਸ਼ੁਭ ਗੁਣ, ਸੇਵਾ, ਸਿਮਰਨ, ਭਗਤੀ ਲੈ ਕੇ ਜਾਹੇ ਜਾਂਦੇ ਨੇ, ਉਹ ਵੀ ਅਮੋਲਕ ਨੇ। ਜਿਗਾਸੂ ਜਨ ਜੋ ਸੰਤ ਜਨਾਂ ਦੇ ਪਾਸ ਸ਼ਰਧਾ ਰੂਪੀ ਭੇਟਾ ਲੈ ਕੇ ਆਉਂਦੇ ਨੇ, ਉਹ ਵੀ ਅਮੋਲਕ। ਜੋ ਉਹਨਾਂ ਪਾਸੋਂ ਗਿਆਨ ਉਪਦੇਸ਼ ਦੀ ਬਖਸ਼ਿਸ਼ ਲੈ ਕੇ ਜਾਂਦੇ ਨੇ, ਉਹ ਵੀ ਅਮੋਲਕ ਹੈ। ਮੁੱਲ ਭਾਏ ਅਮੁੱਲਾ ਸਮਾਹੇ। ਉਹ ਸੰਤ ਜਨਾਂ ਨਾਲ ਜਿਗਿਆਸੂਆਂ ਦੁਆਰਾ ਕੀਤਾ ਗਿਆ ਭਾਏ ਪ੍ਰੇਮ ਵੀ ਅਮੋਲਕ ਹੈ। ਸੰਤਾਂ ਦੀ ਕਿਰਪਾ ਕਰਕੇ ਉਹਨਾਂ ਦਾ ਪ੍ਰਭੂ ਵਿੱਚ ਸਮਾ ਜਾਣਾ, ਇਹਦਾ ਕਿਹੜਾ ਕੋਈ ਮੁੱਲ ਹੈ? ਇਹ ਵੀ ਅਮੋਲਕ ਹੈ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਤੋ ਇਸ ਪ੍ਰਕਾਰ ਜਿਹੜਾ ਹੈ ਨਾ, ਜਿਗਿਆਸੂ ਨੂੰ ਜੋ ਭਾਏ ਸਰੂਪ ਦਾ ਗਿਆਨ ਪ੍ਰਾਪਤ ਹੋਣਾ ਹੈ, ਇਹਦਾ ਕਿਹੜਾ ਕੋਈ ਮੁੱਲ ਹੈ? ਵੀ ਅਮੋਲਕ ਹੀ ਹੈ। ਗਿਆਨ ਦੁਆਰਾ ਉਸ ਵਾਹਿਗੁਰੂ ਦੇ ਸਮਾਹੇ ਸਮਾ ਜਾਣਾ, ਇਹਦਾ ਕੀ ਮੁੱਲ ਹੈ? ਸੰਸਾਰ ਦੀ ਕੋਈ ਕਰੰਸੀ ਦਾ ਮੁੱਲ ਨਹੀਂ ਦੇ ਸਕਦੀ ਜਿਹੜਾ ਵਾਹਿਗੁਰੂ ਵਿੱਚ ਅਭੇਦ ਹੋ ਜਾਣਾ ਹੈ। ਇਹ ਵੀ ਅਮੋਲਕ ਹੈ। ਅਮੁੱਲ ਧਰਮ ਅਮੁੱਲ ਜੀਵਨ। ਤੁਸੀਂ ਸੰਤਾਂ ਬਾਰੇ ਪੁੱਛਿਆ, ਉਹਨਾਂ ਸੰਤਾਂ ਦੁਆਰਾ ਧਾਰਨ ਕੀਤਾ ਹੋਇਆ ਜਿਹੜਾ ਪ੍ਰਭੂ ਉੱਪਰ ਦ੍ਰਿੜ ਵਿਸ਼ਵਾਸ, ਨਿਸ਼ਚਾ ਰੂਪੀ ਧਰਮ, ਇਹ ਵੀ ਧਰਮ ਹੈ, ਇਹ ਵੀ ਅਮੋਲਕ ਹੈ। ਉਹਨਾਂ ਦਾ ਦੀਵਾਨ, ਸੰਤਾਂ ਦਾ ਆਸਰਾ ਵੀ ਅਮੋਲਕ ਹੈ। ਸੰਤਾਂ ਬਿਨ ਮੈਂ ਥਾਉ ਨਾ ਕੋਈ। ਸੰਤਾਂ ਨੇ ਜੋ 10 ਲਿੰਗੀ ਧਰਮ, ਇਹ 10 ਚਿੰਨ੍ਹ ਧਰਮ ਦੇ ਜਿਹੜਾ ਧਾਰਨ ਕੀਤਾ ਹੈ, ਤੇ ਉਹ ਵੀ ਅਮੋਲਕ ਹੈ। ਖਿਮਾ, ਅਹਿੰਸਾ, ਦਇਆ, ਮਿਰਦ, ਸਤ ਬਚਨ, ਤਪ, ਦਾਨ, ਸੀਲ, ਸੌਚ, ਤ੍ਰਿਸ਼ਨਾ, ਬਿਨਾ, ਧਰਮ ਲਿੰਗ 10 ਜਾਨ। ਇਹ ਧਰਮ ਦੇ 10 ਚਿੰਨ੍ਹ।
ਤੇ ਖਿਮਾ ਕਰਨੀ, ਮਾਫ ਕਰ ਦੇਣਾ ਕਿਸੇ ਦੇ ਗੁਨਾਹ ਨੂੰ, ਅਹਿੰਸਾ, ਜੀਵ ਹੱਤਿਆ ਨਾ ਕਰਨੀ, ਤਰਸ ਕਰਨਾ, ਮਿੱਠੇ ਬਚਨ ਬੋਲਣੇ, ਸਤ ਬਚਨ ਬੋਲਣਾ, ਮਿਥਿਆ ਨਾ ਬੋਲਣਾ, ਤਪ ਕਰਨਾ, ਦਾਨ ਕਰਨਾ, ਨਿਮਰਤਾ ਰੱਖਣੀ, ਪਵਿੱਤਰਤਾ ਰੱਖਣੀ, ਤ੍ਰਿਸ਼ਨਾ ਤੋਂ ਬਿਨਾ ਹੋਣਾ, ਇਹ ਧਰਮ ਦੇ 10 ਚਿੰਨ੍ਹ, ਇਹ ਵੀ ਅਮੋਲਕ। ਤੋ ਇਸ ਕਰਕੇ ਤੇ ਉਹਨਾਂ ਦਾ ਦੀਵਾਨ ਦੀ ਜਮਾ ਬਾਣ, ਦੀਵਾਨ ਬਾਣ ਬਾਣੀ ਸੁਭਾਅ, ਇਹ ਵੀ ਅਮੋਲਕ ਹੈ। ਜਿਹੜਾ ਉਪਦੇਸ਼ ਦਿੰਦੇ ਹਨ ਸੰਤ ਜਨ, ਅਮਲ ਤੁਲ ਅਮਲ ਪਰਵਾਨ। ਉਹਨਾਂ ਸੰਤ ਜਨਾਂ ਦੀ ਤੁਲ ਨਾਮ ਇੱਥੇ ਵਿਚਾਰਦਾ, ਇਹ ਵੀ ਅਮੋਲਕ ਹੈ, ਕਿਉਂਕਿ ਉਹ ਬ੍ਰਹਮ ਵਿਗਿਆਨ ਤੋਂ ਬਿਨਾਂ ਕੁਝ ਬੋਲਦੇ ਨਹੀਂ। ਉਹ ਪ੍ਰਭੂ ਦੇ ਦਰ ਦੇ ਉੱਤੇ ਪ੍ਰਵਾਨ ਹੋਣਾ ਵੀ ਅਮੋਲਕ ਹੈ। ਉਹਨਾਂ ਸੰਤ ਜਨਾਂ ਦੀ ਬੁੱਧੀ ਰੂਪ ਤੁਲ ਤਕੜੀ ਵੀ ਅਮੋਲਕ ਹੈ। ਵਿਚਾਰ ਰੂਪੀ ਪ੍ਰਵਾਨ ਬੱਟਾ ਵੀ ਅਮੋਲਕ ਹੈ। ਨਿਸ਼ਚਾ ਰੂਪੀ ਪ੍ਰਵਾਨ ਬੱਟਾ ਵੀ ਅਮੋਲਕ ਜਾਣਨਾ। ਅਮੁੱਲ ਬਖਸ਼ੀਸ ਅਮੁੱਲ ਨੀਸਾਨ। ਉਹਨਾਂ ਸੰਤ ਜਨਾਂ ਦੀ ਭਾਵ ਭਗਤੀ ਜਿਹੜੀ ਹੈ ਜਾਂ ਗਿਆਨ ਦਾ ਉਪਦੇਸ਼ ਦੀ ਬਖਸ਼ਿਸ਼ ਹੈ, ਵੀ ਅਮੁੱਲ ਤੁਲ ਅਮੁੱਲ ਪ੍ਰਵਾਨ। ਉਹ ਸੰਤ ਜਨਾਂ ਦਾ ਤੁਲ ਕੀ ਵਿਚਾਰ ਵੀ ਅਮੋਲਕ ਹੈ, ਅਤੇ ਉਹ ਪ੍ਰਭੂ ਦੇ ਦਰ 'ਤੇ ਪ੍ਰਵਾਨ ਹੋਣਾ ਵੀ ਅਮੋਲਕ ਹੈ। ਉਹਨਾਂ ਸੰਤ ਜਨਾਂ ਦੀ ਬੁੱਧੀ ਰੂਪ ਤੁਲ ਤਕੜੀ ਵੀ ਅਮੋਲਕ ਹੈ, ਉਹਦਾ ਵਿਚਾਰ ਵੀ ਅਮੋਲਕ ਹੈ। ਪ੍ਰਵਾਨ ਬੱਟਾ ਵੀ ਅਮੋਲਕ ਹੈ, ਨਿਸ਼ਚਾ ਰੂਪੀ ਪ੍ਰਵਾਨ ਬੱਟਾ ਵੀ ਅਮੋਲਕ ਹੈ। ਸੋ ਅੱਗੇ ਦੱਸਦੇ ਹਨ, ਅਮੁੱਲ ਬਖਸ਼ੀਸ ਅਮੁੱਲ ਨੀਸਾਨ। ਉਹਨਾਂ ਸੰਤਾਂ ਦੀ ਭਾਵ ਭਗਤੀ ਵੀ, ਜਾਣੀ ਗਿਆਨ ਉਪਦੇਸ਼ ਦੀ ਬਖਸ਼ੀਸ਼ ਅਮੁੱਲ ਅਮੋਲਕ ਹੈ। ਉਹਨਾਂ ਦਾ ਨਿਸ਼ਾਨ ਪ੍ਰਗਟ ਹੋਣਾ, ਮੱਥੇ ਦੇ ਮਾੜੇ ਲੇਖਾਂ ਨੂੰ ਮੇਟ ਕੇ ਚੰਗੇ ਬਣਾਉਣਾ, ਇਹ ਵੀ ਅਮੋਲਕ। ਉਹਨਾਂ ਸੰਤ ਜਨਾਂ ਜੋ ਸਰੂਪ ਦੀ ਬਖਸ਼ੀਸ਼ ਬਖਸ਼ਿਸ਼ ਹੋਈ ਹੈ, ਉਹ ਵੀ ਅਮੋਲਕ ਹੈ। ਉਹਨਾਂ ਦਾ ਜਸ ਰੂਪੀ ਨਿਸ਼ਾਨ ਝੰਡਾ ਨਗਾਰਾ ਪਰਵਾਨਾ, ਇਹ ਵੀ ਅਮੋਲਕ ਹੈ। ਅਮੁੱਲ ਕਰਮ ਅਮੁੱਲ ਫਰਮਾਨ। ਉਹਨਾਂ ਸੰਤ ਜਨਾਂ ਦਾ ਕਰਮ ਕੀ ਹੈ, ਨਿਸ਼ਕਾਮ ਕਰਮ ਕਰਦੇ ਹੈ, ਕਾਮਨਾ ਨਹੀਂ ਰੱਖਦੇ, ਉਹ ਵੀ ਅਮੋਲਕ ਹੈ। ਜਿਹੜੇ ਕਰਮ ਦੇ ਵਿੱਚ ਕਾਮਨਾ ਹੀ ਕੋਈ ਨਹੀਂ, ਉਹਦਾ ਕੀ ਮੁੱਲ ਹੈ। ਉਹ ਸੰਤ ਜਨ ਸਕਾਮ ਕਰਮ ਛੁਡਾ ਕੇ ਨਿਸ਼ਕਾਮ ਕਰਮ ਦਾ ਫਰਮਾਨ ਹੁਕਮ ਕਰਦੇ ਆ ਜਿਗਿਆਸੂਆਂ ਨੂੰ, ਉਹ ਵੀ ਅਮੋਲਕ ਹੈ। ਉਹਨਾਂ ਸੰਤ ਜਨਾਂ ਨੂੰ ਜੋ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੇ ਬਖਸ਼ਿਸ਼ ਕਰਮ ਨਾਮ ਬਖਸ਼ਿਸ਼ ਦਾ ਬਖਸ਼ਿਸ਼ ਪ੍ਰਾਪਤ ਹੋਈ ਹੈ ਵਾਹਿਗੁਰੂ ਦੀ, ਉਹ ਵੀ ਅਮੋਲਕ ਹੈ। ਉਹਨਾਂ ਨੇ ਆਪ ਉਸੇ ਪ੍ਰਭੂ ਦਾ ਫਰਮਾਨ ਹੁਕਮ ਕਮਾਇਆ ਹੈ, ਯਾਨੀ ਮੰਨਿਆ ਹੈ, ਉਹ ਵੀ ਅਮੋਲਕ ਹੈ। ਅਮੁੱਲ ਅਮੁੱਲ ਆਖਿਆ ਨਾ ਜਾਏ। ਹੇ ਸਿੱਧੋ, ਉਸ ਵਾਹਿਗੁਰੂ ਦੇ ਪਿਆਰੇ ਜਿਹੜੇ ਸੰਤ ਜਨ ਅਮੁੱਲੋ ਅਮੁੱਲ, ਅਮੋਲਕ ਤੋਂ ਅਮੋਲਕ ਨੇ, ਇੱਕ ਤੋਂ ਇੱਕ ਚੜ੍ਹਦੀਆਂ ਗੁਣਾਂ ਦੇ ਵਿੱਚ। ਉਹਨਾਂ ਦਾ ਜਸ ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਤੋਂ ਨਹੀਂ ਆਖਿਆ ਜਾਂਦਾ। ਰੱਬ ਦੇ ਜਸ ਵਰਗਾ ਜਸ ਹੈ ਉਹਨਾਂ ਦਾ, ਕਿਹਾ ਨਹੀਂ ਜਾ ਸਕਦਾ, ਕਿਉਂਕਿ ਵੇਦਾਂ ਨੇ ਵੀ ਜਵਾਬ ਦੇ ਦਿੱਤਾ ਹੈ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ। ਬ੍ਰਹਮਾ ਵਰਗਿਆਂ ਨੇ ਜਵਾਬ ਦੇ ਦਿੱਤਾ, ਮਹਿਮਾ ਨਾ ਜਾਣੈ ਵੇਦ, ਬ੍ਰਹਮਾ ਨਹੀਂ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬਹਿਮ ਬੇਅੰਤ। ਜਿਵੇਂ ਰੱਬ ਦੀ ਮਹਿਮਾ ਬੇਅੰਤ ਹੈ, ਰੱਬ ਦੇ ਪਿਆਰਿਆਂ ਦੀ ਮਹਿਮਾ ਉੱਡਿਓ ਬੜੀ ਬੇਅੰਤ ਹੈ। ਇਸ ਕਰਕੇ ਸਿੱਧੋ ਕਹੀ ਨਹੀਂ ਜਾਂਦੀ ਹੈ, ਆਖਿਆ ਨਾ ਜਾਏ। ਆਖ ਆਖ ਰਹੇ ਲਿਵ ਲਾਏ। ਉਹ ਸੰਤ ਜਨਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਸੰਤ ਜਨ ਵਾਹਿਗੁਰੂ ਦੇ ਨਾਮ ਨੂੰ ਆਖ ਆਖ ਕੇ, ਉਚਾਰ ਉਚਾਰ ਕੇ, ਕਹਿ ਕਹਿ ਕੇ ਉਹਨਾਂ ਦੀ ਲਿਵ ਵਾਹਿਗੁਰੂ ਵਿੱਚ ਲੱਗ ਜਾਂਦੀ ਹੈ, ਲਾ ਰਹੇ ਨੇ ਪਰਮੇਸ਼ਰ ਦੇ ਵਿੱਚ। ਇਹ ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਰਤਾਰਪੁਰ ਸਾਹਿਬ ਇਹਨਾਂ ਹੀ ਸ਼ਬਦ ਦੀਆਂ ਇੱਥੇ ਤੱਕ ਤੋਂ ਆਉਂਦਾ ਰਹੇ ਲਿਵ ਲਾਏ ਤੱਕ ਤੀਸਰਾ ਅਰਥ ਫਰਮਾਨ ਕੀਤਾ ਹੈ। ਗੁਰੂ ਨਾਨਕ ਸਾਹਿਬ ਨੇ ਜੋ ਸਿੱਖਾਂ ਪ੍ਰਤੀ ਸਤਿਗੁਰੂ ਜੀ ਉਪਦੇਸ਼ ਦਿੰਦੇ ਹੈ, ਗੁਰੂ ਅਤੇ ਸਿੱਖ ਦਾ ਅਟੁੱਟ ਰਿਸ਼ਤਾ ਹੈ, ਅਤੇ ਉਹਦੇ 'ਚ ਗੁਰੂ ਕਿਵੇਂ ਬਖਸ਼ਿਸ਼ ਕਰਦਾ ਹੈ, ਸਿੱਖਾਂ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਦੇ ਹਨ। ਜੇ ਅਮੁੱਲ ਗੁਣ ਅਮੁੱਲ ਗੁਣ ਅਮੁੱਲ ਆਪਾਰ। ਅਤੇ ਪੂਰੇ ਧਿਆਨ ਦੇ ਨਾਲ ਭਾਈ ਸਾਰਿਆਂ ਨੇ ਅੱਖਰਾਂ ਵਿੱਚ ਵੀ ਧਿਆਨ ਰੱਖਣਾ, ਸਿਧਾਂਤ ਵਿਚਾਰ ਵਿੱਚ ਵੀ ਰੱਖਣਾ। ਅਮੁੱਲ ਗੁਣ ਅਮੁੱਲ ਆਪਾਰ। ਸਤਿਗੁਰੂ ਜੀ ਆਪਣੇ ਗੁਰਸਿੱਖਾਂ ਨੂੰ ਗੁਣ ਨਾਮ ਇੱਥੇ ਗਿਆਨ, ਜਿਹੜੇ ਗਿਆਨ ਬਖਸ਼ ਰਿਹਾ ਸਤਿਗੁਰੂ, ਇਹ ਵੀ ਅਮੁੱਲ, ਇਹਦਾ ਮੁੱਲ ਕੋਈ ਨਹੀਂ। ਜੋ ਗੁਰਸਿੱਖ ਆਪਣਾ ਤਨ ਮਨ ਧਨ ਦੇ ਕੇ ਗੁਰੂ ਜੀ ਦੇ ਕੋਲੋਂ ਇਹ ਅਰਪਣ ਕਰਕੇ ਬ੍ਰਹਮ ਗਿਆਨ ਪ੍ਰਾਪਤ ਕਰਨ ਰੂਪ ਵਪਾਰ ਕਰਦੇ ਹੈ, ਇਹ ਵੀ ਅਮੁੱਲ ਅਮੋਲਕ ਹੀ ਹੈ।
ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਇਹ ਵੀ ਅਮੋਲਕ ਹੈ। ਅਮੁੱਲ ਵਪਾਰੀਏ ਅਮੁੱਲ ਭੰਡਾਰ। ਜਿਹੜੇ ਨਾਮ ਦੇ ਵਪਾਰੀਏ, ਵਪਾਰ ਕਰਨ ਵਾਲੇ ਅਧਿਕਾਰੀ ਗੁਰਸਿੱਖ ਆਪਣਾ ਤਨ ਮਨ ਧਨ ਸਤਿਗੁਰੂ ਜੀ ਨੂੰ ਦੇਣ ਵਾਲੇ ਨੇ, ਇਹ ਵੀ ਅਮੁੱਲ ਅਮੋਲਕ ਨੇ। ਉਹਨਾਂ ਦਾ ਹਿਰਦਾ ਰੂਪੀ ਭੰਡਾਰ ਸਤੋਗੁਣ ਦੇ ਸਹਿਤ ਹੋਣ ਕਰਕੇ ਇਹ ਵੀ ਅਮੋਲਕ ਹੀ ਹੈ। ਸਤਿਗੁਰੂ ਜੀ ਦੇ ਹਿਰਦੇ ਵਿੱਚ ਜਿਹੜਾ ਭੰਡਾਰਾ ਭਰਿਆ ਪਿਆ ਸ਼ੁਭ ਗੁਣਾ ਨਾਮ ਦਾ, ਬ੍ਰਹਮ ਗਿਆਨ ਦਾ, ਇਹ ਭਰਿਆ ਹੋਇਆ, ਇਹ ਵੀ ਅਮੋਲਕ ਹੈ। ਨਾਮ ਰੂਪ ਭੰਡਾਰਾ ਵੀ ਅਮੋਲਕ ਹੈ, ਕਿਉਂਕਿ ਫਰਮਾਨ ਕੀਤਾ ਹੈ, ਤਿਚਰ ਮੂਲ ਨਾ ਥੋੜੀ ਦੋ ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ। ਇਹ ਵੀ ਅਮੋਲਕ ਹੈ। ਅਮੁੱਲ ਆਵਹਿ ਅਮੁੱਲ ਲੈ ਜਾਹੇ। ਜੋ ਜਗਿਆਸੂ ਤੇ ਭਾਵੇਂ ਉਹ ਗ੍ਰਸਤ ਜੀਵਨ ਦੇ ਵਿੱਚ ਨੇ ਤੇ ਉਹਨਾਂ ਦਾ ਜੀਵਨ ਗ੍ਰਸਤ ਮਾਰਗ ਦੇ ਵਿੱਚ ਹੈ, ਭਾਵੇਂ ਤਿਆਗ ਮਾਰਗ 'ਚ ਹੈ, ਬੈਰਾਗ ਧਾਰ ਕੇ ਸਤਿਗੁਰੂ ਦੀ ਚਰਨ ਸਰਨ ਆਵ ਹੈ ਆਉਂਦੇ ਹੈ, ਇਹ ਵੀ ਅਮੁੱਲ ਅਮੋਲਕ ਨੇ। ਸਤਿਗੁਰੂ ਜੀ ਤੋਂ ਸਿੱਖਿਆ ਲੈ ਕੇ ਜਾਣਾ ਆਪਣੇ ਘਰਾਂ ਨੂੰ, ਆਪਣੇ ਟਿਕਾਣਿਆਂ ਨੂੰ, ਇਹ ਵੀ ਅਮੋਲਕ ਹੋ ਗਿਆ। ਅਮੋਲਕ ਵਸਤੂ ਲੈ ਗਏ। ਤੇ ਅਮੋਲਕ ਹੀ ਬ੍ਰਹਮ ਗਿਆਨ ਨੂੰ ਲੈ ਕੇ ਗੁਰਸਿੱਖ ਆਪਣੇ ਸਰੂਪ ਵਿੱਚ ਜਾਹੇ ਜਾਂਦੇ ਨੇ। ਸਰੂਪ ਦੀ ਸਿਖਿਆਤਾ ਹੋ ਜਾਂਦੀ ਹੈ। ਜਿਉਂ ਜਲ ਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਹ ਅਵਸਥਾ ਮਿਲ ਜਾਂਦੀ ਹੈ ਗੁਰਸਿੱਖਾਂ ਨੂੰ। ਅਮੁੱਲ ਭਾਏ ਅਮੁੱਲਾ ਸਵਾਹੇ। ਸਤਿਗੁਰੂ ਜੀ ਦੇ ਗੁਰਸਿੱਖਾਂ ਨੂੰ ਜੋ ਭਾਏ ਪ੍ਰੇਮ ਬਖਸ਼ਿਆ ਹੈ, ਸਤਿਗੁਰੂ ਜੀ ਨੇ ਸਿੱਖਾਂ ਨੂੰ ਪ੍ਰੇਮ ਬਖਸ਼ਿਆ, ਪ੍ਰੇਮਾ ਭਗਤੀ ਬਖਸ਼ੀ ਹੈ। ਕੋਈ ਮੁੱਲ ਨਹੀਂ ਹੈ ਇਸ ਦਾ। ਸਤਿਗੁਰੂ ਦੀ ਇਸ ਬਖਸ਼ਿਸ਼ ਦਾ ਜੋ ਉਹਨਾਂ ਨੇ ਸਾਨੂੰ ਪ੍ਰੇਮ ਬਖਸ਼ਿਆ, ਇਹਦਾ ਕੋਈ ਮੁੱਲ ਨਹੀਂ ਹੈ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਭ ਕੁਝ ਬਾਰ ਕੇ ਗੁਰਸਿੱਖ ਗੁਰੂ ਦੇ ਦਰਸ਼ਨਾਂ ਨੂੰ ਪਿਆਰੇ ਸਮਝ ਕੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਾਂ ਤਿਸ ਪੈ ਆਪ ਵੇਚ ਆਈ। ਸਭ ਕੁ ਵੇਚਣ ਨੂੰ ਤਿਆਰ ਹੈ ਵੀ ਪਿਆਰਾ ਪ੍ਰੀਤਮ ਮਿਲ ਜਾਏ। ਗੁਰਸਿੱਖਾਂ ਦੇ ਹਿਰਦੇ ਦੇ ਵਿੱਚ ਜੋ ਗਿਆਨ ਦਾ ਭਾਈ ਪ੍ਰਕਾਸ਼ ਹੋ ਗਿਆ, ਉਹ ਵੀ ਅਮੋਲਕ। ਅਮੋਲਕ ਹੀ ਉਹ ਸਮਾਹੇ ਸਮਾ ਜਾਣਾ ਜੋ ਸਤਿਗੁਰੂ ਦੇ ਸਰੂਪ ਦਾ ਸਮਾਹੇ ਸਮਾਹੜਾ ਆਨੰਦ ਪ੍ਰਾਪਤ ਹੋਇਆ ਹੈ। ਇਹ ਆਨੰਦ ਵੀ ਅਮੋਲਕ ਹੈ। ਅਮੁੱਲ ਧਰਮ ਅਮੁੱਲ ਜੀਵਨ। ਸਤਿਗੁਰੂ ਜੀ ਨੇ ਜੋ ਆਪਣੇ ਸਿੱਖਾਂ ਨੂੰ ਧਰਮ ਬਖਸ਼ਿਆ, ਗੁਰੂ ਨਾਨਕ ਦੇ ਘਰ ਦਾ ਧਰਮ ਵੀ ਅਮੋਲਕ ਹੈ। ਤੇ ਗੁਰੂ ਸਾਹਿਬ ਜੀ ਨੇ ਐਸੇ ਧਰਮ ਦੇ ਬਾਰੇ, ਧਰਮ ਦੇ ਵਿੱਚ ਪਰਪੱਕ ਕੀਤਾ। ਨਿਰਮਲ ਪੰਥ ਚਲਾਇਆ ਮਹਾਰਾਜ ਨੇ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਇਸ ਨਿਰਮਲ ਪੰਥ ਦੇ ਧਾਰਨੀ ਜਿਹੜੇ ਗੁਰਸਿੱਖ ਹੋਏ ਹੈ, ਉਹਨਾਂ ਦੇ ਬੜੇ ਬੜੇ ਪ੍ਰਸੰਗ ਆਉਂਦੇ ਹੈ। ਉਹਦੇ ਵਿੱਚ ਇੱਕ ਭਾਈ ਸੰਤ ਰਾਮ ਜੀ ਹੋਏ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਇਹ ਕਿਸੇ ਵੇਲੇ ਪਹੁੰਚਿਆ ਸੀ। ਸਤਿਗੁਰੂ ਮਹਾਰਾਜ ਦੇ ਚਰਨਾਂ ਜਾ ਕੇ ਬੇਨਤੀ ਕੀਤੀ, ਸ੍ਰੀ ਅੰਮ੍ਰਿਤਸਰ ਸਾਹਿਬ ਮਹਾਰਾਜ ਕਿਰਪਾ ਕਰੋ, ਜਿੱਥੇ ਹੋਰ ਨੂੰ ਸਿੱਖੀ ਬਖਸ਼ ਦਿਓ, ਦਾਸ ਨੂੰ ਸਿੱਖੀ ਦਾ ਦਾਨ ਦਿਓ। ਮਹਾਰਾਜ ਸਾਹਿਬ ਨੇ ਚਰਨਾਮਤ ਦਿੱਤਾ, ਸਿੱਖ ਬਣਾਇਆ। ਪਿਛਲੇ ਜਨਮਾਂ ਦੀ ਕਮਾਈ ਸੀ ਇਹਦੀ। ਤੇ ਮਹਾਰਾਜ ਨੇ ਜੋ ਨਿਯਮ ਦੱਸੇ, ਅੰਮ੍ਰਿਤ ਵੇਲੇ ਉੱਠਣਾ, ਧਰਮ ਵਿੱਚ ਪੱਕੇ ਰਹਿਣਾ, ਝੂਠ ਨਹੀਂ ਬੋਲਣਾ, ਕਰਕੇ ਖਾਣਾ, ਦੂਸਰੇ 'ਤੇ ਆਪਣਾ ਭਾਰ ਨਹੀਂ ਪਾਉਣਾ ਹੈ, ਤੇ ਚੁਗਲੀ ਨਹੀਂ ਕਰਨੀ, ਨਿੰਦਿਆ ਨਹੀਂ ਕਰਨੀ, ਸਾਰਿਆਂ 'ਚ ਪਰਮਾਤਮਾ ਨੂੰ ਜਾਣਨਾ, ਇਹਦੇ 'ਚ ਪਰਪੱਕ ਹੋ ਗਿਆ। ਤੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਇਹਦੀ ਅਵਸਥਾ ਚੜ੍ਹ ਗਈ, ਅਵਸਥਾ ਦਾ ਚੜ੍ਹਾਅ ਹੋ ਗਿਆ। ਜਪਜੀ ਸਾਹਿਬ ਕੰਠ ਕਰ ਲਿਆ, ਸੁਖਮਨੀ ਸਾਹਿਬ ਕੰਠ ਕਰ ਲਿਆ। ਇਹ ਬਾਣੀਆਂ ਜ਼ਬਾਨੀ ਕੰਠ ਸੀ ਇਹਦੇ। ਪ੍ਰਲਬਧ ਜਾਗੀ, ਇਹਨੂੰ ਜਹਾਂਗੀਰ ਦੀ, ਉਸ ਵੇਲੇ ਦਿੱਲੀ ਦੇ ਤਖਤ ਦਾ ਬਾਦਸ਼ਾਹ ਸੀ ਜਹਾਂਗੀਰ, ਉਹਦੇ ਦਰਬਾਨ 'ਚ ਹੀ ਉਹਦੇ ਡਿਊਟੀ ਬਰਦਾਰ ਹੋਣ ਦਾ ਇਹਨੂੰ ਮਾਣ ਪ੍ਰਾਪਤ ਹੋ ਗਿਆ। ਇਹਨੂੰ ਨੌਕਰੀ ਇਹੋ ਜਿਹੀ ਥਾਂ 'ਤੇ ਮਿਲ ਗਈ। ਇੱਕ ਮੁਸਲਮਾਨ ਸੀ ਜਿਹੜਾ ਜਹਾਂਗੀਰ ਦਾ ਵਫਾਦੂ, ਸਿੱਖਾਂ ਨੂੰ ਬਹੁਤ ਵਫਾਦਾਰ ਸਮਝਿਆ ਜਾਂਦਾ ਸੀ, ਇਹ ਆਪਣੇ ਧਰਮ ਦੇ ਬੜੇ ਪੱਕੇ ਨੇ। ਇਹ ਦਰਬਾਨ 'ਚ ਹੀ ਸੀ। ਸਮਾਂ ਲੰਘਦਾ ਗਿਆ, ਇਹਨੇ ਆਪਣਾ ਪ੍ਰਭਾਵ ਪਾ ਕੇ ਜਿਹੜਾ ਮੁਸਲਮਾਨ ਸੀ ਉਹਨੂੰ ਵੀ ਬੰਦਗੀ ਕਰਨ ਲੱਗਾ। ਇਹਦੀ ਪਾਰਸ਼ੋ ਨੇ, ਉਹ ਵੀ ਖੁਦਾ ਦੀ ਬੰਦਗੀ ਵਾਲਾ ਹੋ ਗਿਆ ਵੀ ਤੂੰ ਅੱਲਾ ਅੱਲਾ ਕਰਿਆ ਕਰ, ਮੈਂ ਤੈਨੂੰ ਇਹ ਨਹੀਂ ਕਹਿੰਦਾ ਵੀ ਵਾਹਿਗੁਰੂ ਵਾਹਿਗੁਰੂ, ਰੱਬ ਤਾਂ ਇੱਕੋ ਹੀ ਹੈ। ਦੋਨੇ ਮਿਲ ਕੇ ਬੰਦਗੀ ਕਰਿਆ ਕਰਨ।
ਅਚਾਨਕ ਇੱਕ ਘਟਨਾ ਵਾਪਰੀ। ਜਹਾਂਗੀਰ ਦੀ ਸਪੁੱਤਰੀ ਨੇ ਕਿਤੇ ਸਿੱਖ ਦਾ ਚਿਹਰਾ ਜਦੋਂ ਵੇਖਿਆ, ਬਾਣੀ ਪੜ੍ਹਨ ਵਾਲੇ ਦਾ ਚਿਹਰਾ ਖਿੜਿਆ ਹੋਇਆ, ਨੇਤਰਾਂ ਦੇ ਵਿੱਚ ਨਾਮ ਦੀ ਮਸਤੀ ਹੈ, ਪ੍ਰਭਾਵਸ਼ਾਲੀ ਚਿਹਰਾ, ਬਰਕਤਾਂ ਵਾਲਾ, ਉਹ ਜਹਾਂਗੀਰ ਦੀ ਸ਼ਹਿਜ਼ਾਦੀ ਦਾ ਦੇਖ ਕੇ ਮਨ ਵਿੱਚ ਸੰਕਲਪ ਇਹ ਫੁਰਿਆ ਕਿ ਹੇ ਖੁਦਾ, ਜੇ ਮੇਰਾ ਖਾਵੰਦ ਇਹ ਹੋਵੇ, ਜਾਣੀ ਮੇਰੇ ਨਿਕਾਹ ਇਹਦੇ ਨਾਲ ਹੋ ਜਾਣ। ਉਹਨੇ ਮਨੇ ਮਨ ਫੈਸਲਾ ਕਰ ਲਿਆ ਵੀ ਮੈਂ ਸ਼ਾਦੀ ਕਰਾਉਣੀ ਆ ਤਾਂ ਇਹ ਸਿੱਖ ਨਾਲ ਕਰਾਉਣੀ ਆ, ਤੇ ਨਹੀਂ ਸ਼ਾਦੀ ਨਹੀਂ ਕਰਾਉਣੀ, ਸਾਰੀ ਜ਼ਿੰਦਗੀ ਐਂ ਹੀ ਰਹਿ ਜਾਣਾ। ਸਮਾਂ ਲੰਘਦਾ ਗਿਆ, ਸਿੱਖ ਨੂੰ ਤਾਂ ਕੋਈ ਪਤਾ ਵੀ ਨਹੀਂ ਹੈ। ਉਹ ਅੰਦਰ ਅੰਦਰ ਘੁੱਟਣ ਮਹਿਸੂਸ ਕਰਦੀ। ਇੱਕ ਦਿਨ ਉਹਦੀ ਮਾਂ ਬੇਗਮ ਨੇ ਪੁੱਛਿਆ, ਬੇਟੀ ਕੀ ਹੋਇਆ, ਤੇਰਾ ਹਾਵ ਭਾਵ ਬਦਲਿਆ ਹੋਇਆ? ਕਹਿੰਦੀ, ਮਾਂ ਮੈਂ ਡਰਦੀ ਨਹੀਂ ਦੱਸਦੀ ਵੀ ਤੂੰ ਵੀ ਗੁੱਸਾ ਕਰੇਂਗੀ, ਮੇਰਾ ਅੱਬਾ ਵੀ ਗੁੱਸਾ ਕਰੂ। ਕਹਿੰਦੇ, ਨਹੀਂ ਪੁੱਤ ਤੂੰ ਦੱਸ, ਤੂੰ ਬਹੁਤ ਪਿਆਰੀ ਆ ਤੇਰੇ ਪਿਤਾ ਨੂੰ, ਦਿਲ ਖੋਲ੍ਹ ਕੇ ਗੱਲ ਕਹਿ। ਕਹਿੰਦੀ, ਮਾਂ ਫਿਰ ਮੇਰਾ ਮਨ ਤਾਂ ਸਿੱਖ, ਤੇ ਮੈਂ ਮਨੇ ਮਨ ਫੈਸਲਾ ਕਰ ਲਿਆ ਵੀ ਜੇ ਵਿਆਹ ਕਰਾਉਣਾ ਤਾਂ ਉਹਦੇ ਨਾਲ ਕਰਾਉਣਾ। ਉਹ ਕਹਿੰਦੀ, ਤੇਰੀ ਮੱਤ ਮਾਰੀ ਗਈ, ਉਹ ਕਾਫਰ ਨਾ, ਉਹ ਤਾਂ ਨੌਕਰ ਹੈ, ਨੌਕਰ ਦੇ ਨਾਲ ਤੇਰੀ ਕਿਸੇ ਸੂਬੇਦਾਰ ਦੇ ਨਾਲ 22 ਸੂਬੇ ਨੇ ਸੱਜ ਧਰ ਕੇ ਹਿੰਦੁਸਤਾਨ ਦੇ ਬਾਦਸ਼ਾਹ ਦੀ ਧੀ ਹੈ, ਤੇਰਾ ਵਿਆਹ ਕਿਤੇ ਏਕਣ ਹੋ ਜਾਊਗਾ? ਕਹਿੰਦੀ, ਮਾਂ ਫਿਰ ਮੇਰਾ ਵੀ ਫੈਸਲਾ ਹੈ, ਮਾਵਾਂ ਧੀਆਂ ਦਾ ਪਿਆਰ ਹੁੰਦਾ ਹੈ। ਕਹਿੰਦੀ, ਚੰਗਾ ਮੈਂ ਸਮਾਂ ਦੇਖ ਕੇ ਗੱਲ ਕਰੂੰਗੀ। ਜਹਾਂਗੀਰ ਆਇਆ, ਕਹਿਣ ਲੱਗੀ ਵੀ ਦੇਖ ਪਾਤਸ਼ਾਹ, ਤੇਰੇ ਕੋਲੋਂ ਕਦੇ ਕੁਛ ਮੰਗਿਆ ਨਹੀਂ, ਮੈਂ ਤੇਰੀ ਅਰਦੰਗਨੀ ਹਾਂ, ਵੀ ਆਪਣੀ ਧੀ ਦਾ ਮਨ ਹੋ ਗਿਆ ਸਿੱਖ ਦੇ ਉੱਤੇ, ਭਾਵੇਂ ਤੈਨੂੰ ਲੱਗੇ ਬੁਰੀ ਗੱਲ, ਭਾਵੇਂ ਲੱਗੇ ਚੰਗੀ, ਵੀ ਧੀ ਦਾ ਮਾਮਲਾ ਹੈ, ਵੀ ਉਹਨੇ ਫੈਸਲਾ ਇਹ ਕਰ ਲਿਆ। ਉਹਨੇ ਕਿਹਾ, ਬੇਟੀ ਇਹ ਕਾਫਰ ਦੇ ਉੱਤੇ ਤੇਰਾ ਮਨ ਕਿਵੇਂ ਆਇਆ? ਪਹਿਲਾਂ ਗੁੱਸਾ ਕੀਤਾ ਉਹਨੇ ਕਿਹਾ, ਅੱਬਾ ਮੇਰੇ ਵੱਸ ਨਹੀਂ ਰਹੀ, ਮੈਂ ਤਾਂ ਫੈਸਲਾ ਕਰ ਲਿਆ, ਬਾਕੀ ਤੂੰ ਸ਼ਹਿਨਸ਼ਾਹ, ਭਾਵੇਂ ਮੇਰਾ ਕਤਲ ਕਰ ਦੇ, ਭਾਵੇਂ ਕੋਈ ਸਜ਼ਾ ਦੇ ਦੇ। ਕਹਿੰਦਾ, ਨਹੀਂ ਪੁੱਤ ਤੂੰ ਮੈਨੂੰ ਬਹੁਤ ਪਿਆਰੀ ਹੈ, ਕੰਮ ਤਾਂ ਨਹੀਂ ਚੰਗਾ ਕੀਤਾ ਜਿਹੜਾ ਤਾਂ ਫੈਸਲਾ ਕੀਤਾ, ਪਰ ਚੰਗਾ ਤੇਰੀ ਖੁਸ਼ੀ ਵਾਸਤੇ ਬਈ ਮੈਂ ਹੁਣ ਉਹਨੂੰ ਕੋਈ ਨਹੀਂ, ਮੁਸਲਮਾਨ ਬਣਾ ਲਾਂਗੇ ਉਹਨੂੰ, ਕੱਲ੍ਹ ਨੂੰ ਪਹਿਲਾਂ ਮੁਸਲਮਾਨ ਬਣਾਵਾਂਗੇ, ਕਾਜੀ ਨੂੰ ਬੁਲਾ ਕੇ ਸੁੰਨਤ ਕਰਕੇ ਗਊ ਦਾ ਮਾਸ ਖਿਲਾ ਕੇ, ਫਿਰ ਕਿਸੇ ਸੂਬੇ ਦਾ ਸੂਬੇਦਾਰ ਬਣਾ ਕੇ ਵਿਆਹ ਤੇਰੇ ਸੱਜ ਧਰ ਕੇ ਕਰੂੰ, ਉਹਨੂੰ ਸੂਬੇਦਾਰ ਬਣਾ ਦੂੰ ਮੈਂ, ਮੇਰੇ ਹੱਥ 'ਚ ਸਭ ਕੁਛ। ਉਹ ਜਿਹੜੀ ਬੇਗਮ ਦੀ ਗੋਲੀ ਸੀ, ਨੌਕਰਾਣੀ ਸੀ, ਜਿਹੜੀ ਉਹਦੀ ਹਰ ਵਕਤ ਸੇਵਾ ਕਰਦੀ ਸੀ, ਤੇ ਉਹ ਜਿਹੜਾ ਡਿਊਟੀਦਾਰ ਦੂਸਰਾ ਸੀ ਭਾਈ ਸੰਤ ਰਾਮ ਦੇ ਨਾਲ, ਉਹ ਸ਼ਾਦੀशुदा ਸੀ, ਉਹਦੇ ਘਰ ਵਾਲੀ ਸੀ ਉੱਥੇ, ਤੇ ਉਹਨੇ ਗੱਲ ਸੁਣ ਲਈ ਸਾਰੀ। ਉਹਨੇ ਆਪਣੇ ਪਤੀ ਨੂੰ ਦੱਸੀ ਵੀ ਤੇਰੇ ਨਾਲ ਜਿਹੜਾ ਸਿੱਖ ਨੌਕਰੀ ਕਰਦਾ ਹੈ, ਉਹਦੇ ਤਾਂ ਭਾਗ ਜਾ ਗਿਆ ਹੈ, ਕਿ ਆਹ ਕੁਛ ਹੋਇਆ। ਉਹ ਅਗਲੇ ਦਿਨ ਖੁਸ਼ ਹੋਇਆ, ਕਹਿੰਦਾ, ਭਰਾਵਾ ਤੈਨੂੰ ਮੁਬਾਰਕਾਂ ਹੋਣ। ਸਿੱਖ ਕਹਿੰਦਾ, ਕਾਹਦੀਆਂ ਮੁਬਾਰਕਾਂ? ਕਹਿੰਦਾ, ਵੀ ਬਸ ਮੁਬਾਰਕਾਂ ਐਸੀਆਂ ਨੇ, ਪਰ ਤੂੰ ਬਹੁਤ ਵੱਡੇ ਰੁਤਬੇ 'ਤੇ ਜਾਣ ਵਾਲਾ ਹੈ, ਸਾਡਾ ਗਰੀਬਾਂ ਦਾ ਵੀ ਖਿਆਲ ਰੱਖੀ, ਆਪਾਂ ਇਕੱਠਿਆਂ ਨੇ ਨੌਕਰੀ ਕੀ। ਉਹ ਕਹਿੰਦਾ, ਹੈ ਕੀ? ਦੱਸਦਾ ਸੀ। ਕਹਿੰਦਾ, ਦੱਸਦਾ ਵੀ ਹਿੰਦੁਸਤਾਨ ਦੇ 22 ਸੂਬੇ ਨੇ, ਜਿਹੜਾ ਕੁਛ ਉਹਨਾਂ ਸੂਬਿਆਂ ਨੂੰ ਨਹੀਂ ਮਿਲਿਆ ਤੈਨੂੰ ਮਿਲਣ ਲੱਗਿਆ। ਜਹਾਂਗੀਰ ਦੀ ਲੜਕੀ ਦੇ ਨਾਲ ਤੇਰੇ ਨਿਕਾਹ ਹੋ ਜਾਣੇ ਨੇ, ਤੇ ਕੱਲ੍ਹ ਨੂੰ ਤੈਨੂੰ ਮੁਸਲਮਾਨ ਬਣਾ ਕੇ ਇਹਨਾਂ ਨੇ ਆਪਣੇ ਧਰਮ 'ਚ ਸ਼ਾਮਲ ਕਰ ਲੈਣਾ। ਉਹ ਕਹਿਣ ਲੱਗਿਆ, ਤੂੰ ਮੁਬਾਰਕਾਂ ਦੇਣਾ? ਤੈਨੂੰ ਪਤਾ ਮੈਂ ਗੁਰੂ ਅਰਜਨ ਦੇਵ ਜੀ ਦਾ ਸਿੱਖ ਹਾਂ, ਸਾਨੂੰ ਅਮੁੱਲ ਧਰਮ ਦਾ ਕੋਈ ਮੁੱਲ ਨਹੀਂ। ਇਹ ਮੇਰਾ ਮੁੱਲ ਪਾਉਣ ਲੱਗੇ ਨੇ ਵੀ ਮੈਂ ਧਰਮ ਵੇਚਣ ਵਾਸਤੇ ਨਹੀਂ ਆਇਆ, ਗਰੀਬ ਜ਼ਰੂਰ ਹਾਂ। ਉਹ ਕਹਿੰਦਾ, ਮੂਰਖਤਾਈ ਨਾ ਕਰ। ਕਹਿੰਦਾ, ਨਹੀਂ ਕੰਚਨ ਸਿਉ ਪਾਈਆ ਨਹੀਂ ਤੋਰ, ਆਹ ਫੜ ਰਾਈਫਲ। ਰਾਤ ਨੂੰ ਇਹ ਡਿਊਟੀ 'ਤੇ ਜਿਉਂ ਭੱਜਾ ਉੱਥੋਂ, ਉਹ ਵਿਚਾਰਾ ਦਿਨੇ ਲੋਕੇ ਰਿਹਾ ਕਰੇ, ਰਾਤ ਨੂੰ ਸਫ਼ਰ ਕਰਿਆ ਕਰੇ, ਦਿਨ ਨੂੰ ਛੁਪੇ ਰਹਿਣਾ। ਕਿੱਥੇ ਪਸ਼ਾਵਰ, ਦਿੱਲੀ ਤੋਂ ਲੈ ਕੇ ਪਸ਼ਾਵਰ ਤੱਕ ਸਫ਼ਰ ਕੋਈ ਥੋੜ੍ਹਾ ਜਿਹਾ ਨਹੀਂ ਹੈ। ਉਧਰ ਜਹਾਂਗੀਰ ਨੂੰ ਇੰਨਾ ਗੁੱਸਾ ਲੱਗਿਆ ਵੀ ਮੇਰੀ ਧੀ ਦਾ ਰਿਸ਼ਤਾ ਠੁਕਰਾਇਆ, ਚੰਦੂ ਦੀ ਲੜਕੀ ਦਾ ਰਿਸ਼ਤਾ ਹੀ ਠੁਕਰਾਇਆ ਸੀ, ਕਿੱਥੇ ਤੱਕ ਕਲੇਸ਼ ਚੜਿਆ। ਉਹਨੇ ਹੁਲੀਆ, ਉਸ ਵੇਲੇ ਹੱਥੀਂ ਫੋਟੋ ਬਣਾਈ ਜਾਂਦੀ ਸੀ ਨੌਕਰਾਂ ਦੀ, ਸਾਰਿਆਂ ਦੀ, ਜਿੰਨੇ ਫੌਜ 'ਚ ਸਿਪਾਹੀ ਹੁੰਦੇ ਸਭ ਦੀਆਂ ਫੋਟੋ ਹੁੰਦੀਆਂ ਸੀ ਤਾਰੀਆਂ ਹੱਥ ਨਾਲ। ਹੁਲੀਆ ਤਾਂ ਹੈ ਹੀ ਸੀ, 22 ਸੂਬਿਆਂ ਕੋਲੋਂ ਭੇਜਤਾ, ਨਾਲ ਹੁਕਮ ਭੇਜਤਾ, ਇਹ ਕਾਫਰ ਮੇਰੀ ਧੀ ਦੇ ਰਿਸ਼ਤੇ ਨੂੰ ਠੁਕਰਾ ਕੇ ਆਇਆ, ਜੇ ਤਾਂ ਰਿਸ਼ਤਾ ਕਬੂਲ ਕਰੇ ਤਾਂ ਪਾਲਕੀ 'ਚ ਬਿਠਾ ਕੇ ਲਿਆਓ, ਕਿਉਂਕਿ ਮੇਰਾ ਜਵਾਈ ਹੈ ਹੁਣ ਇਹ, ਜੇ ਨਾ ਮੰਨੇ
ਤਾਂ ਮੇਰਾ ਹੁਕਮ ਹੈ ਕਿ ਇਹਦਾ ਸਿਰ ਵੱਢਿਆ ਹੋਇਆ ਮੇਰੇ ਦਰਬਾਰ 'ਚ ਪੇਸ਼ ਕੀਤਾ ਜਾਏ। ਹੁਣ ਸਿੱਖ ਹੋਰ ਸਾਰੇ ਥਾਵਾਂ ਤੋਂ ਸਾਰ ਸਕਦਾ ਹੈ, ਗੁਰਦੁਆਰੇ ਜਾਣ ਤੋਂ ਹਟ ਨਹੀਂ ਸਕਦਾ। ਉੱਥੇ ਧਰਮਸਾਲ ਸੀ ਪਿਸ਼ਾਵਰ ਵਿੱਚ, ਇਹ ਵਿਚਾਰਾ ਗਿਆ ਉੱਥੇ ਧਰਮਸਾਲ ਦੇ 'ਚ ਗੁਰਸਿੱਖਾਂ ਦੇ ਦਰਸ਼ਨ ਕਰੂੰ। ਉੱਥੇ CID ਬੈਠੀ ਸੀ, ਗੁਪਤਚਰ, ਉਹਨਾਂ ਨੇ ਹੁਲੀਆ ਦੇਖ ਕੇ ਉੱਥੇ ਦੇ ਸੂਬੇਦਾਰ ਕੋਲ ਖਬਰ ਕੀਤੀ। ਫੌਜ ਆਈ, ਘੇਰ ਲਿਆ, ਫੜ ਲਿਆ, ਬਾਹਰ ਲਿਆ ਕੇ ਉਹਦੇ ਗ੍ਰਿਫਤਾਰ ਕੀਤਾ। ਸੂਬੇਦਾਰ ਕਹਿਣ ਲੱਗਾ, ਜਿਹੜਾ ਪਿਸ਼ਾਵਰ ਦਾ ਸੀ, ਕਹਿੰਦਾ ਸਿੱਖਾ 22 ਸੂਬੇ ਤਰਸਦੇ ਨੇ ਜਿਹੜੇ ਅਹੁਦੇ ਨੂੰ, ਤੇਰੇ ਭਾਗ ਜਾਗਿਆ, ਤੂੰ ਕਿਉਂ ਨਹੀਂ ਕਬੂਲ ਕਰਦਾ? ਆ ਤੇਰੇ ਵਾਸਤੇ ਹੁਕਮ ਹੈ ਕਿ ਪਾਲਕੀ 'ਚ ਬਿਠਾ ਕੇ ਲੈ ਕੇ ਜਾਵਾਂਗੇ। ਜੇ ਗੁਨਾਹ ਆਪਣਾ ਕਬੂਲ ਹੈ, ਤੂੰ ਰਿਸ਼ਤਾ ਜਿਹੜਾ ਨਿਕਾਹ ਕਬੂਲ ਕਰ ਲੈ, ਇਹ ਗੁਨਾਹ ਜਿਹੜਾ ਕੀਤਾ ਮਾਫ ਕਰ ਦੂ ਬਾਦਸ਼ਾਹ। ਉਹ ਕਹਿੰਦਾ ਇਹ ਨਹੀਂ ਹੋ ਸਕਦਾ, ਮੈਨੂੰ ਆਪਣਾ ਧਰਮ ਪਿਆਰਾ ਹੈ, ਨਾ ਮੈਨੂੰ ਜਾਨ ਪਿਆਰੀ ਹੈ, ਨਾ ਮੈਨੂੰ ਇਹ ਵੱਡਾ ਰੁਤਬਾ ਪਿਆਰਾ ਹੈ। ਸਿੱਖ ਕਦੇ ਰੁਤਬਿਆਂ ਤੇ ਵਿਕਦਾ ਨਹੀਂ ਹੁੰਦਾ, ਜਿਹੜਾ ਵਿਕ ਜਾਏ ਉਹ ਸਿੱਖ ਵੀ ਨਹੀਂ ਹੁੰਦਾ। ਮੈਂ ਸਿੱਖ ਹਾਂ, ਸਿੱਖ ਵਿਕਦੇ ਨਹੀਂ, ਜਿਹੜੇ ਵਿਕਦੇ ਨੂੰ ਸਿੱਖ ਨਹੀਂ ਹੁੰਦੇ। ਸਿੱਖੀ ਲਿਬਾਸ ਦੇ ਵਿੱਚ ਪਖੰਡੀ ਲੋਕ ਜਾਂ ਫਿਰ ਦੁਰਾਚਾਰੀ ਲੋਕ ਸਿੱਖੀ ਲਿਬਾਸ ਪਾ ਕੇ ਤੁਰੇ ਫਿਰਦੇ ਆ। ਮੈਂ ਸਿੱਖ ਹਾਂ। ਕਹਿੰਦਾ ਫਿਰ ਮਰਨ ਲਈ ਤਿਆਰ ਹੋ ਜਾ, ਸਾਨੂੰ ਤਾਂ ਅਸੀਂ ਤਾਂ ਹੁਕਮ ਕਮਾਉਣਾ। ਕਹਿੰਦਾ ਮੈਂ ਤਿਆਰ। ਧਰਮ ਦੇ ਵਾਸਤੇ ਮਰਨ ਲਈ ਸਿੱਖ ਸਦਾ ਹੀ ਤਿਆਰ ਹੁੰਦਾ ਹੈ। ਦਰਿਆ ਸੀ ਉੱਥੇ, ਕਹਿੰਦਾ ਵੀ ਕੋਈ ਅੰਤਮ ਖਵਾਸ਼, ਕਹਿੰਦਾ ਹੈਗੀ। ਕੀ ਹੈ? ਕਹਿੰਦੇ ਅੰਤਮ ਖਵਾਸ਼ ਇਹ ਆ ਵੀ ਮੈਨੂੰ ਇਸ਼ਨਾਨ ਕਰਕੇ ਜਪਜੀ ਦਾ ਪਾਠ ਕਰ ਲੈਣ ਦਿਓ, ਇੱਕ ਸੁਖਮਨੀ ਸਾਹਿਬ ਦਾ ਪਾਠ ਕਰੂੰਗਾ ਵੀ ਉਹਨਾਂ ਚਿਰ। ਉਹ ਕਹਿੰਦੇ ਕਾਹਲੀ ਕੋਈ ਨਹੀਂ ਸਾਨੂੰ। ਇਸ਼ਨਾਨ ਕੀਤਾ, ਜਪਜੀ ਪੜ੍ਹਿਆ, ਸੁਖਮਨੀ ਸਾਹਿਬ ਪੜ੍ਹਿਆ। ਜਲਾਦ ਖੜੇ ਨੇ, ਜਲਾਦਾਂ ਨੂੰ ਕਹਿੰਦੇ ਵੀ ਇੱਕ ਕੰਮ ਕਰਿਓ, ਜਦ ਮੈਂ ਅਰਦਾਸ ਕਰਕੇ ਸਿਰ ਨੀਵਾਂ ਕਰੂੰਗਾ ਉਦੋਂ ਨਾ ਕਿਤੇ ਸਿਰ ਵੱਢ ਦਿਓ ਮੇਰਾ। ਉਹ ਮੈਂ ਗੁਰੂ ਨਾਨਕ ਦੇ ਚਰਨਾਂ 'ਚ ਸਿਰ ਝੁਕਾਉਣਾ। ਜਦੋਂ ਅਰਦਾਸ ਕਰਕੇ ਸਿਰ ਉੱਪਰ ਉਠਾਉਣਾ, ਫਿਰ ਤੁਸੀਂ ਮੇਰਾ ਸਿਰ ਵੱਢ ਲਿਓ। ਐਸਾ ਹੀ ਕੀਤਾ। ਜਲਾਦਾਂ ਨੇ ਉਹਦਾ ਸਿਰ ਸੀ, ਜਿਸ ਵੇਲੇ ਬਾਣੀ ਪੜ੍ਹ ਕੇ ਅਰਦਾਸ ਕਰਕੇ ਸਿਰ ਤਾਂ ਚੁੱਕਿਆ, ਸਿਰ ਵੱਢਿਆ, ਧਰਤੀ 'ਤੇ ਜਾ ਪਟਕਿਆ, ਸਿਰ ਨੂੰ ਸੰਭਾਲਿਆ। ਅਤੇ ਬਾਦਸ਼ਾਹ ਦਾ ਹੁਕਮ ਸੀ, ਉਹ ਤਾਂ ਲੈ ਕੇ ਪਿਆਦੇ ਉੱਧਰ ਤੁਰ ਪਏ ਦਿੱਲੀ ਨੂੰ। ਜਿਹੜੀ ਉਹਦੀ ਲਾਸ਼ ਸੀ ਇਹ ਦਰਿਆ 'ਚ ਰੋੜ ਦਿੱਤੀ। ਜਿਸ ਵੇਲੇ ਦਿੱਲੀ ਪਹੁੰਚਿਆ, ਉਹਨੇ ਦਰਬਾਰ ਲਾਇਆ। ਸਿੱਖ ਦਾ ਵੱਢਿਆ ਹੋਇਆ ਸਿਰ ਜਹਾਂਗੀਰ ਦੇ ਦਰਬਾਰ ਵਿੱਚ ਪੇਸ਼ ਹੋਇਆ। ਉਹਨੇ ਦੇਖ ਕੇ ਕਹਿੰਦਾ, ਯਾ ਖੁਦਾ, ਇਹ ਆਪਣੇ ਧਰਮ 'ਚ ਕਿੰਨੇ ਪੱਕੇ ਨੇ ਲੋਕ। ਸਾਰੇ ਦਰਬਾਂਚੀਆਂ ਨੂੰ ਦੱਸਿਆ ਵੀ ਦੇਖੋ, ਇਹਨੇ ਮੇਰੀ ਧੀ ਦਾ ਰਿਸ਼ਤਾ ਕਬੂਲ ਨਹੀਂ ਕੀਤਾ, ਸਿਰ ਵਢਾ ਲਿਆ। ਥਾਲੀ 'ਚ ਪਾਇਆ ਹੋਇਆ ਆਪਣੇ ਨੌਕਰ ਨੂੰ ਚੁਕਾ ਕੇ ਮਹਿਲਾਂ ਚਲਿਆ ਗਿਆ। ਮਹਿਲਾਂ ਜਾ ਕੇ ਬੇਗਮ ਨੂੰ ਕਹਿੰਦਾ, ਬੁਲਾ, ਕਹਿੰਦਾ ਮੇਰੀ ਧੀ ਨੂੰ। ਕਹਿੰਦਾ ਬੇਟੀ ਆ ਦੇਖ, ਇਹ ਕਾਫਰ ਲੋਕ ਇਹੋ ਜਿਹੇ ਨੇ, ਮੈਂ ਤੈਨੂੰ ਐਵੇਂ ਨਹੀਂ ਸੀ ਕਹਿੰਦਾ। ਆ ਦੇਖ, ਸਿਰ ਵਢਾ ਲਿਆ, ਪਰ ਮੁਸਲਮਾਨ ਬਣਨਾ ਨਹੀਂ ਕਬੂਲ ਨਹੀਂ ਕੀਤਾ। ਉਹ ਕੁੜੀ ਦੇ ਪੈਰਾਂ ਹੇਠ ਤੇ ਜ਼ਮੀਨ ਖਿਸਕ ਗਈ। ਧਰਮੀ ਸੀ, ਅੱਖਾਂ 'ਚ ਪਾਣੀ ਛਮ ਛਮ ਡਿੱਗੇ। ਕਹਿੰਦਾ ਪੁੱਤ ਰੋਂਦੀ ਕਿਉਂ ਹੈ? ਕਹਿੰਦੀ ਮੇਰਾ ਪਿਆਰ ਵੱਢਿਆ ਗਿਆ, ਮੇਰਾ ਸਿਦਕ ਵੱਢਿਆ ਗਿਆ। ਕਹਿੰਦੀ ਚੱਲ, ਕਹਿੰਦੀ ਸਿੱਖਾ ਤੂੰ ਧੰਨ ਹੈ, ਧਰਮ ਦੀ ਪਾਲਣਾ ਕੀਤੀ। ਮੈਂ ਆਪਣੀ ਚੋਣ ਕੀਤੀ ਸੀ, ਕਿਸੇ ਧਰਮੀ ਦੀ ਚੋਣ ਕੀਤੀ ਸੀ, ਮੈਂ ਗਲਤ ਚੋਣ ਨਹੀਂ ਕੀਤੀ। ਪਰ ਮੈਂ ਹੁਣ ਹੋਰ ਤਾਂ ਕੁਛ ਨਹੀਂ ਕਰ ਸਕਦੀ। ਹੇ ਖੁਦਾ, ਆਪਣੇ ਚਰਨਾਂ 'ਚ ਨਿਵਾਸ ਬਖਸ਼ੀ। ਜਦ ਐਂ ਕਹਿ ਕੇ ਹੱਥ ਲਾਉਣ ਲੱਗੀ, ਸਵਾ ਗਿੱਠ ਲਿਖਿਆ। ਉਹ ਥਾਲ ਦੇ ਜੋ ਸਵਾ ਗਿੱਠ ਕੱਟੇ ਹੋਏ ਸਿਰ ਨੇ ਛਾਲ ਮਾਰੀ, ਛਲਾਂਗ ਮਾਰੀ। ਜਹਾਂਗੀਰ ਦੇ ਪੈਰਾਂ ਹੇਠ ਤੇ ਜ਼ਮੀਨ ਖਿਸਕ ਗਈ। ਕਹਿੰਦਾ ਹੇ ਖੁਦਾ, ਇਹ ਕੀ ਹੋਇਆ? ਇਹ ਮਰਿਆ ਹੋਇਆਂ ਦੇ 'ਚ ਐਡੀ ਵੱਡੀ ਤਾਕਤ ਹੈ, ਧਰਤੀ ਨਾ ਫਟ ਜਾ ਕਿਤੇ। ਕਹਿੰਦਾ ਬੇਟੀ ਦੇਖ ਲਿਆ, ਇਹਨੇ ਜਿਉਂਦੇ ਨੇ ਤਾਂ ਕੀ ਬੀਰ ਕਰਨਾ, ਇਹ ਤਾਂ ਮਰਿਆ ਹੋਇਆ ਵੀ ਤੇਰਾ ਹੱਥ ਨਹੀਂ ਲੱਗਣ ਦਿੱਤਾ। ਹੜਕੋਨਿਆਂ ਦਾ ਰੋਂਦੀ ਰੋਂਦੀ ਬਾਦਸ਼ਾਹ ਦੀ ਧੀ ਕਹਿਣ ਲੱਗੀ, ਬਾਦਸ਼ਾਹ ਪਿਤਾ, ਤੇਰੀਆਂ ਅੱਖਾਂ ਦੇ ਉੱਤੇ ਸ਼ਰ੍ਹਾ ਦੀ ਪੱਟੀ ਬੰਨੀ ਹੋਈ ਹੈ, ਤੈਨੂੰ ਨਹੀਂ ਦਿਸੇਗਾ, ਮੇਰੀਆਂ ਅੱਖਾਂ ਦੁਆਰਾ ਦੇਖ ਕੀ ਹੈ। ਕਹਿੰਦਾ ਪੁੱਤ ਕੀ ਹੈ? ਉਸ ਵੇਲੇ ਉਹ ਵੀ ਡਰਿਆ ਹੋਇਆ ਸੀ। ਸਹਿਮ ਦਾ ਮਾਹੌਲ ਬਣਿਆ। ਕਹਿੰਦੀ ਗੱਲ ਇਹ ਹੈ ਵੀ ਜਿਉਂਦਿਆਂ ਜਿਉਂਦਿਆਂ ਇਹਨੇ ਮੈਨੂੰ ਕਬੂਲ ਨਹੀਂ ਕੀਤਾ, ਇਹਨੇ ਆਪਣਾ ਧਰਮ ਦੀ ਪਾਲਣਾ ਕੀਤੀ ਹੈ, ਤੇ ਹੁਣ ਮਰੇ ਹੋਏ ਦਾ ਧਰਮ ਜਿਹੜਾ ਖੁਦਾ ਪਾਲ ਰਿਹਾ ਹੈ, ਇਹ ਸ਼ਕਤੀ ਖੁਦਾ ਦੀ ਹੈ। ਇਹ ਸਾਰੀ ਸਾਖੀ 10ਵੇਂ ਗ੍ਰੰਥ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲਿਖੀ ਹੈ। ਨਹੀਂ ਤਾਂ ਅਗਲਾ ਕੋਈ ਵੱਡਿਆ ਵਾਸਤੇ ਰੱਖੇ ਜੀ ਕਿਵੇਂ ਟੱਪ। ਅੱਜ ਕੱਲ੍ਹ ਨਾਸਤਿਕਤਾ ਫੈਲੀ ਹੋਈ ਹੈ। ਕਲਗੀਧਰ ਪਾਤਸ਼ਾਹ ਦੇ ਬੋਲ ਨੇ, ਸਭਾ ਗਲਿਸ਼ਟ ਸਿਰ ਉਠਿਓ ਤਉ ਨਾ ਕਬੂਲੀ ਨਾਰ। ਇਸਤਰੀ ਨਹੀਂ ਕਬੂਲੀ, ਸਭਾ ਗਿੱਠ ਜਿਹੜਾ ਸਿਰ ਉੱਠਿਆ ਹੈ। ਇਸ ਕਰਕੇ ਅਮੁੱਲ ਧਰਮ ਉਹਨਾਂ ਗੁਰਸਿੱਖਾਂ ਦਾ
ਧਰਮ ਜਿਹੜਾ ਅਮੋਲਕ ਹੈ। ਸੁਧ ਜਬ ਤੇ ਹਮ ਤਰੀ ਬਚਨ ਗੁਰਦਏ ਹਮਾਰੇ, ਊਤ ਇਹ ਪ੍ਰਣਤ ਹੋਏ ਪ੍ਰਾਣ ਜਬ ਲਕੜ ਥਾਰੇ। ਨਿਜ ਨਾਰੀ ਕੇ ਸਾਥ ਨੇ ਹੋ ਤੋ ਨਿਤ ਬੜਾਈਓ, ਪਰ ਨਾਰੀ ਕਿਸੇ ਭੂਲ ਸੁਪਨੇ ਹੋ ਨਾ ਜਾਈਓ। ਹੋ ਪਰ ਤਨ ਪਾਹਣ ਤੁਲ ਤ੍ਰਿਆ ਪਰਮਾਤ ਹਮਾਰੇ। ਤੇ ਪਰਾਇਆ ਧਨ ਪੱਥਰ ਦੀ ਨਿਆਈ, ਪਰਾਈਆਂ ਇਸਤਰੀਆਂ ਵੱਡੀਆਂ ਮਾਵਾਂ, ਬਰਾਬਰ ਦੀਆਂ ਧੀਆਂ, ਬਰਾਬਰ ਦੀਆਂ ਭੈਣਾਂ, ਛੋਟੀਆਂ ਧੀਆਂ, ਇਹ ਮੰਨਣ ਦਾ ਹੁਕਮ ਹੈ। ਏਕਾ ਨਾਰੀ ਜਤੀ ਹੋਈ, ਪਰ ਨਾਰੀ ਧੀ ਭੈਣ ਬਖਾਣਾ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਤੇ ਇਸ ਕਰਕੇ ਭਾਈ ਗੁਰਦਾਸ ਨੇ ਹੋਰ ਵੀ ਬੜੀ ਜਗ੍ਹਾ ਲਿਖਿਆ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇੱਥੇ ਫਿਰ ਅਮੁੱਲ ਧਰਮ, ਇਹ ਨਿਰਮਲ ਪੰਥ ਦੇ ਵਿੱਚ ਜਿਹੜੇ ਨਿਯਮ ਬਣਾਏ ਨੇ ਉਹ ਵੀ ਅਮੋਲਕ ਹਨ, ਉਹਨਾਂ ਦਾ ਕੋਈ ਮੁੱਲ ਨਹੀਂ ਹੈ। ਜਾਂ 10ਵੇਂ ਜਾਮੇ ਦੇ ਅੰਦਰ ਮਹਾਰਾਜ ਨੇ 5 ਕਕਾਰ ਬਣਾਏ, ਉਹਨਾਂ ਦੀ ਰਹਿਤ ਦਿੱਤੀ। ਜਤ ਸਤ ਦੀ ਨਿਸ਼ਾਨੀ ਜਿਹੜੀ ਹੈ ਉਹ ਪੂਰਨ ਰੂਪ ਦੇ ਵਿੱਚ ਪਰਦਾ ਢਕਣ ਦਾ ਪ੍ਰਤੀਕ ਕਛਹਿਰਾ ਬਖਸ਼ਿਆ ਸਾਨੂੰ। ਤੇ ਕਕਾਰ ਅਮੋਲਕ ਨੂੰ, ਇਹ ਧਰਮ ਸਾਡਾ ਧਰਮ ਅਮੋਲਕ ਹੈ, ਅਮੁੱਲ ਧਰਮ, ਇਹਦਾ ਕੋਈ ਮੁੱਲ ਨਹੀਂ। ਸਿੱਖੀ ਧਰਮ ਸਭ ਤੋਂ ਵੱਡਾ ਹੈ, ਖਾਲਸਾ ਧਰਮ ਸਭ ਤੋਂ ਵੱਡਾ ਹੈ। ਇਹਦੇ ਸਾਰੇ ਕਿਰਪਾਨ ਵਹਨਧਾਰੀਆਂ ਕਰੋੜ ਪਾਪਟਾਰੀਆਂ। ਕਿਰਪਾਨ ਐਵੇਂ ਨਹੀਂ, ਗੁਰੂ ਦੀ ਕਿਰਪਾ ਜਿਹੜੀ ਤੁਹਾਡੇ ਗਾਸਰੇ ਪਾਈ ਹੈ, ਮੇਰੇ ਪਾਈ ਹੈ। ਇਹਦਾ ਸਤਿਕਾਰ ਰੱਖਣਾ, ਕਿਰਪਾਨ ਦਾ ਜਿਵੇਂ ਪੋਥੀਆਂ ਦਾ ਰੱਖਦੇ ਆ, ਝੂਠੇ ਮਿਠਾਸ ਨਾ ਲੱਗਣ ਦੇਣਾ, ਇਹਦੇ ਬੜੇ ਬੜੇ ਕਰਤੱਵ ਹਨ। ਤੇ ਕਛਹਿਰਾ ਅੰਗਰੇਜ਼ ਦਾ ਰਾਜ ਸੀ ਆਪਣੇ ਹਿੰਦੁਸਤਾਨ ਵਿੱਚ। ਤੇ ਸਮਾਂ ਆਇਆ, ਇੱਕ ਐਸਾ ਭਾਣਾ ਵਰਤਿਆ ਤੇ ਇੱਕ ਬੀਬੀ ਦੀ ਲਾਸ਼ ਦਰਿਆ ਦੇ ਵਿੱਚੋਂ, ਨਹਿਰ ਦੇ ਵਿੱਚੋਂ ਪਾਣੀ ਦੇ ਵਿੱਚ ਤੈਰਦੀ ਸੀ। ਥਾਣੇਦਾਰ ਸੀ ਜਿਹੜਾ, ਉਹ ਬੀਬੀ ਮਰੀ ਕਿਵੇਂ ਜਾਂ ਮਾਰੀ ਕਿਵੇਂ ਗਈ ਇਹਦਾ ਤਾਂ ਨਹੀਂ ਮਿਲਦਾ ਹੈ। ਉਹ ਥਾਣੇਦਾਰ ਸੀ ਪਠਾਨ। ਇਹ ਪਤਾ ਲੱਗਿਆ ਉਸ ਵੇਲੇ ਕਤਲ ਨਹੀਂ ਸੀ ਕੋਈ ਹੁੰਦਾ, ਤੇ ਇੱਕ ਮਰ ਜਾਏ, ਕਿਤੇ ਕੋਈ ਮਾਰਿਆ ਜਾਵੇ, 100 ਕੋਹਾਂ ਤੱਕ ਗੱਲਾਂ ਹੁੰਦੀਆਂ ਸੀ, ਬੰਦਾ ਮਾਰਿਆ ਗਿਆ ਜੀ ਫਲਾਣੇ ਤੋਂ। ਹੁਣ ਤਾਂ ਕੁੱਤੇ ਜੀ ਨਹੀਂ ਕਦਰ ਨਹੀਂ ਬੰਦੇ ਦੀ। ਤੇ ਦਰਿਆ ਦੇ ਵਿੱਚੋਂ ਲਾਸ਼ ਕੱਢੀ ਗਈ। ਥਾਣੇਦਾਰ ਸੀ ਧਰਮੀ। ਉਹ ਥਾਣੇਦਾਰ ਕਹਿੰਦਾ ਭਾਈ ਵੀ ਪਹਿਲਾਂ ਇਹਦੇ ਤੇ ਨਾ ਕੱਪੜਾ ਪਾ ਦਿਓ, ਫਿਰ ਉਨਾ ਚਿਰ ਮੈਂ ਕਿਸੇ ਬੀਬੀ ਦਾ ਨੰਗ ਨਹੀਂ ਦੇਖ ਸਕਦਾ, ਮੇਰਾ ਧਰਮ ਹੈ ਇਹ। ਐਡਾ ਐਡਾ ਧਰਮੀ ਸੀ ਪੁਲਿਸ ਵਾਲਾ। ਤੇ ਹੁਣ ਵਾਲੇ ਕੀ ਕਰਦੇ ਹੈ, ਤੇ ਉਹ ਜਿਹੜੇ ਹੇਠਾਂ ਅਫਸਰ ਸੀ ਉਹ ਥਾਣੇਦਾਰ ਨੂੰ ਕਹਿੰਦੇ ਜਨਾਬ ਇਹਦੇ ਤੇ ਪਰਦਾ ਪਾਉਣ ਦੀ ਲੋੜ ਨਹੀਂ। ਕਹਿੰਦੇ ਕਿਉਂ? ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਪੱਕਾ ਹੀ ਪਰਦਾ ਪਾਇਆ ਹੋਇਆ ਹੈ। ਕਹਿੰਦਾ ਹੈਂ? ਕਹਿੰਦੇ ਹਾਂ। ਕਹਿੰਦੇ ਮਤਲਬ? ਕਹਿੰਦੇ ਬੀਬੀ ਜੀ ਲੱਕ ਕਛਹਿਰਾ ਹੈ, ਇਹਦਾ ਪਰਦਾ ਜਿਹੜਾ ਕਲਗੀਧਰ ਪਾਤਸ਼ਾਹ ਨੇ ਕਜਿਆ ਹੋਇਆ। ਉਸੇ ਵੇਲੇ ਖੜ ਕੇ ਪਠਾਨ ਦੇ ਅੱਖਾਂ 'ਚ ਪਾਣੀ ਆ ਗਿਆ। ਕਹਿੰਦਾ ਹੇ ਗੁਰੂ ਗੋਬਿੰਦ ਸਿੰਘ ਜੀ, ਤੂੰ ਧੰਨ ਹੈ, ਧੰਨ ਤੇਰਾ ਧਰਮ ਹੈ, ਅਮੁੱਲ ਧਰਮ। ਤੂੰ ਜਿਉਂਦਿਆਂ ਦੇ ਤਾਂ ਪੜਦੇ ਜਤ ਸਤ ਦੀ ਨਿਸ਼ਾਨੀ ਦਿੱਤੀ ਹੈ ਸਿੱਖਾਂ ਨੂੰ, ਤੇ ਤੇਰਾ ਪੜਦਾ ਮਰਿਆਂ ਦੇ ਵਿੱਚ ਕੱਜਦਾ ਹੈ। ਹੇ ਖੁਦਾ ਮੈਨੂੰ ਮਾਫ ਕਰ ਦੇ, ਮੈਂ ਅੱਜ ਆਪਣਾ ਧਰਮ ਬਦਲ ਕੇ ਇਸ ਮਰੀ ਹੋਈ ਬੀਬੀ ਦੇ ਕਛਹਿਰੇ ਤੋਂ ਮੈਂ ਸਿੱਖਿਆ ਲੈ ਕੇ, ਉਹਨੇ ਜਾ ਕੇ ਆਪਣੇ ਘਰਵਾਲੀ ਨੂੰ, ਪਠਾਣੀ ਨੂੰ ਤੇ ਆਪਣੀ ਧੀ ਨੂੰ, ਆਪਣੇ ਪਰਿਵਾਰ ਨੂੰ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ। ਕਹਿੰਦਾ ਜਿਹੜਾ ਮਰਿਆਂ ਦੇ ਪੜਦੇ ਕਜਾ ਉਹਦੀ ਸਿੱਖੀ ਕਮਾਉਣੀ ਹੈ, ਅਮੁੱਲ ਧਰਮ। ਤੇ ਇਸੇ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਕਿੰਨੀਆਂ ਕੁ ਸੁਣਾਈਆਂ ਜਾਣ। ਜਦੋਂ ਸੰਨ 47 ਦਾ ਹੱਲਾ ਪਿਆ, ਉਹਦੀ ਇੱਕ ਘਟਨਾ ਹੈ ਜਿਉਂਦੀ ਜਾਗਦੀ ਮਿਸਾਲ। ਅਮੁੱਲ ਧਰਮ ਇਹਦੇ 'ਤੇ ਵਿਚਾਰ ਹੈ। ਪਾਕਿਸਤਾਨ ਦੇ ਵਿੱਚੋਂ ਜਿਹੜੇ ਸਿੱਖ ਭਰਾ ਆਪਣੇ ਆਏ, ਇੱਕ ਪਰਿਵਾਰ ਮੁਸਲਮਾਨਾਂ ਨੇ ਇੱਕ ਇੱਕ ਕਰਕੇ ਕੋਹ ਕੇ ਮਾਰ ਦਿੱਤਾ। ਵੱਡੇ ਪਰਿਵਾਰ ਦੀ ਇੱਕੋ ਹੀ ਘਰਾਣੇ ਦੀ ਧੀ ਜਿਉਂਦੀ ਰਹੀ, ਪਤਾ ਨਹੀਂ ਕਿਵੇਂ ਵਿਚਾਰੀ ਬਚੀ, ਆਪਣੀ ਜਾਨ ਬਚਾ ਕੇ। ਮਰੇ ਹੋਏ ਪਰਿਵਾਰ ਦਾ, ਮਾਤਾ ਪਿਤਾ ਦਾ, ਭੈਣ ਭਰਾਵਾਂ ਦਾ, ਆਪਣੇ ਉਜੜੇ ਹੋਏ ਘਰ ਦਾ ਦੁੱਖ ਲੈ ਕੇ ਸੀਨੇ ਦੇ ਵਿੱਚ ਅੱਜ ਇਕੱਲੀ ਦੌੜੀ ਜਾ ਰਹੀ ਹੈ। ਤੇ ਉਧਰ ਮੁਸਲਮਾਨਾਂ ਦੀ ਮਿਲਟਰੀ ਆ ਗਈ। ਉਹ ਮਿਲਟਰੀ ਦੇ ਅਫਸਰ ਦੇ ਨਿਗਾਹ ਪਈ, ਸੋਹਣੀ ਸੁਨੱਖੀ ਸੁੰਦਰ ਨੌਜਵਾਨ ਬੀਬੀ, ਅੰਮ੍ਰਿਤਧਾਰੀ, ਕਕਾਰ ਪਹਿਨੇ ਹੋਏ, ਗਾਤਰੇ ਕਿਰਪਾਨ ਹੈ ਪੁਰ ਦੀ। ਇਹਦਾ ਮਨ ਉਹਦੇ 'ਤੇ ਬੇਈਮਾਨ ਹੋ ਗਿਆ। ਉਹਦਾ ਪਿੱਛਾ ਕੀਤਾ, ਬੀਬੀ ਮੂਹਰੇ ਭੱਜ ਲਈ। ਉਹ ਫੌਜ ਦੇ ਜਿਹੜੇ ਦਸਤਾ ਸੀ ਉਹ ਦੂਏ ਪਾਸੇ ਨੂੰ ਵੀ ਘੇਰਾ ਪਾਉਨੇ ਆ। ਇਹ ਅਫਸਰ ਘੋੜੇ ਦੇ ਉੱਤੇ ਰਾਈਫਲ ਨਾਲ ਟੰਗੀ ਹੋਈ ਹੈ, ਬੀਬੀ ਦਾ ਪਿੱਛਾ ਕਰਦਾ ਜਾ ਰਿਹਾ ਇਕੱਲਾ ਹੀ। ਉਹ ਬੀਬੀ ਇੱਕ ਜੰਗਲ ਦੇ ਵਿੱਚ ਗੂੜੇ ਦਰਖਤ ਸੀ, ਉਹਨਾਂ ਦੇ ਵਿੱਚ ਛੰਭ 'ਚ ਜਾ ਬੜੀ। ਇਹ ਮਗਰੇ ਪੈੜ ਦੱਬਦਾ ਚਲਾ ਗਿਆ। ਇਹ ਘੋੜੇ 'ਤੇ ਆ, ਬੀਬੀ ਕਿੰਨਾ ਕੁ ਭੱਜ ਸਕਦੀ?
ਤੇ ਰਫਲ ਟੰਗੀ ਹੋਏ ਘੋੜੇ ਤੋਂ ਹੇਠਾਂ ਉਤਰਿਆ ਤੇ ਬੀਬੀ ਨੇ ਵੀ ਆਪਣਾ ਮਨ ਬਣਾ ਲਿਆ। ਇਹ ਗਾਤਰੇ ਦੇ ਉੱਤੇ ਆ ਜਿਹੜੀ ਤੁੱਕੀ ਲੱਗੀ ਆ, ਇਹ ਪਹਿਲਾਂ ਹੀ ਖੋਲ੍ਹ ਲਈ ਬੀਬੀ ਨੇ ਵੀ ਹੁਣ ਇਹ ਕੰਮ ਆਊਗੀ ਕਿਰਪਾਨ। ਉਹਨੂੰ ਨਹੀਂ ਪਤਾ ਲੱਗਿਆ, ਉਹਦੇ ਨੇੜੇ ਆਇਆ, ਕਹਿੰਦਾ ਹੁਣ ਭੱਜ ਲੈ, ਕਿੱਥੇ ਭੱਜੇਂਗੀ? ਕਹਿੰਦੀ ਮੈਂ ਕਿੱਥੇ ਭੱਜਣਾ, ਮੈਂ ਤੇਰੇ ਸਾਹਮਣੇ ਖੜੀ ਹਾਂ। ਤੇ ਪਹਿਲਾਂ ਜ਼ਮਾਨ ਨਾਲ ਕਿਹਾ ਕੁਛ, ਉਹ ਕਹਿੰਦੀ ਇਹ ਨਹੀਂ ਹੋ ਸਕਦਾ, ਜਿੱਥੇ ਟੱਬਰ ਮਰ ਗਿਆ ਮੇਰਾ ਮਾਰਤਾ, ਤੁਸੀਂ ਮੈਨੂੰ ਮਾਰ ਦਿਓ, ਤੇਰੇ ਕੋਲ ਰਫਲ ਹੈ ਗੋਲੀ ਮਾਰ ਦੇ, ਪਰ ਮੇਰਾ ਧਰਮ ਨਾ ਵਿਗਾੜ। ਕਹਿੰਦਾ ਨਹੀਂ, ਤੈਨੂੰ ਜਿਉਂਦੀ ਰੱਖਣਾ, ਬੇਗਮ ਬਣਾਉਂਗਾ ਆਪਣੀ। ਉਸੇ ਵੇਲੇ ਕਲਗੀਧਰ ਪਾਤਸ਼ਾਹ ਦਾ ਧਰਿਆ ਧਿਆਨ, ਉਹ ਕਾਮ 'ਚ ਅੰਨਾ ਹੋਇਆ ਸੀ, ਕਿਰਪਾਨ ਕੱਢੀ, ਕਿਰਪਾਨ ਕੱਢ ਕੇ ਐਸੇ ਮਾਰੀ, ਉਹਦਾ ਪੇਟ ਪਾੜ ਕੇ ਰੱਖ ਦਿੱਤਾ ਤੇ ਦਿਲ ਨੂੰ ਟੁੰਬ ਗਈ ਕਿਰਪਾਨ, ਅਲੱਦ ਕੇ ਹੇਠਾਂ ਛੱਡ ਦਿੱਤਾ। ਕਿਰਪਾਨ ਖੂਨ ਨਾਲ ਖਾਪ ਕਰਕੇ ਉਹਦੇ ਕੱਪੜਿਆਂ ਨਾਲ ਗਾਤਰੇ ਪਾਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਤੇਰੇ ਕਕਾਰ ਨੇ ਅਮੁੱਲ ਧਰਮ, ਤੇਰਾ ਅਮੋਲਕ ਧਰਮ, ਤੇਰੇ ਕਕਾਰ ਧੰਨ। ਐਡੀ ਫੁਰਤੀ ਕੀਤੀ, ਉਹਦੇ ਮਰੇ ਦੇ ਕੱਪੜੇ ਲਾਹ ਦਿੱਤੇ। ਕੱਪੜੇ ਲਾਹ ਕੇ ਬੀਬੀ ਨੇ ਉਹ ਵਰਦੀ ਪਹਿਨ ਲਈ, ਵਰਦੀ ਪਹਿਨ ਕੇ ਘੋੜੇ ਦੇ ਉੱਤੇ ਚੜ੍ਹ ਗਈ। ਘੋੜੇ ਦੇ ਚੜ੍ਹ ਕੇ ਘੋੜੇ ਨੂੰ ਮਾਰੀ ਅੱਡੀ, ਭਜਾ ਕੇ ਘੋੜਾ ਦੌੜ ਸੱਟ। ਕਲਗੀਧਰ ਪਾਤਸ਼ਾਹ ਨੇ, ਜਿਹੜਾ ਧਰਮ ਦੀ ਪਾਲਣਾ ਕਰਦਾ ਹੈ, ਪਰਮਾਤਮਾ ਉਹਦੀ ਪਾਲਣਾ ਕਰਦਾ ਹੈ। ਉਧਰ ਦੂਸਰੇ ਪਾਸੇ ਵੀ ਜਿਹੜੀ ਹਿੰਦੁਸਤਾਨ ਦੀ ਮਿਲਟਰੀ ਸੀ, ਇਹ ਮਿਲ ਗਈ। ਇਹਨੇ ਜਾ ਕੇ ਉੱਤੇ ਤੇ ਕਿਹਾ ਵੀ ਮੈਂ ਕੋਈ ਗੈਰ ਨਹੀਂ ਹਾਂ, ਔਰ ਮੈਂ ਸਿਪਾਹੀ ਨਹੀਂ, ਮੈਂ ਬੀਬੀ ਹਾਂ, ਆਪਣਾ ਧਰਮ ਬਚਾਉਣ ਵਾਸਤੇ ਆਹ ਕੁਛ ਹੋਇਆ। ਉਹਨਾਂ ਨੇ ਜਕਾਰੇ ਛੱਡੇ, ਅਕਾਲ ਤਖਤ ਸਾਹਿਬ 'ਤੇ ਲੈ ਕੇ ਆਏ। ਉੱਥੇ ਦੀਵਾਨ ਸੱਜਿਆ ਵੱਡਾ, ਹਰਿਮੰਦਰ ਸਾਹਿਬ ਮੱਥਾ ਟੇਕਿਆ, ਬੀਬੀ ਨੂੰ ਉੱਥੇ ਸੰਗਤ ਦੇ 'ਚ ਖੜਿਆਂ ਕੀਤਾ, ਔਰ ਉੱਥੇ ਸਾਰੀ ਵਾਰਤਾ ਸੁਣਾਈ। ਕਹਿੰਦੀ ਖਾਲਸਾ ਜੀ, ਆਹ ਗਾਤਰੇ ਵਾਲੀ ਕਿਰਪਾਨ ਨੇ ਮੇਰੀ ਜਾਨ ਵੀ ਬਚਾਈ ਤੇ ਮੇਰਾ ਧਰਮ ਵੀ ਬਚਾਇਆ ਹੈ। ਇਸ ਕਰਕੇ ਖਾਲਸਾ ਧਰਮ ਵਰਗਾ ਕੋਈ ਧਰਮ ਨਹੀਂ, ਮੁੱਲ ਧਰਮ ਹੈ। ਇਸ ਧਰਮ ਦੀ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਸੋ ਇਸ ਕਰਕੇ ਅਮੁੱਲ ਦੀਵਾਨ ਸਿੱਖਾਂ ਦੇ ਤਾਂ ਹੀ ਸਤਿਗੁਰੂ ਮਹਾਰਾਜ ਨੇ ਦੀਵਾਨ ਆਸਰਾ ਦਿੱਤਾ ਹੈ। ਹੁਣ ਬੀਬੀ ਨੂੰ ਆਸਰਾ ਹੀ ਦਿੱਤਾ ਨਾ, ਨਿਸ਼ਚਾ ਦਿੱਤਾ ਹੈ, ਆਸਰਾ ਦਿੱਤਾ ਹੈ, ਬਾਣੀ ਦਿੱਤੀ ਹੈ। ਐਸਾ ਫਰਮਾਨ ਹੈ, ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ। ਤੋ ਇਸ ਕਰਕੇ ਨਿਸ਼ਚਾ ਦਿੱਤਾ ਜਿਹੜਾ ਸਤਿਗੁਰੂ ਨੇ ਲੋਕ ਪਰਲੋਕ ਦੇ ਵਿੱਚ ਜਮ ਤੇ ਰਾਖੈ ਦੇ ਕਰ ਹਾਥ। ਗੁਰਸਿੱਖਾਂ ਜਿਹੜਾ ਤੁਰਿਆ ਪਾਦਾ ਦੀਵਾਨ ਆਸਰਾ ਦਿੱਤਾ ਹੈ, ਇਹ ਵੀ ਅਮੋਲਕ ਹੈ, ਇਹਦਾ ਵੀ ਕੋਈ ਮੁੱਲ ਨਹੀਂ ਹੈ। ਅਮੁੱਲ ਤੁਲ ਅਮੁੱਲ ਪ੍ਰਵਾਨ। ਆਤਮਾ ਦੀ ਵਿਚਾਰ ਰੂਪ ਤੱਕੜੀ ਜੋ ਸਤਿਗੁਰਾਂ ਨੇ ਸਿੱਖਾਂ ਨੂੰ ਬਖਸ਼ੀ ਹੈ, ਦਿੱਤੀ ਹੈ, ਇਹ ਵੀ ਅਮੋਲਕ ਹੈ। ਇਹਦੇ ਨਾਲ ਅਨਾਤਮਾ ਪਦਾਰਥਾਂ ਨੂੰ ਤਿਆਗਣਾ, ਬਰਮ ਵਿਦਿਆ ਸਹਿਤ ਬੁੱਧੀ ਰੂਪ ਤਰਾਜੂ ਜੋ ਸਤਿਗੁਰਾਂ ਨੇ ਗੁਰਸਿੱਖਾਂ ਨੂੰ ਬਖਸ਼ਿਆ ਹੈ ਤੇ ਦੇਣਾ ਕੀਤਾ ਹੈ। ਅਮੁੱਲ ਪ੍ਰਵਾਨ, ਜਿਹੜਾ ਸਿੱਖਾਂ ਦਾ ਗੁਰੂ ਸਾਹਿਬ ਦੇ ਉੱਤੇ ਦਰ ਦੇ ਉੱਤੇ ਪ੍ਰਵਾਨ ਹੋਣਾ ਹੈ, ਪ੍ਰਵਾਨ ਨਹੀਂ ਕੋ, ਇਹ ਬੱਟਾ ਹੈ ਉਸ ਤੱਕੜੀ ਦਾ, ਇਹ ਵੀ ਅਮੋਲਕ ਹੈ, ਇਹ ਵੀ ਅਮੋਲਕ ਹੀ ਬਖਸ਼ਿਆ। ਅਮੁੱਲ ਬਖਸ਼ੀਸ ਅਮੁੱਲ ਨੀਸਾਨ। ਉਸ ਵਾਹਿਗੁਰੂ ਦੀ ਜਿਹੜੀ ਬ੍ਰਹਮ ਗਿਆਨ ਦੀ ਬਖਸ਼ਿਸ਼ ਹੈ ਗੁਰਸਿੱਖਾਂ ਨੂੰ ਕੀਤੀ ਹੈ, ਇਹ ਵੀ ਕਿਤੋਂ ਮੁੱਲ ਨਹੀਂ ਮਿਲਦੀ। ਇਹ ਬਖਸ਼ਿਸ਼ ਵੀ ਅਮੋਲਕ ਹੈ, ਅਮੁੱਲ ਨੀਸਾਨ। ਜਿਹੜਾ ਸਤਿਗੁਰੂ ਜੀ ਨੇ ਸਰਵ ਵਿਆਪਕ ਪਰਮਾਤਮਾ ਨੂੰ ਹਿਰਦੇ ਵਿੱਚ ਨਿਸ਼ਾਨ ਪ੍ਰਗਟ ਦੇਣਾ, ਪ੍ਰਗਟ ਕਰ ਦੇਣਾ ਗੁਰਸਿੱਖਾਂ ਦੇ, ਇਹ ਵੀ ਅਮੋਲਕ ਹੈ। ਜੋ ਸਤਿਗੁਰਾਂ ਨੇ ਕਿਰਪਾ ਕਰਕੇ ਲੱਖ ਅਰਥ ਰੂਪ ਨੂੰ ਨਿਸ਼ਾਨ ਪ੍ਰਗਟ ਕਰ ਦੇਣਾ, ਇਹ ਵੀ ਅਮੋਲਕ ਹੈ, ਜਿਸਾ ਪ੍ਰਵਾਨ ਕੀਤਾ। ਕਹੋ ਕਬੀਰ ਜੇ ਕਿਰਪਾ ਧਾਰੈ ਦੇ ਸੱਚਾ ਨਿਸ਼ਾਨਾ। ਜੋ ਕੀਰਤਨ ਕਰਨਾ, ਸਿਮਰਨ ਕਰਨਾ, ਭਾਣਾ ਮੰਨਣਾ, ਨਾਮ ਜਪਣਾ ਜਪਾਉਣਾ, ਪ੍ਰੇਮਾ ਭਗਤੀ ਕਰਨੀ, ਸਾਧ ਸੰਗਤ ਕਰਨੀ, ਲਿਵ ਲਾਉਣੀ, ਇਹ ਧਰਮ ਦੇ ਅੰਤਰੀਵ ਨਿਸ਼ਾਨ ਚਿੰਨ੍ਹ ਇਹ ਵੀ ਬੜੇ ਅਮੋਲਕ ਹਨ। ਅਮੁੱਲ ਕਰਮ ਅਮੁੱਲ ਫਰਮਾਨ। ਸਤਿਗੁਰੂ ਜੀ ਜੋ ਸਿੱਖਾਂ ਨੂੰ ਨਾਮ ਜਪਣ ਤੇ ਜਪਾਉਣ ਰੂਪ ਨਿਸ਼ਕਾਮ ਸੇਵਾ ਕਰਨਾ, ਇਸ ਨਿਸ਼ਕਾਮ ਸੇਵਾ ਕਰਨ ਰੂਪ ਕਰਮ ਦੱਸਦੇ ਨੇ, ਇਹਨਾਂ ਦਾ ਵੀ ਕੋਈ ਮੁੱਲ ਨਹੀਂ। ਗੁਰੂ ਜੀ ਨੇ ਸੇਵਾ ਜੋ ਸਿੱਖਾਂ ਨੂੰ ਬਖਸ਼ੀ ਹੈ, ਭਾਈ ਗੁਰਦਾਸ ਨੇ ਇੱਥੋਂ ਤੱਕ ਕਹਿ ਦਿੱਤਾ, ਬਿਨ ਸੇਵਾ ਤਿਰਗ ਹੱਥ ਪੈਰ ਹੋਰ ਨੇ ਫਲ ਕਰਨੀ। ਔਰ ਜਿਹੜੇ ਸੇਵਾ ਕਰਦੇ ਨੇ, ਇੰਦਰਪੁਰੀ ਲਖ ਰਾਜ ਨੀਰ ਭਰਾਵਣੇ, ਲਖ ਸੁਰਗ ਸਿਰ ਤਾਜ ਗਲਾ ਪਿਹਾਵਣੇ, ਰਿੱਧ ਸਿੱਧ ਨਿੱਧ ਲਖ ਸਾਜ ਚੁੱਲ ਝੁਕਾਵਣੇ, ਸਾਧ ਗਰੀਬ ਨਵਾਜ ਗਰੀਬੀ ਆਵਣੇ, ਅਨਹਦ ਸ਼ਬਦ ਅਗਾਜ ਬਾਣੀ ਗਾਵਣੇ। ਇਹਦੇ 'ਚ ਸੇਵਾ ਦਾ ਮਹਾਤਮ ਤੇ ਕੀਰਤਨ ਕਰਨ ਦਾ ਮਹਾਤਮ ਕਿਹਾ ਹੈ। ਹੁਣ ਇਹਦੇ ਅਰਥ ਕਰਨ ਦਾ ਸੰਬੰਧ ਵੀ ਆਪਾਂ ਪ੍ਰਮਾਣਾਂ ਦੇ ਵੀ ਅਰਥ ਕਰੀਏ, ਪ੍ਰਮਾਣ ਦਿੱਤਾ ਹੈ। ਤੇ ਅਮੁੱਲ ਕਰਮ ਅਮੁੱਲ ਫਰਮਾਨ,
ਸਤਿਗੁਰੂ ਜੀ ਸਿੱਖਾਂ ਨੂੰ ਸੇਵਾ ਸਿਮਰਨ ਦਾ ਫਰਮਾਨ ਬਖਸ਼ਿਆ ਹੈ। ਸਿੱਖੋ ਤੂੰ ਨਿਸਕਾਮ ਸੇਵਾ ਕਰ, ਜਿਹਦੇ ਨਾਲ ਤੇਰੀ ਕਲਿਆਣ ਹੋਏਗੀ। ਇਹ ਵੀ ਅਮੋਲਕ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਅੱਗੇ ਦੱਸਦੇ ਨੇ, ਅਮੁੱਲ ਅਮੁੱਲ ਆਖਿਆ ਨਾ ਜਾਏ। ਸਤਿਗੁਰੂ ਹੀ ਕਹਿੰਦੇ ਨੇ, ਉਚਾਰਨ ਕਰਦੇ ਨੇ। ਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤਾ ਹੋਇਆ ਜਿਹੜਾ ਨਾਮ ਹੈ, ਵਾਹਿਗੁਰੂ ਸਰੂਪ ਵੀ ਅਮੋਲਕ ਹੈ। ਕੰਚਨ ਸਿਉ ਪਾਈ ਅਨੀ ਨੂੰ ਮਨ ਦੇ ਰਾਮ ਲਿਆ ਹੈ ਮੋਲ। ਸ਼ਕਤੀ ਬਿਰਤੀ ਕਰਕੇ ਉਹ ਕਿਹਾ ਨਹੀਂ ਜਾ ਸਕਦਾ। ਗੁਰੂ ਜੀ ਦਾ ਸਰੂਪ ਇੰਨਾ ਅਮੋਲਕ ਹੈ, ਜਿਹਦਾ ਮੁੱਲ ਕੋਈ ਨਹੀਂ, ਕਿਸੇ ਪ੍ਰਕਾਰ ਉਹ ਆਖਿਆ ਨਹੀਂ ਜਾ ਸਕਦਾ। ਤੇ ਇਸ ਕਰਕੇ ਆਖ 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 ਰਹੇ ਲਿਵ ਲਾਏ। ਸਤਿਗੁਰੂ ਜੀ ਦੁਆਰਾ ਦਿੱਤੇ ਹੋਏ ਨਾਮ ਨੂੰ ਗੁਰਸਿੱਖ ਆਖ ਆਖ ਕਹਿ ਕਹਿ ਕੇ ਨਾਮ ਦਾ ਸਿਮਰਨ ਅਭਿਆਸ ਕਰ ਕਰਕੇ ਲਿਵ ਵਿਰਤੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੋੜ ਰਹੇ ਨੇ। ਆਖ ਆਖਣੇ ਯੋਗ ਵਾਹਿਗੁਰੂ ਦੇ ਨਾਮ ਨੂੰ ਲਖਣਾ ਬਿਰਤੀ ਦੁਆਰਾ ਆਖ ਕਹਿ ਕੇ ਲਿਵ ਬਿਰਤੀ ਲਾ ਰਹੇ ਨੇ। ਤੇ ਪਿੱਛੇ ਲਿਵ ਲਾਉਂਦੇ ਸੀ ਤੇ ਅੱਗੇ ਨੂੰ ਲਿਵ ਲਾਉਂਦੇ ਰਹਿਣਗੇ, ਅੱਗੇ ਵਾਸਤੇ ਵੀ ਲਿਵ ਲਾਉਂਦੇ ਰਹਿਣਗੇ। ਆਖਹਿ ਵੇਦ ਪਾਠ ਪੁਰਾਣ। ਚਾਰੇ ਵੇਦ 18 ਪੁਰਾਣਾਂ ਦਾ ਪਾਠ ਉਸ ਪ੍ਰਭੂ ਦੇ ਜਸ ਨੂੰ ਆਖਿਆ ਹੈ, ਆਖ ਰਿਹਾ ਹੈ, ਕਹਿ ਰਿਹਾ ਹੈ। ਵੇਦ ਪੁਰਾਣ ਜਾਸ ਗੁਣ ਗਾਵਤ, ਤਾਂ ਕੋ ਨਾਮ ਹੀ ਮੋਹ ਧਰੇ। ਪ੍ਰਮਾਣ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਵੇਦਾਂ ਦੇ ਰਚਣ ਵਾਲੇ ਬ੍ਰਹਮਾ ਜੀ, ਪੁਰਾਣਾਂ ਦੇ ਬਗਤਾ ਵਿਆਸ ਜੀ। ਪਾਠ ਦਾ ਅਰਥ ਹੈ ਵਿਆਕਰਨ, ਵਿਆਕਰਨ ਦੇ ਕਰਤਾ ਪਾਣਿਨੀ ਰਿਸ਼ੀ। ਵੇਦਾਂ ਨੂੰ ਪੜ੍ਹਨ ਵਾਲੇ ਵੇਦ ਪਾਠੀ, ਪੁਰਾਣਾਂ ਨੂੰ ਪੜ੍ਹਨ ਵਾਲੇ ਪੁਰਾਣ ਪਾਠੀ। ਇਹ ਸਾਰੇ ਉਸ ਵਾਹਿਗੁਰੂ ਦੇ ਜਸ ਨੂੰ ਆਖੇ ਆਖ ਰਹੇ ਹਨ। ਆਖਹਿ ਪੜ੍ਹੇ ਕਰਹਿ ਖਿਆਨ। ਤੇ ਇਹ ਪੜ੍ਹੇ ਹੋਏ, ਇਹਨੂੰ ਪਾਠ ਦੇ ਵਿੱਚ ਕਦੇ ਪੜ੍ਹੇ ਨਾ ਬਣ ਜਾਵੇ, ਭਾਰਾ ਕਰਕੇ ਬੋਲਣਾ। ਆਖੇ ਪੜ੍ਹੇ ਕਰੇ ਹੈ ਵਿਖਿਆਨ। ਜੇ ਕਹੇ ਤਾਂ ਆਖੇ ਪੜ੍ਹੇ, ਪੜ੍ਹੇ ਨਾ ਪੈਣ ਦਾ ਹੁੰਦਾ। ਇਹਨਾਂ ਨੂੰ ਪੜ੍ਹੇ ਹੋਏ ਕੌਣ? ਵਿਆਸ ਜੀ। ਪੜ੍ਹੇ ਹੋਏ ਕੌਣ? ਵਸਿਸ਼ਠ ਜੀ। ਪੜ੍ਹਿਆ ਹੋਇਆ ਕੌਣ? ਜੈਮਨੀ ਮਨੁਸ਼ੀ। ਇਹਨਾਂ ਵਰਗੇ। ਤੇ ਇਹਨਾਂ ਤੋਂ ਪੜ੍ਹਨ ਵਾਲੇ ਕੌਣ? ਵਿਦਿਆਰਥੀ। ਵਸਿਸ਼ਠ ਜੀ ਦੇ ਰਾਮ ਜੀ ਵਿਦਿਆਰਥੀ ਹੋਏ, ਤੇ ਵਿਆਸ ਜੀ ਦੇ ਜਨਮੇਜਾ ਜੀ ਹੋਏ। ਤੇ ਇਸ ਕਰਕੇ ਇਹ ਸਾਰੇ ਵਿਦਿਆਰਥੀ ਵੀ ਇਹਨਾਂ ਦੇ ਪੜ੍ਹਨੇ ਵਿਖਿਆਨ ਕਰ ਰਹੇ ਨੇ। ਤੇ ਬੜੇ ਬੜੇ ਪੰਡਤ ਸਾਰੇ ਪ੍ਰਭੂ ਦੇ ਜਸ ਨੂੰ ਆਖੇ ਆਖ ਰਹੇ ਨੇ, ਜੋ ਪੁਰਾਣਾਂ 'ਚ ਲਿਖਿਆ। ਵੇਦ ਪੁਰਾਣ ਅਨੇਕਾਂ ਧਰਮ ਗ੍ਰੰਥ ਨੂੰ ਪੜ੍ਹ ਕੇ ਵਿਖਿਆਨ ਕਰਨ ਵਾਲੇ, ਕਥਾਵਾਚਕ ਪੜ੍ਹਨ ਵਾਲੇ ਪੰਡਤ ਲੋਕ, ਵਿਦਵਾਨ, ਉਹ ਸਾਰੇ ਪ੍ਰਵਕਤਾ ਜਨ, ਉਹ ਸਾਰੇ ਨਾਮ ਨੂੰ ਆਖੇ ਆਖ ਰਹੇ ਹਨ। ਆਖਹਿ ਬਰਮੇ ਆਖਹਿ ਇੰਦ। ਤੇ ਇਸ ਨੂੰ ਵੀ ਬਰਮੇ ਪਾਠ ਉਚਾਰਨ ਕਰਨਾ, ਬਰਮੇ ਨਾ ਬਣ ਜਾਵੇ। ਉਸ ਪਰਮੇਸ਼ਰ ਵਾਹਿਗੁਰੂ ਨੂੰ ਬਰਮੇ ਵੀ ਉਸ ਪ੍ਰਭੂ ਦੇ ਜਸ ਨੂੰ ਆਖੇ ਆਖਦੇ ਨੇ, ਕਹਿ ਰਹੇ ਨੇ। ਇੰਦ ਵਿਸ਼ਨੂੰ ਜੀ, ਇੰਦ ਨਾਮ ਵਿਸ਼ਨੂੰ ਜੀ ਦਾ, ਇੰਦ ਨਾਮ ਇੰਦਰ ਦਾ ਵੀ ਹੈ। ਇੰਦ ਨਾਮ ਚੰਦਰਮਾ ਦੇ ਵੀ, ਇੰਦਰ ਵੀ, ਚੰਦਰਮਾ ਵੀ, ਵਿਸ਼ਨੂੰ ਵੀ, ਸਾਰੇ ਦੇਵਤੇ ਉਹਦੇ ਜਸ ਨੂੰ ਆਖੇ ਆਖ ਰਹੇ। ਬ੍ਰਹਮਾ ਇੱਕ ਜਾਂ ਬਹੁਤੇ ਸ਼ੰਕਾ ਕੀਤੀ, ਪੁੱਛਿਆ ਸਿੱਖਾਂ ਨੇ। ਗੁਰਬਾਣੀ 'ਚ ਅਨੇਕਾਂ ਬ੍ਰਹਮਿਆਂ ਦਾ ਜ਼ਿਕਰ ਹੈ। ਇੱਕ ਬ੍ਰਹਮੰਡ ਦੇ ਵਿੱਚ ਉਹਦਾ ਵੱਖੋ ਪ੍ਰਭਾ ਇੱਕ ਬ੍ਰਹਮਾ। ਕਰੋੜਾਂ ਬ੍ਰਹਮੰਡ, ਕਰੋੜਾਂ ਬ੍ਰਹਮਾ ਹੋ ਗਏ, ਕਰੋੜਾਂ ਰਚ। ਇਸ ਤਰ੍ਹਾਂ ਇੱਕ ਇੰਦਰ ਨਾਮੇ ਬ੍ਰਹਮਣ ਦਾ ਪ੍ਰਸੰਗ ਆਉਂਦਾ ਹੈ। ਉਹਦੇ 10 ਪੁੱਤਰ ਸੀ। ਸਕਾਮ ਤਪ ਕਰਕੇ ਨਾ 4 ਮੂੰਹਾਂ ਵਾਲੇ ਬ੍ਰਹਮਾ ਬਣ ਕੇ ਸੀ ਸ੍ਰਿਸ਼ਟੀ ਸਾਜੀਏ। ਇਹ ਵਸਿਸ਼ਠ ਪੁਰਾਣ ਦੇ ਵੀ ਸਾਰਾ ਪ੍ਰਸੰਗ ਦਰਜ ਹੈ। ਤੇ ਇਸ ਤਰ੍ਹਾਂ ਉਹ ਸਾਰਿਆਂ, ਉਹਨਾਂ ਨੇ ਸ੍ਰਿਸ਼ਟੀ ਦੇ 'ਚ ਕਰੋੜਾਂ ਹੀ ਬ੍ਰਹਮੇ ਨੇ, ਕੋਟ ਬ੍ਰਹਮੇ ਜਗ ਸਾਜਣ ਲਾਏ। ਇਸ ਕਰਕੇ ਇੰਦਰ ਵੀ ਉਹਦੇ ਦੁਆਰੇ ਤੇ ਕਿੰਨੇ ਕੋਟ ਇੰਦਰ ਠਾਂਡੇ ਹੈ ਦੁਆਰ। ਤੇ ਉਹ ਜਿਹੜਾ ਆਖੇ ਇੰਦ, ਇੰਦਰ ਤੋਂ ਭਾਵ ਇੰਦਰਜ ਹੈ। ਮਾਨ ਤਾਤਾ ਬਿਲੋਚਨ, ਇਹ ਇੱਕ ਵਾਰੀ ਨਾ ਤਿੰਨੇ ਇੰਦਰ, ਮਾਨ ਤਾਤਾ, ਬਿਲੋਚਨ ਬਰਮਾ ਦੇ ਪਾਸ ਆ ਗਏ। ਕਹਿੰਦੇ ਜੀ ਸਾਨੂੰ ਉਪਦੇਸ਼ ਦਿਓ। ਬਰਮਾ ਕਹਿੰਦਾ ਦਾ ਦਾ ਦਾ। ਕਹਿੰਦੇ ਜੀ ਇਹ ਵੀ ਕੋਈ ਉਪਦੇਸ਼ ਹੈ? ਕਹਿੰਦੇ ਉਪਦੇਸ਼ ਹੈ ਤੁਹਾਨੂੰ ਤਿੰਨਾਂ ਨੂੰ। 3 ਵਾਰੀ ਦੱਦਾ ਬੋਲਿਆ ਨਾ ਮੈਂ। ਕਹਿੰਦੇ ਹਾਂ। ਕਹਿੰਦੇ ਸਵਰਗ ਦੇ ਰਾਜੇ ਇੰਦਰ, ਤੈਨੂੰ ਕਿਹਾ ਦਾ, ਜੋ ਇੰਦਰੀਆਂ ਨੂੰ ਦਮਨ ਕਰ, ਤੇਰੀਆਂ ਇੰਦਰੀਆਂ ਤੇਰੇ ਕਾਬੂ ਨਹੀਂ। ਤੂੰ ਗੌਤਮ ਦੇ ਘਰ ਜਾ ਕੇ ਕੁਕਰਮ ਕੀਤਾ। ਮਾਤ ਲੋਕ ਦੇ ਰਾਜੇ ਮਾਨ ਤਾਤਾ ਨੂੰ ਕਿਹਾ ਦਾ, ਦਾਨ ਕਰਿਆ ਕਰ, ਤੂੰ ਦਾਨ ਨਹੀਂ ਕਰਦਾ, ਦਾਨ ਕਰਿਆ ਕਰ। ਪਤਾਲ ਦੇ ਰਾਜੇ ਬਿਲੋਚਨ ਨੂੰ ਦਾ, ਕਹਿੰਦੇ ਤੂੰ ਦਇਆ ਕਰਿਆ ਕਰ, ਥੋੜੀ ਰਾਖਸ਼ਾਂ ਦੇ ਵਿੱਚ ਦਇਆ ਨਹੀਂ ਹੈ। ਇਸ ਕਰਕੇ
ਬ੍ਰਹਮਾ ਨੇ ਵੇਦਾਂ ਦੁਆਰਾ ਜਸ ਕਿਹਾ। ਇੰਦਰ ਨੂੰ ਜਦੋਂ ਸਰਾਪ ਹੋ ਗਿਆ ਸੀ, 1000 ਭਾਗ ਫੁੱਟੀ, ਦੇਵਤਿਆਂ ਦੀ ਸਭਾ ਵਿੱਚ ਸ਼ਰਮਸ਼ਾਰ ਹੋਣਾ ਪਿਆ। ਉਹਨੇ ਫਿਰ ਰੱਬ ਦਾ ਜਸ ਹੀ ਕਿਹਾ, ਵਿਸ਼ੇਸ਼ ਗੁਰੂ ਦੇ ਕੋਲੋਂ ਜਸ ਸਰਵਣ ਕੀਤਾ ਤਾਂ ਠੀਕ ਹੋਇਆ ਸੀ। ਆਖਹਿ ਗੋਪੀਤਾ ਗੋਵਿੰਦ। ਗੋਪੀ ਗੋਪੀਆਂ, ਗੋਬਿੰਦ ਕੌਣ? ਕ੍ਰਿਸ਼ਨ ਜੀ, ਭਗਵਾਨ ਕ੍ਰਿਸ਼ਨ। ਉਹ ਵੀ ਉਸ ਦੇ ਜਸ ਨੂੰ ਗਾਵੇ, ਆਖੇ ਆਖ ਰਹੇ ਨੇ। ਗੋਬਿੰਦ ਕ੍ਰਿਸ਼ਨ ਜੀ ਗੋਪੀਆਂ ਦੇ ਤਾਈਂ ਸਤ ਸਰੂਪ ਵਿੱਚ ਜੁੜਨ ਵਾਸਤੇ ਉਪਦੇਸ਼ ਬਖਸ਼ਿਆ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਕੁਰਕਸ਼ੇਤਰ ਦੇ ਵਿੱਚ ਚਰਚਾ ਕਰਦਿਆਂ ਲਿਖਿਆ ਹੈ, ਕਹਿੰਦੇ ਜਦੋਂ ਗੋਪੀਆਂ ਬਿਰਧ ਹੋ ਗਈਆਂ ਤਾਂ ਉੱਥੇ ਕ੍ਰਿਸ਼ਨ ਜੀ ਨੇ ਕੁਰਕਸ਼ੇਤਰ ਵਿੱਚ ਉਹਨਾਂ ਨੂੰ ਇੱਕ ਉਪਦੇਸ਼ ਦਿੱਤਾ ਕਿ ਤੁਸੀਂ ਹੁਣ ਆਪੋ ਆਪਣਾ ਜੀਵਨ ਬਥੇਰਾ ਜੋ ਕਮਾ ਲਿਆ, ਬਥੇਰੇ ਦੁਨੀਆ ਦੇ ਆਨੰਦ ਵੀ ਮਾਣ ਲਏ, ਹੁਣ ਤੁਹਾਡੀ ਆ ਗਈ ਹੁਣ ਮੂਹਰੇ ਬਿਰਧ ਅਵਸਥਾ ਹੈ, ਮੈਂ ਵੀ ਸੰਸਾਰ ਤੋਂ ਚਲੇ ਜਾਣਾ ਹੈ, ਇਸ ਲਈ ਹੁਣ ਤੁਸੀਂ ਗਿਆਨ ਗ੍ਰਹਿਣ ਕਰੋ। ਗਿਆਨ ਦਿੰਦੇ ਹੋਏ ਭਗਵਾਨ ਕ੍ਰਿਸ਼ਨ ਨੇ ਗੋਪੀਆਂ ਨੂੰ ਕਿਹਾ ਸੀ, ਸੰਸਾਰ ਵਿੱਚ ਕਲਪੇ ਹੋਏ ਨਾਮ ਤੇ ਰੂਪ ਇਹ ਮਿਥਿਆ ਹਨ। ਮੇਰਾ ਸਰੂਪ ਜਿਹੜਾ ਦਿਸਦਾ ਹੈ ਇਹ ਵੀ ਮਿਥਿਆ ਹੈ, ਤੇ ਨਾਮ ਤੇ ਰੂਪ ਤੁਹਾਡੇ ਵੀ ਮਿਥਿਆ ਹਨ। ਆਤਮਾ ਹੀ ਸੱਤ ਹੈ। ਸਰੀਰਾਂ ਵੱਲੋਂ ਧਿਆਨ ਹਟਾ ਲਓ, ਸਤ ਸਰੂਪ ਵਿੱਚ ਆਤਮਾ ਨੂੰ ਜੋੜ ਲਓ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹ ਪ੍ਰਸੰਗ ਨੂੰ ਵਰਣਨ ਕਰਦਿਆਂ ਕਿਹਾ, ਕ੍ਰਿਸ਼ਨ ਏਕਾਂਤ ਕੀਓ ਤੇ ਹੀ ਛਿਨ, ਕਹਿਓ ਗਿਆਨ ਸਿੱਖ ਲੇ ਹੋ, ਮਿਲ ਵਿਚਰਨ ਦੋ ਇਹ ਜਗ ਮੈਂ ਮਿਥਿਆ ਤਨ ਅਸਨੇਹ। ਮਿਥਿਆ ਤਨ ਅਸਨੇਹ। ਗੋਪੀਓ ਤਨ ਵਿਛੜਨਾ, ਹੁਣ ਆਪਣੇ ਵਿਛੜਨ ਦਾ ਸਮਾਂ ਆ ਗਿਆ, ਤੁਸੀਂ ਵੀ ਵਿਛੜਨਾ, ਮੈਂ ਵੀ ਵਿਛੜਨਾ, ਤੁਸੀਂ ਹੁਣ ਗਿਆਨ ਪ੍ਰਾਪਤ ਕਰੋ। ਇਸ ਕਰਕੇ ਆਖੇ ਹੈ ਗੋਪੀ ਤੇ ਗੋਬਿੰਦ, ਭਗਵਾਨ ਕ੍ਰਿਸ਼ਨ ਜੀ ਵੀ, ਉਹਨਾਂ ਦੀਆਂ ਇਸਤਰੀਆਂ ਗੋਪੀਆਂ ਵੀ, ਜਾਂ ਫਿਰ ਗੋਪੀਆਂ ਇਸਤਰੀਆਂ ਗੋਬਿੰਦ ਭਾਵ ਪੁਰਸ਼। ਇੱਥੇ ਗੋਪੀਆਂ ਇਸਤਰੀਆਂ ਨੂੰ ਆਮ ਪੁਰਸ਼ ਵੀ ਆਖੇ, ਪਰਮਾਤਮਾ ਨੂੰ ਜਸ ਬੀਵੀਆਂ ਵੀ ਕਹਿੰਦੀਆਂ ਨੇ, ਔਰਤਾਂ ਵੀ ਕਹਿੰਦੇ ਨੇ, ਬੰਦੇ ਵੀ ਕਹਿੰਦੇ ਨੇ। ਗੋਪੀ ਇੰਦਰੀਆਂ ਤੇ ਗੋਬਿੰਦ ਅੰਤਸ਼ਕਰਨ। ਗੋਪੀ ਇੰਦਰੀਆਂ ਤੇ ਇੰਦਰੀਆਂ ਦਾ ਮਾਲਕ ਅੰਤਸ਼ਕਰਨ ਗੋਬਿੰਦ ਪਰਮੇਸ਼ਰ ਦੇ ਜਸ ਨੂੰ ਆਖੇ ਆਖ ਰਹੇ ਹਨ। ਆਕਹਿ ਈਸਰ ਆਕਹਿ ਸਿੱਧ। ਤੇ ਉਸ ਦੇ ਜਸ ਨੂੰ ਈਸ਼ਰ ਸ਼ਿਵ ਜੀ ਆਖੇ ਆਖਦਾ ਹੈ। ਅਧਿਆਤਮ ਰਮਾਇਣ ਦੇ ਵਿੱਚ ਨਾ ਇੱਕ ਪ੍ਰਸੰਗ ਹੁੰਦਾ ਹੈ, ਸ਼ਿਵ ਜੀ ਪਾਰਵਤੀ ਨੂੰ ਉਪਦੇਸ਼ ਦਿੱਤਾ ਤੇ ਰਾਮ ਰੇਦਾ ਕਰਕੇ ਪ੍ਰਸੰਗ ਲਿਖਿਆ ਪੰਡਤ ਗੁਲਾਬ ਸਿੰਘ ਜੀ ਨੇ। ਉੱਥੇ ਉਹਨੂੰ ਕਿਹਾ ਕਿ ਹੇ ਪਾਰਵਤੀ, ਵੀ ਤੂੰ ਜਿਹੜਾ ਰਾਮ ਹੈ ਇਹਨੂੰ ਦਸ਼ਰਥ ਦਾ ਪੁੱਤਰ ਨਾ ਸਮਝ। ਰਾਮ ਤਾਂ ਹੈ ਬ੍ਰਹਮ ਤੇ ਸੀਤਾ ਹੈ ਮਾਇਆ। ਬ੍ਰਹਮ ਦੀ ਸੱਤਾ ਨੂੰ ਪਾ ਕੇ ਮਾਇਆ ਨੇ ਰਚਿਆ। ਇਹ ਰਾਵਣ ਵੀ ਇਹਦੇ ਹੀ ਬਣਾਇਆ ਹੋਇਆ ਹੈ। ਸੀਤਾ ਨੇ ਆਪਣਾ ਰੂਪ ਵੀ ਬਣਾਇਆ। ਆਹ ਸਾਰਾ ਸੰਸਾਰ ਇਹ ਮਾਇਆ ਰੂਪ ਹੈ। ਸੀਤਾ, ਇਹਨੂੰ ਸੀਤਾ ਮਾਮੂਲੀ ਔਰਤ ਨਾ ਸਮਝ। ਇਹ ਅਧਿਆਤਮ ਪ੍ਰਕਾਸ਼ ਦੇ ਵਿੱਚ ਲਿਖਿਆ ਹੈ। ਇਉਂ ਆਖੇ ਈਸ਼ਰ ਆਖੇ ਸਿੱਧ। ਤੁਸੀਂ ਸਿੱਧ ਸ਼ਕਤੀਆਂ ਵਾਲੇ 84 ਸਿੱਧ ਵੀ ਉਹਦੇ ਜਸ ਨੂੰ ਆਖੇ ਆਖਦੇ ਹੋ। ਸ਼ਿਵ ਜੀ ਵੀ ਆਖਦਾ ਹੈ, ਪਾਰਵਤੀ ਵੀ ਆਖ ਰਹੀ ਹੈ, ਹੋਰ ਸਾਰੇ ਦੇਵੀ ਦੇਵਤੇ ਆਖ ਰਹੇ ਹਨ। ਆਖਹਿ ਕੀਤੇ ਕੀਤੇ ਬੁੱਧ। ਕਿੰਨੇ ਹੀ ਉਸਦੇ ਕੀਤੇ ਰਚੇ ਹੋਏ। ਬੁੱਧ ਬੁੱਧੀਵਾਨ, ਬੁੱਧ ਆਦਿ 9 ਗ੍ਰਹਿ ਨੇ, ਇਹ ਵੀ ਉਸੇ ਦੇ ਰਚੇ ਨੇ। ਜਾਂ ਬੁੱਧ ਅਵਤਾਰ, ਉਹ ਵੀ ਉਹਦੇ ਜਸ ਨੂੰ ਆਖੇ ਆਖ ਰਿਹਾ ਹੈ, ਕਹਿ ਰਿਹਾ ਹੈ। ਕਿੰਨੇ ਹੀ ਜਿਨ੍ਹਾਂ ਨੂੰ ਸਤਿਗੁਰਾਂ ਨੇ ਬੁੱਧ ਬੋਧ ਗਿਆਨ ਪ੍ਰਦਾਨ ਕੀਤਾ, ਉਹ ਗਿਆਨੀ ਪੁਰਸ਼ ਵੀ ਵਾਹਿਗੁਰੂ ਬਾਬਾ ਬੁੱਢਾ ਸਾਹਿਬ ਵਰਗੇ, ਭਾਈ ਗੁਰਦਾਸ ਵਰਗੇ ਸਾਰੇ ਆਖ ਰਹੇ ਹਨ। ਤੋ ਇਸ ਪ੍ਰਕਾਰ ਕਥਨ ਕਰਦੇ ਹਨ ਜੀ। ਆਖਹਿ ਦਾਨਵ ਆਖਹਿ ਦੇਵ। ਉਸ ਵਾਹਿਗੁਰੂ ਦੇ ਜਸ ਨੂੰ ਦਾਨਵ ਦੈਤ, ਦੇਵਲੂਤ ਵਰਗੇ, ਪ੍ਰਹਲਾਦ ਵਰਗੇ, ਭਪੀਖਣ ਵਰਗੇ ਦੇਤਾਂ ਦੀ ਕੁਲਚੇ ਸੀ ਇਹ। ਇਸ ਕਰਕੇ ਆਖਦੇ ਇੰਦਰ ਵਰਗੇ 33 ਕਰੋੜ ਦੇਵਤੇ ਆਖ ਰਹੇ ਨੇ। ਉਸ ਵਾਹਿਗੁਰੂ ਦੇ ਜਸ ਨੂੰ ਕੌਣ ਕੌਣ ਨਹੀਂ ਕਹਿ ਰਿਹਾ, ਸਾਰੇ ਹੀ ਕਹਿ ਰਹੇ ਹਨ। ਦਾਨਵ ਦੈਤ ਪ੍ਰਵਿਰਤੀ ਵਾਲੇ ਲੋਕ ਵੀ ਆਖ ਰਹੇ ਨੇ, ਤੇ ਆਪਣੇ ਆਖਣ ਕਰਕੇ ਦੇਵ ਦੇਵੀ ਸੰਪਦਾ ਵਾਲੇ ਵੀ, ਆਸਰੀ ਸੰਪਦਾ ਵਾਲੇ ਸਾਰੇ ਕਹਿ ਰਹੇ ਹਨ। ਆਖਹਿ ਸੁਰ ਨਰ ਮੁਨ ਜਨ ਦੇ ਸੇਵ। ਸੁਰ ਨਰ, ਇਹਦਾ ਭਾਈ ਨਰ ਦੇ ਉੱਤੇ ਵਿਸਰਾਮ ਧਿਆਨ ਰੱਖਣਾ ਹੈ। ਹੁਣ ਤਾਂ ਸੌਖੀ ਹੀ ਹੈ ਵਿਸਰਾਮ। ਆਖੇ ਸੁਰ ਨਰ, ਇੱਥੇ ਵਿਸਰਾਮ ਕੇ ਮੁਨ ਜਨ ਸੇਵ ਅੱਗੇ ਲੈ ਜਾਣੀ ਪੰਕਤੀ। ਉਸ ਵਾਹਿਗੁਰੂ ਦੇ ਜਸ ਨੂੰ ਸੁਰ ਦੇਵਤੇ ਜੋ ਪੁੰਨ ਕਰਮ ਕਰਕੇ ਬਣੇ, ਸੁਰ ਸ੍ਰੇਸ਼ਟ ਨਰ ਪੁਰਸ਼, ਮੁਨ ਰੀਖੀ ਮੰਨਣਸ਼ੀਲ ਮਹਾਤਮਾ, ਜਨ ਭਗਤ ਜਨ, ਸੇਵ ਸੇਵਾ ਕਰਨ ਵਾਲੇ ਸੇਵਕ, ਜਾਂ ਸ਼ੈਵੀ ਮਤ ਵਾਲੇ ਸਾਰੇ ਆਖ ਰਹੇ ਨੇ। ਆਖੇ ਕੀ ਆਖ ਰਹੇ ਹਨ। ਕੀਤੇ ਆਖਹਿ ਆਖਣ ਪਾਹੇ। ਕੇਤੇ ਕਿੰਨੇ ਹੀ ਲੋਕ ਉਸ
ਵਾਹਿਗੁਰੂ ਪਰਮਾਤਮਾ ਨੂੰ ਵਰਤਮਾਨ ਸਮੇਂ ਵਿੱਚ ਆਖੇ ਆਖ ਰਹੇ ਨੇ, ਕਹਿ ਰਹੇ ਨੇ, ਜਸ ਕਰਦੇ ਨੇ। ਕਿੰਨੇ ਅੱਗੇ ਭਵਿੱਖ ਕਾਲ ਵਿੱਚ ਆਖਣ ਪਾਹੇ, ਆਖਣਾ ਪਾਉਣਗੇ, ਭਾਵ ਜਸ ਕਰਨਗੇ ਆਉਣ ਵਾਲੇ ਸਮੇਂ 'ਚ ਵੀ। ਇਹ ਚੱਲਦਾ ਰਹੂਗਾ ਸਿਲਸਿਲਾ। ਆਖਣ ਪਾਹੇ, ਆਖਣ ਨੂੰ ਪੈਂਦੇ ਨੇ, ਆਖਣ ਕਹਿਣ ਦਾ ਯਤਨ ਕਰਦੇ ਹਨ। ਕਿਤੇ ਕਹਿ ਕਹਿ ਉੱਠ ਉੱਠ ਜਾਹੇ। ਕਿੰਨੇ ਉਹ ਵਾਹਿਗੁਰੂ ਦੇ ਜਸ ਨੂੰ ਕਹਿ ਕਹਿ, ਆਖ ਆਖ ਕੇ, ਉੱਠ ਉੱਠ, ਉੱਠ ਉੱਠ ਕੇ ਤੁਰੇ ਜਾ ਰਹੇ ਨੇ, ਭਾਵ ਸੰਸਾਰ ਤੋਂ ਕੂਚ ਕਰ ਰਹੇ ਨੇ। ਕਿਤੇ ਕਿਤਨੇ ਹੀ ਗੁਰਮੁਖ ਉਹ ਇਹ ਕਹਿ ਕੇ, ਉਸ ਜਸ ਨੂੰ ਕਹਿ ਕਹਿ ਕੇ ਸੰਸਾਰ ਵੱਲੋਂ ਉੱਠ ਉੱਠ ਕੇ, ਭਾਵ ਸੰਸਾਰ ਵੱਲੋਂ ਉੱਠਣਾ ਕੀ ਹੈ, ਦੇਹ ਅਭਿਮਾਨ ਨੂੰ ਅਧਿਆਸ ਵੱਲੋਂ ਉੱਠ ਕੇ, ਉੱਪਰ ਉੱਠ ਕੇ ਸਮਾਧੀ ਵਿੱਚ ਤੁਰਿਆ ਪਦ ਵਿੱਚ ਜਾਹੇ ਜਾ ਬੈਠਦੇ ਨੇ। ਤੁਰਿਆ ਪਦ ਸੰਸਾਰ ਵੱਲੋਂ ਉੱਠ ਕੇ ਤੁਰਿਆ ਪਦ ਦੇ ਵਿੱਚ ਉਹ ਇਸਤਤ ਹੋ ਗਏ ਹਨ। ਕਿਤੇ ਕੀਤੇ ਹੋਰ ਕਰੇ ਹੈ। ਉਸ ਵਾਹਿਗੁਰੂ ਨੇ ਇਹ ਜਿੰਨੇ ਪੈਦਾ ਕੀਤੇ ਨੇ, ਇਹ ਤੇ ਇਤਨੇ ਪੈਦਾ ਕੀਤੇ ਨੇ, ਜੇਕਰ ਇਤਨੇ ਹੀ ਹੋਰ ਪੈਦਾ ਕਰ ਦੇਵੇ ਤਾਂ ਵੀ ਤਾਂ ਆਖ ਨ ਸਕਹਿ ਕੀ ਕੇ। ਤਾਂ ਵੀ ਕੇਈ ਦਾ ਅਰਥ ਕੋਈ, ਕਿ ਕਿਸੇ ਪ੍ਰਕਾਰ ਵੀ ਉਸ ਪ੍ਰਭੂ ਦੇ ਜਸ ਸਰੂਪ ਨੂੰ ਪੂਰਨ ਰੂਪ ਦੇ ਵਿੱਚ ਆਖ ਕਹਿ ਨਾ ਸਕੇ, ਕਹਿ ਨਹੀਂ ਸਕਦੇ। ਇਤਨੇ ਕਥਨ ਕੀਤੇ ਨੇ, ਉਹ ਸਾਰੇ ਉਸ ਪ੍ਰਭੂ ਦੀ ਲਖਣਾ ਬਿਰਤੀ ਦੁਆਰਾ ਕਥਨ ਕਰਦੇ ਨੇ। ਹੋਰ ਕਰੇ, ਕਿਤਨੇ ਹੋਰ ਕਰਨਗੇ, ਲਖਣਾ ਬਿਰਤੀ ਦੁਆਰਾ ਹੀ ਕਰਨਗੇ। ਆਖ ਨਾ ਸਕੇ ਕਈ ਕੇ, ਜੇ ਕਹੋ ਕਿ ਸ਼ਕਤੀ ਬਿਰਤੀ ਦੁਆਰਾ ਕੋਈ ਕਹਿ ਸਕੇਗਾ ਤਾਂ ਕਿਸੇ ਤਰ੍ਹਾਂ ਵੀ ਨਾ ਕੋਈ ਕਹਿ ਸਕਿਆ ਪਿੱਛੇ, ਤੇ ਨਾ ਕੋਈ ਕਹਿ ਸਕੇਗਾ ਅੱਗੇ ਨੂੰ। ਵਰਤਮਾਨ ਸਮੇਂ ਦੇ ਅੰਦਰ ਵੀ ਕੋਈ ਕਹਿ ਨਹੀਂ ਸਕੂਗਾ। ਭੂਤ ਕਾਲ ਭਵਿੱਖ ਕਾਲ ਪਿੰਨੇ ਵਰਤਮਾਨਾਂ ਸੇ ਅੰਦਰ ਕੋਈ ਨਹੀਂ ਕਹਿ ਸਕੇਗਾ। ਜੇ ਵੱਡ ਭਾਵੈ ਤੇ ਵੱਡ ਹੋਏ। ਉਹ ਪ੍ਰਭੂ ਨੂੰ ਜੇ ਵੱਡ, ਜਿੱਡਾ ਵੱਡਾ ਹੋਣਾ ਭਾਵੇ ਪਾਉਂਦਾ ਹੈ ਵੀ ਮੈਂ ਐਡਾ ਵੱਡਾ ਵਿਸਥਾਰ ਕਰਨਾ, ਕਰ ਲੈਂਦਾ। ਉਹਨੂੰ ਕੀ ਔਖਾ ਹੈ? ਇਹ ਤਾਂ ਰਿੱਧੀਆਂ ਸਿੱਧੀਆਂ ਵਾਲੇ ਉਹ ਵੀ ਕਰ ਲੈਂਦੇ ਆ। ਉਹ ਤੇਵੜ ਉੱਚਾ ਉਨਾ ਹੀ ਵੱਡਾ ਹੋ ਜਾਂਦਾ ਹੈ। ਜੇਵੜ ਭਾਵੈ ਤੇਵੜ ਹੋਏ, ਉੱਡਾ ਵੱਡਾ ਹੋ ਜਾਂਦਾ ਹੈ। ਤੇ ਉਹ ਪ੍ਰਸੰਗ ਆਉਂਦਾ ਭਾਈ ਪਰਮ ਸਿੰਘ ਧਰਮ ਸਿੰਘ, ਇਹ ਗੁਰੂ ਕਲਗੀਧਰ ਪਾਤਸ਼ਾਹ ਨੂੰ ਜਦੋਂ ਮਾਲਵੇ ਜੀ ਮਾਰੇ ਮਿਲਣ ਵਾਸਤੇ ਆਉਂਦੇ, ਰਸਤੇ ਵਿੱਚ ਸਿੱਖ ਮਿਲ ਗਏ, ਪਰਮ ਸਿੰਘ ਧਰਮ ਸਿੰਘ। ਇਹ ਸਿੱਖ ਤੁਰੇ ਜਾਂਦੇ ਨੇ, ਇੱਕ ਪਿੱਛੋਂ ਸਿੰਘ ਆਉਂਦਾ ਹੈ, ਉਹ ਫਟਾਫਟ ਕੋਲ ਦੀ ਲੰਘਿਆ ਜਾਂਦਾ ਤੇ ਨਾਲੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਖੜਿਆ ਨਹੀਂ, ਫਤਿਹ ਬੁਲਾ ਕੇ ਤੁਰ ਗਿਆ। ਉਹ ਅੱਗੇ ਜਾਂਦਾ ਜਾਂਦਾ ਕਦੇ ਪਿੱਛੇ ਰਹਿ ਜਾਂਦਾ ਹੈ, ਕਦੇ ਮੂਹਰੇ ਨਿਕਲ ਜਾਂਦਾ ਹੈ, ਕਦੇ ਨਿੱਕਾ ਜਿਹਾ ਬਣ ਜਾਂਦਾ ਹੈ, ਕਦੇ ਬਹੁਤ ਵੱਡਾ ਅੰਬਰ ਨੂੰ ਸਿਰ ਲੱਗਿਆ। ਇਹ ਇਤਿਹਾਸ ਦੇ ਵਿੱਚ ਵਚਨ ਆਉਂਦਾ ਸਾਰਾ। ਇਹ ਭਾਈ ਤਰਕ ਬੁੱਧੀ ਵਾਲਿਆਂ ਦੇ ਹਜਮ ਹੋਣ ਵਾਲੀਆਂ ਗੱਲਾਂ ਨਹੀਂ ਹੁੰਦੀਆਂ, ਭਾਵਨਾ ਵਾਲਿਆਂ ਦੀਆਂ। ਇਤਿਹਾਸ ਦੇ ਉੱਤੇ ਜਿਨ੍ਹਾਂ ਨੂੰ ਸ਼ੰਕਾ ਉਹ ਕਾਹਨੂੰ ਮੰਨਣਗੇ ਇਹਨਾਂ ਗੱਲਾਂ ਨੂੰ? ਉਹ ਤਾਂ ਹੁਣ ਗੁਰਬਾਣੀ ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਵੀ ਮੰਨਣ ਤੋਂ ਇਨਕਾਰ ਹੁੰਦੇ ਜਾ ਰਹੇ ਆ। ਭਾਣਾ ਹੀ ਹੈ ਮਹਾਰਾਜ ਦਾ। ਉਹਨਾਂ ਲਈ ਤਾਂ ਬੇਨਤੀ ਹੈ ਮਹਾਰਾਜ ਇਹਨਾਂ ਨੂੰ ਸਮਤ ਬਖਸ਼। ਉਹ ਦੇਖ ਕੇ ਪਰਮ ਸਿੰਘ ਧਰਮ ਸਿੰਘ ਕਹਿੰਦੇ ਵੀ ਇਹ ਕੀ ਹੈ? ਇਹ ਤਾਂ ਕੋਈ ਸਿੱਖ ਨਹੀਂ ਹੈ। ਉਹ ਜਦੋਂ ਫਿਰ ਛੋਟਾ ਜਿਹਾ ਰੂਪ ਧਾਰਨ ਕਰਕੇ ਵਾਸਤਵ ਰੂਪ ਦੇ ਵਿੱਚ ਉਹ ਕਹਿੰਦੇ ਭਾਈ ਸਾਹਿਬ ਜੀ ਵੀ ਇਹ ਦੱਸ ਤੂੰ ਹੈ ਕੌਣ? ਉਹ ਕਹਿੰਦਾ ਮੈਂ ਸ਼ਹੀਦ ਸਿੰਘ ਹਾਂ। ਕਹਿੰਦੇ ਸ਼ਹੀਦ ਸਿੰਘ ਹੈ? ਇਹ ਫਿਰ ਤੂੰ? ਕਹਿੰਦਾ ਮੈਂ ਵੀ ਚੱਲਿਆ ਦਰਸ਼ਨ ਕਰਨ, ਤੁਸੀਂ ਚੱਲੇ ਹੋ? ਤੁਸੀਂ ਕਿੱਥੇ ਰਹਿੰਦੇ ਹੋ? ਕਹਿੰਦੇ ਜਿੱਥੇ ਮਹਾਰਾਜ ਹੁਕਮ ਕਰ ਦਿੰਦਾ ਹੈ। ਕਲਗੀਧਰ ਪਾਤਸ਼ਾਹ ਦੇ ਨਾਲ ਹੀ ਅਸੀਂ ਸਾਰੀਆਂ ਫੌਜਾਂ ਰਹਿਣੀਆਂ। ਉਹ ਪਰਮ ਤਿੰਨ ਧਰਮ ਸਿੰਘ ਨੇ ਇੱਕ ਸ਼ੰਕਾ ਕੀਤੀ, ਜਿਹੜੇ ਨਾਸਤਕ ਕਰਦੇ ਨੇ ਉਹ ਇਤਿਹਾਸ ਨਹੀਂ ਨਾ ਪੜ੍ਹਿਆ ਹੋਇਆ, ਨਹੀਂ ਤਾਂ ਸ਼ੰਕਾ ਕਰਨੇ ਨਾ। ਉਹ ਕਹਿੰਦੇ ਭਾਈ ਐਂ ਦੱਸੋ ਫਿਰ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਰਿਹਾ 7-8 ਮਹੀਨੇ, ਭੁੱਖੇ ਮਰ ਗਏ ਸਿੱਖ, ਬਿਰਛਾਂ ਦੇ ਛਿੱਲੜ ਨਹੀਂ ਮਿਲੇ, ਦਰਖਤਾਂ ਦੇ ਪੱਤੇ ਖਾ ਗਏ, ਚਾਰੇ ਸਾਹਿਬਜ਼ਾਦੇ ਮਹਾਰਾਜ ਦੇ ਸ਼ਹੀਦ ਹੋ ਗਏ, ਵੀ ਤੁਸੀਂ ਫਿਰ ਕਿੱਥੇ ਗਏ ਸੀ? ਆਹ ਸ਼ਕਤੀਆਂ ਉਹ ਸਾਨੂੰ ਹੀ ਦਿਖਾਉਣ ਵਾਸਤੇ, ਤੁਹਾਡੀਆਂ ਸ਼ਕਤੀਆਂ ਕਿੱਥੇ ਗਈਆਂ ਉਦੋਂ? ਉਹ ਕਹਿੰਦੇ ਸਿੱਖਾ ਸ਼ੰਕਾ ਨਾ ਕਰ ਸਾਡੇ ਤੇ, ਅਸੀਂ ਹੁਕਮ ਦੇ ਬੰਨੇ ਆ। ਅਨੰਦਪੁਰ ਸਾਹਿਬ ਦੇ ਜੰਗ ਵਿੱਚ ਇੱਕ ਵਾਰੀ ਹੁਕਮ ਕੀਤਾ ਸੀ, 10,000 ਤੁਰਕ ਅਸੀਂ ਇੱਕ ਛਿਨ ਵਿੱਚ ਮਾਰ ਦਿੱਤੇ ਸੀ। ਉਹ ਕਹਿੰਦੇ ਹਾਂ ਇਹ ਤਾਂ ਹੈ। ਕਹਿੰਦੇ ਫਿਰ ਕਹਿੰਦੇ ਗੁਰੂ ਦਾ ਹੁਕਮ ਹੈ ਵੀ ਮੈਂ ਮਾਨਵ ਲੀਲਾ ਕਰ ਰਿਹਾ, ਮੈਂ ਮਨੁੱਖੀ ਲੀਲਾ ਦੇ ਵਿੱਚ ਤੁਸੀਂ ਦਖਲ ਨਹੀਂ ਦੇਣਾ, ਮੈਂ ਤੁਹਾਡੀ ਸ਼ਕਤੀ ਨਹੀਂ ਵਰਤਣੀ, ਆਪਣੇ ਬਾਹਾਂ ਦੀ ਸ਼ਕਤੀ ਵਰਤਣੀ ਹੈ। ਮੈਂ ਕਰਾਮਾਤ ਨਾਲ ਨਹੀਂ ਮਾਰਨਾ ਇਹਨਾਂ ਨੂੰ, ਮੈਂ ਬੁੱਧੀ ਬਲ ਦੇ ਨਾਲ, ਸਰੀਰਕ ਬਲ ਦੇ ਨਾਲ, ਖਾਲਸੇ ਦੀਆਂ ਫੌਜਾਂ ਨਾਲ। ਤੋ ਇਸ ਕਰਕੇ ਜੇਵੜ ਭਾਵੈ ਤੇਵੜ ਹੋਏ। ਹੁਣ ਜਦੋਂ ਪੂਤਨਾ ਨੂੰ ਉਹ ਜਿਵੇਂ ਸ਼ਹੀਦ ਸਿੰਘ ਨੇ ਐਡੀ ਵੱਡੀ ਦੇਹ ਦਿਖਾਤੀ, ਛੋਟੀ ਦਿਖਾਤੀ, ਗੁਪਤ ਰੂਪ ਹੋ ਕੇ ਰਹਿੰਦੇ ਨੇ ਸਾਰੀ ਜਗ੍ਹਾ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਪਰ ਗੁਰੂ ਦੇ ਹੁਕਮ ਵਿੱਚ ਕੰਮ ਕਰਦੇ ਨੇ। ਜੇ ਕਿ ਵੀ ਹਰਿਮੰਦਰ ਸਾਹਿਬ ਢਾਤਾ ਜੀ 84 ਸਿੱਧ ਸੀ, ਕਿੱਥੇ ਗਏ? ਉਹ ਭਾਈ ਹੁਕਮ ਹੈ, ਹੁਕਮ ਤੋਂ ਬਾਹਰ ਹੋ ਕੇ ਕੁਝ ਨਹੀਂ ਕਰ ਸਕਦੇ। ਤੇ ਜਦੋਂ ਪੂਤਨਾ ਮਾਰਨ ਆਈ ਸੀ ਭਗਵਾਨ ਕ੍ਰਿਸ਼ਨ ਨੂੰ,
ਨਿੱਕਾ ਜਿਹਾ ਬੱਚਾ ਸਮਝ ਕੇ ਚੱਕ ਲੈ ਗਈ ਸੀ, ਕਿੱਡਾ ਵੱਡੀ ਦੇਹ ਧਾਰਨ ਕੀਤੀ। ਫਿਰ ਪੂਤਨਾ ਨੂੰ ਜਦੋਂ ਮਾਰਿਆ ਇਹ ਵਿਰਾਟ ਰੂਪ ਧਾਰਨ ਕਰ ਲਿਆ। ਤੋ ਇਸੇ ਪ੍ਰਕਾਰ ਬਹੁਤ ਸਾਰੇ ਐਸੇ ਪ੍ਰਸੰਗ ਨੇ। ਤੇ ਹੁਣ ਜਦੋਂ 52 ਰੂਪ ਧਾਰਨ ਕੀਤਾ ਤੇ ਉਹ ਵੀ ਉਹ ਛੋਟਾ ਜਿਹਾ ਰੂਪ ਸੀ। ਚਲੋ ਗੁਰੂ ਨਾਨਕ ਸਾਹਿਬ ਦਾ ਲਓ। ਗੁਰੂ ਨਾਨਕ ਸਾਹਿਬ ਤੇ ਭਾਈ ਬਾਲਾ ਮਰਦਾਨਾ ਜੰਗਲ ਦੇ ਵਿੱਚ, ਗੂੜਾ ਜੰਗਲ, ਫਲ ਬਹੁਤ ਲੱਗੇ ਹੋਏ, ਕੋਈ ਜਾਨਵਰ ਚਿੜੀ ਕੁਛ ਨਹੀਂ ਦਿਸਦੀ। ਕਹਿੰਦਾ ਮਰਦਾਨਾ ਕਹਿੰਦੇ ਜੇ ਇੰਨੇ ਸੋਹਣੇ ਫਲ ਨੇ ਵੀ ਇੱਥੇ ਜਾਨਵਰ ਕੋਈ ਨਹੀਂ। ਮਹਾਰਾਜ ਹੱਸ ਕੇ ਕਹਿੰਦੇ ਆ ਤੈਨੂੰ ਲੱਗ ਜੂਗਾ ਪਤਾ ਵੀ ਜਾਨਵਰ ਕੋਈ ਨਹੀਂ। ਕਹਿੰਦਾ ਜੀ ਮੈਂ ਫਲ ਖਾਇਆ ਵਾਂ। ਕਹਿੰਦੇ ਨਾ ਫਲ ਨਾ ਖਾਈ, ਬਿਪਤਾ 'ਚ ਫਸ ਜਾਏਗਾ। ਮਹਾਰਾਜ ਤੋਂ ਮਹਾਰਾਜ ਸਮਾਧੀ 'ਚ ਹੋ ਗਏ, ਮਲਕ ਦੇ ਕੇ ਖਿਸਕ ਗਿਆ, ਜਾ ਕੇ ਲੱਗਾ ਫਲ ਖਾਣ। ਉੱਥੇ ਇੱਕ ਰਹਿੰਦਾ ਸੀ ਰਾਕਸ਼, ਮਾਇਆ ਵੀ ਸ਼ਕਤੀ ਬਹੁਤ ਸੀ। ਉਹਨੇ ਐਡਾ ਵੱਡਾ ਰੂਪ ਧਾਰਨ ਕੀਤਾ, ਮਰਦਾਨੇ ਨੂੰ ਫੜ ਕੇ ਜਿਵੇਂ ਮੱਛਰ ਅੰਦਰ ਨੂੰ ਜਾਂਦਾ ਅੰਦਰ ਨਿਕਲ ਗਿਆ। ਮਹਾਰਾਜ ਸਮਾਧੀ ਖੋਲੀ, ਕਹਿੰਦੇ ਬਾਲਿਆ ਮਰਦਾਨਾ ਬਚਨ ਨਹੀਂ ਮੰਨਦਾ, ਮੁਸੀਬਤ 'ਚ ਆ ਗਿਆ, ਮੈਨੂੰ ਜਾਣਾ ਪਊਗਾ, ਤੂੰ ਹੁਣ ਬੈਠ ਇੱਥੇ। ਉਹ ਰਾਕਸ਼ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਇਹ ਸ੍ਰੀ ਨਾਨਕ ਪ੍ਰਕਾਸ਼ ਦੇ ਵਿੱਚ ਪ੍ਰਸੰਗ ਆਉਂਦਾ ਸਾਰਾ। ਇਹ ਪੂਰਬ ਅਰਧ ਦੇ ਵਿੱਚ ਸਾਰਾ ਪ੍ਰਸੰਗ ਆਉਂਦਾ। ਸ੍ਰੀ ਨਾਨਕ ਪ੍ਰਕਾਸ਼ ਜੇ ਕਿਸੇ ਨੇ ਪੜ੍ਹਨਾ ਹੋਵੇ ਉੱਥੇ ਪੜ੍ਹ ਲਿਓ, ਵਿਸਤਾਰ ਨਾਲ ਉੱਥੇ ਹੈ। ਤੇ ਉਹ ਜਿਸ ਵੇਲੇ ਗੁਰੂ ਨਾਨਕ ਸਾਹਿਬ ਅੰਦਰ ਭਾਈ ਐਡੀ ਵੱਡੀ ਦੇਹ ਉਹਦੀ ਯੋਜਨਾ ਪ੍ਰਤੀ ਮਰਦਾਨੇ ਜੋ ਕਹਿੰਦਾ ਮਹਾਰਾਜ ਕਹਿੰਦੇ ਦੇਖ ਲੈ ਤੈਨੂੰ ਬਚਾਉਣ ਵਾਸਤੇ ਤੁਹਾਨੂੰ ਇਹੋ ਜਿਹੀ ਥਾਂ ਵੀ ਆਉਣਾ ਪਿਆ। ਮਾਇਆ ਵੀ ਸ਼ਕਤੀ ਦੁਆਰਾ ਮਹਾਰਾਜ ਅੰਦਰ ਪ੍ਰਵੇਸ਼ ਹੋ ਗਏ। ਮਹਾਰਾਜ ਨੂੰ ਕੀ ਹੈ, ਜਿੱਥੇ ਮਰਜੀ ਜਾਣ, ਪਰਬਤਾਂ ਦੇ ਜਾਣ, ਸੱਚਖੰਡ ਤੱਕ ਮਹਾਰਾਜ ਦਾ ਕੋਈ ਰੋਕ ਟੋਕ ਹੈ? ਸਿੱਧ ਕਹਿੰਦੇ ਸੀ ਤੁਸੀਂ ਕਿਵੇਂ ਆ ਕੇ ਪਰਬਤ 'ਤੇ ਜਾ ਪਹੁੰਚੇ ਸੀ। ਤੇ ਮਹਾਰਾਜ ਨੇ ਕਹਿੰਦੇ ਜੀ ਹੁਣ ਕੀ ਬਣੂ? ਕਹਿੰਦੇ ਫਿਕਰ ਨਾ ਕਰ। ਮਹਾਰਾਜ ਨੇ ਦੇਹ ਵਧਾਉਣੀ ਸ਼ੁਰੂ ਕਰਤੀ। ਉਹਦਾ ਜਿਸਮ ਜਦੋਂ ਫਟਣ ਲੱਗਾ ਤੇ ਉਹਨੇ ਆਪਣੀ ਰਾਖਸ਼ ਨੇ ਦੇਹ ਵਧਾਉਣੀ ਸ਼ੁਰੂ ਕਰ ਦਿੱਤੀ। ਤੇ ਉਹਨੇ 1 ਯੋਜਨ ਦੀ ਕਰ ਲਈ, 4 ਕੋਹਾਂ ਦਾ ਮਹਾਰਾਜ ਨੇ ਓਡੀਓ ਦੇਹ ਕਰ ਲਈ। ਜਦੋਂ ਲੱਗਾ ਫਟਣ ਉਹਨੇ ਫਿਰ 9 ਯੋਜਨ ਦੀ ਕਰ ਲਈ। ਤੇ ਮਹਾਰਾਜ ਸਾਹਿਬ ਨੇ ਵੀ ਤੇ 9 ਯੋਜਨ ਦੀ ਦੇਹ ਕਰ ਲਈ। 36 ਕੋਹਾਂ ਬਣਦੀਆਂ। ਐਡਾ ਵੱਡਾ ਵਿਰਾਟ ਰੂਪ ਧਾਰਨ ਕਰਤਾ। ਉਹ ਫੜਾਕ ਦੇ ਕੇ ਉਹਦਾ ਢਿੱਡ ਜਦੋਂ ਫਟਿਆ, ਉਹਦੇ ਵਿੱਚੋਂ ਬਾਹਰ ਮੈਦਾਨਾਂ ਤੇ ਗੁਰੂ ਨਾਨਕ ਸਾਹਿਬ ਬਾਹਰ ਜੀ ਨਿਕਲੇ। ਉਹਦੀ ਦੇਹ ਦੇ ਵਿੱਚੋਂ ਰੂਹ ਨਿਕਲੀ ਉਹਦੀ। ਭਾਈ ਸਾਹਿਬ ਨੇ ਲਿਖਿਆ ਸਿਰ ਗੁਰ ਤੇ ਤੋ ਤਨ ਵਿਸਤਾਰਾ, ਅੰਤਰ ਭਇਓ ਤਹਿ ਦੁਖ ਭਾਰਾ। ਉਹਦੇ ਅੰਦਰ ਪੀੜ ਹੋਈ। 9 ਯੋਜਨ ਲਓ ਦੈਤ ਬੰਧਾਵਾ, ਤੈਸੋ ਪ੍ਰਭੂ ਨਿਜ ਦੇਹ ਬਣਾਵਾ। ਗੁਰੂ ਨਾਨਕ ਸਾਹਿਬ ਨੇ 19 ਦੇਹ ਬਣਾਈ। ਇਤਿਹਾਸਕ ਤੱਥ ਹੈ ਇਹ। ਤੇ ਫਿਰ ਉਹਦੀ ਦੇਹ ਦੇ ਵਿੱਚੋਂ ਰੂਹ ਜਦੋਂ ਨਿਕਲੀ, ਉਸ ਰੂਹ ਨੂੰ ਮਹਾਰਾਜ ਨੇ ਪੁੱਛਿਆ। ਬਾਲਾ ਮਰਦਾਨਾ ਕਹਿੰਦੇ ਮਹਾਰਾਜ ਕੌਣ ਹੈ? ਕਹਿੰਦੇ ਇਹਨੂੰ ਪੁੱਛ ਲਓ। ਕਹਿੰਦੇ ਦੱਸ ਦੇ ਭਾਈ ਕੌਣ ਹੈ? ਕਹਿੰਦੇ ਜੀ ਮੈਂ ਤ੍ਰੇਤੇ ਦੇ ਵਿੱਚ ਮਹਾਰਾਜੇ ਜਨਕ ਦਾ ਰਸੋਈਆ ਹੁੰਦਾ ਸੀ। ਸੰਤ ਆ ਗਏ, ਮਹਾਰਾਜ ਨੇ ਕਿਹਾ ਸੰਤਾਂ ਦਾ ਭੋਜਨ ਬਣਾਓ। ਕਹਿੰਦੇ ਮੈਂ ਭੋਜਨ ਬਣਾਉਣ ਲੱਗਿਆ, ਮੇਰਾ ਇਹੋ ਜਿਹਾ ਜੀ ਕਰਿਆ ਮਸਾਲਿਆਂ ਵਾਲੀ ਦਾਲ ਸਬਜ਼ੀ ਖੀਰ ਖੂਰ ਜੋ ਬਣਾਈ ਸੀ। ਕਹਿੰਦੇ ਮੈਂ ਲੰਗਰ ਝੂਠਾ ਕਰਤਾ। ਕਹਿੰਦੇ ਮੈਂ ਪਹਿਲਾਂ ਆਪ ਹੀ ਖਾ ਲਿਆ। ਮਹਾਰਾਜਾ ਜਨਕ ਅੰਤਰਜਾਮੀ ਸੀ। ਕਹਿੰਦੇ ਜਾ ਓਏ, ਕਹਿੰਦੇ ਰਾਖਸ਼ਾ, ਕਹਿੰਦੇ ਸੰਤਾਂ ਦਾ ਭੋਜਨ ਝੂਠਾ ਕੀਤਾ ਹੈ, ਤੂੰ ਮੈਨੂੰ ਵੀ ਪਾਪ ਲੱਗੂਗਾ। ਜਾ ਤੂੰ ਹੁਣ ਰਾਖਸ਼ ਦੀ ਦੇਹ ਬਣੂਗੀ, ਖਾਈ ਜਾਈ ਤੂੰ, ਜਾਨਵਰ ਵੀ ਖਾਇਆ ਕਰੀ, ਜੀਭ ਦਾ ਸਵਾਦ ਹੈ, ਖਾ ਲਈ ਰਜ ਰਜ ਕੇ ਕਿੰਨਾ ਖਾਏਗਾ। ਉਹ ਪੈਰੀ ਡਿੱਗ ਪਿਆ। ਕਹਿੰਦਾ ਮਹਾਰਾਜ ਤੁਸੀਂ ਉਹ ਬ੍ਰਹਮ ਬੇਤੇ, ਤੁਹਾਡਾ ਬਚਨ ਹੈ ਸੱਤ, ਪਰ ਮੈਂ ਤੁਹਾਡੀ ਇੰਨੀ ਦੇਰ ਸੇਵਾ ਵੀ ਤਾਂ ਕੀਤੀ ਹੈ। ਵਾਸਤਾ ਰੱਬ ਦਾ ਮੇਰੀ ਕਲਿਆਣ, ਇਹਦਾ ਕੋਈ ਉਪਾਅ ਤਾਂ ਦੱਸ ਦਿਓ, ਰਾਖਸ਼ੇ ਬਣਿਆ ਰਹੂੰ। ਕਹਿੰਦੇ ਤੂੰ ਹੁਣ ਪਛਤਾਵਾ ਕੀਤਾ ਹੈ। ਕਲਯੁਗ ਦੇ ਗੁਰੂ ਨਾਨਕ ਸਾਹਿਬ ਆਊਗਾ, ਪਰਮੇਸ਼ਰ ਦਾ ਨਿਰਾਕਾਰ ਦਾ ਅਵਤਾਰ ਆਉਣਗੇ ਤੇ ਉਸ ਵੇਲੇ ਕਾਰਨ ਬਣੂਗਾ, ਉਹਨਾਂ ਦਾ ਸੇਵਕ ਤੂੰ ਚੁੱਕ ਲਏਗਾ ਖਾਣ ਵਾਸਤੇ, ਉਹ ਬਚਾਉਣ ਵਾਸਤੇ ਤੇਰੀ ਕਲਿਆਣ ਕਰਨਗੇ। ਕਹਿੰਦੇ ਹੇ ਗੁਰੂ ਨਾਨਕ ਸਾਹਿਬ ਤੁਸੀਂ ਮੇਰਾ ਭਲਾ ਕਰਨ ਵਾਸਤੇ ਆਏ ਸੀ। ਮਰਦਾਨੇ ਨੂੰ ਕਹਿੰਦਾ ਭਰਾਵਾ ਤੇਰਾ ਵੀ ਧੰਨਵਾਦ ਹੈ। ਗੁਰੂ ਨਾਨਕ ਸਾਹਿਬ ਦਾ ਹੀ ਧੰਨਵਾਦ ਕੀਤਾ। ਤੇ 52 ਰੂਪ ਧਾਰਨ ਕਰਕੇ ਜੇ ਕੋਈ ਐਡਾ ਰੂਪ ਜੇਵੜ ਭਾਵ ਹੈ, ਜਿਹਾ ਜਿਹਾ ਰੱਬ ਨੂੰ ਭਾ ਗਿਆ ਤੇਵੜ ਹੋਏ ਉੱਡਾ ਵੱਡਾ ਹੋ ਜਾਂਦਾ ਹੈ। ਕਰੋ ਅਡਾਈ ਧਰਤੀ ਮੰਗੀ 52 ਰੂਪ ਬਹਾਨੇ, ਕਿਉਂ ਪਿਆਲ ਜਾਏ ਕਿਉਂ ਛਲੀਐ, ਜੇ ਬਲ ਰੂਪ ਪਛਾਨੈ। ਜੇ ਮਿਥਿਆ ਗੁਰਬਾਣੀ ਦੇ ਵਿੱਚ ਆਈ ਹੋਈ ਗੱਲ ਹੈ। ਨਾਮਾ ਕਹੇ ਭਗਤ ਬਸ ਕੇਸਵ, ਅਜਹੂ ਬਲ ਕੇ ਦੁਆਰ ਖਰੋ। ਤੂੰ ਭਗਤਾਂ ਕੇ ਬਸ ਭਗਤਾਂ ਤਾਣ ਤੇਰਾ, ਉਹ ਉੱਡਾ ਵੱਡਾ ਹੀ ਹੋ ਜਾਂਦਾ ਹੈ। ਨਾਨਕ ਜਾਣੈ ਸਾਚਾ ਸੋਏ। ਇਹਦਾ ਵਿਸਰਾਮ ਭਾਈ ਨਾਨਕ ਤੇ ਰੱਖਣਾ। ਨਾਨਕ ਜਾਣੈ ਸਾਚਾ ਸੋਏ। ਸਤਿਗੁਰੂ ਰਸ ਸਾਹਿਬ ਜੀ ਫਰਮਾਉਂਦੇ ਸਿੱਧੋ, ਉਹ ਸੱਚਾ ਸਾਹਿਬ ਉਹ ਆਪਣੀ ਮਹਿਮਾ ਨੂੰ ਆਪ ਹੀ ਜਾਣਦਾ ਹੈ। ਮੇਰੇ ਵਰਗੇ ਕੌਣ ਕਥਨ ਕਰ ਸਕਦੇ, ਨਾਲੇ ਤੁਹਾਡੇ ਵਰਗੇ। ਜੇ ਕੋ ਆਖੈ ਬੋਲ ਵਿਗਾੜ, ਜੇ ਕੋਈ ਬੋਲ ਵਿਗਾੜ ਬੜਬੋਲਾ, ਜੇ ਕੋਈ ਬੋਲਣ ਵਾਲਾ
ਕਾਰਜ ਦੇ ਵਿਗਾੜਨ, ਜਿਹੜਾ ਬੜਬੋਲਾ ਉਹਨੂੰ ਕਹਿੰਦੇ ਨੇ ਬੋਲ ਵਿਗਾੜ, ਜਿਹੜਾ ਕਾਰਜ ਵਿਗਾੜ ਦੇਵੇ ਬੋਲ ਕੇ ਉਹਨੂੰ ਬੜਬੋਲਾ ਕਹਿੰਦੇ ਨੇ, ਬੋਲ ਵਿਗਾੜ ਕਹਿੰਦੇ ਨੇ। ਜੇ ਕੋਈ ਐਸਾ ਮੂਰਖ ਇਹ ਆਖਣਾ ਕਰੇ ਕਿ ਮੈਂ ਉਹਦੀ ਮਹਿਮਾ ਨੂੰ ਪੂਰਨ ਤੌਰ ਤੇ ਜਾਣਦਾ ਹਾਂ, ਐਂ ਕਿ ਮੈਂ ਜਾਣਦਾ ਰੱਬ ਨੂੰ, ਉਹਦੇ ਬਾਰੇ ਕਹਿੰਦੇ ਹਨ ਤਾ ਲਿਖੀਐ ਸਿਰ ਗਾਵਾਰਾ ਗਾਵਾਰ। ਤਾਂ ਉਸ ਨੂੰ ਗਾਵਾਰਾ ਮੂਰਖਾਂ ਦਾ ਸਿਰ, ਸ਼੍ਰੋਮਣੀ ਗਾਵਾਰ ਮੂਰਖ, ਮੂਰਖਾਂ ਦਾ ਵੀ ਸਰਦਾਰ ਮੂਰਖ, ਮੂਰਖਾਂ ਦਾ ਵੱਡਾ ਮੂਰਖ ਲਿਖਿਆ ਜਾਂਦਾ ਹੈ। ਉਹ ਸ਼੍ਰੋਮਣੀ ਮੂਰਖ ਜਾਣਿਆ ਜਾਂਦਾ ਹੈ। ਉਹ ਐਸਾ ਗਵਾਰ ਗਵਾਲਾ ਜੋ ਇੰਦਰੀਆਂ ਰੂਪੀ ਗਊਆਂ ਨੂੰ ਵਿਸ਼ਾ ਰੂਪੀ ਘਾਹ ਚਰਾਉਣ ਵਾਲਾ ਹੈ। ਗਵਾਰ ਗਊਆਂ ਦਾ ਆਰ ਬੈਰੀ ਚੰਡਾਲ ਸ਼੍ਰੋਮਣੀ ਮੂਰਖ ਲਿਖਿਆ ਜਾਏਗਾ। ਜੇ ਵੱਡ ਭਾਵੈ ਤੇ ਵੱਡ ਹੋਏ। ਜਿੱਡੀ ਵੱਡੀ ਭਾਵੇ ਭਾਵਨਾ ਸਿੱਖ ਕਰੇਗਾ, ਭਾਵੇਂ ਇੱਥੇ ਭਾਵਨਾ ਲਾਉਣਾ, ਜਿੱਡੀ ਵੱਡੀ ਸਿੱਖ ਦੀ ਭਾਵਨਾ ਹੋਏਗੀ ਤੇ ਉੱਡਾ ਹੀ ਵੱਡਾ ਫਲ ਪ੍ਰਾਪਤ ਹੋ ਜਾਏਗਾ। ਨਾਨਕ ਜਾੜਾ ਸਾਚਾ ਸੋਏ। ਉਹ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਸਾਚਾ ਤ੍ਰੈ ਕਾਲ ਆਬਾਦ ਰੂਪ, ਉਹ ਜਾਣੇ ਗਿਆਨ ਸਰੂਪ ਪਰਮੇਸ਼ਰ ਵਾਹਿਗੁਰੂ ਨੂੰ ਜਾਣੇ ਸੋਏ ਉਹ ਸਿੱਖ ਉਹਦੇ ਸਰੂਪ ਵਿੱਚ ਅਭੇਦ ਹੋ ਜਾਂਦਾ ਹੈ। ਸੋਏ ਉਹ ਪਰਮਾਤਮਾ ਦੇ ਆਪਣਾ ਆਤਮਿਕ ਸਰੂਪ ਕਰਕੇ ਜਾਣ ਲੈਂਦਾ ਹੈ। ਉਹ ਸਰੂਪ ਨੂੰ ਜੇ ਕੋ ਆਖੈ ਬੋਲ ਵਿਗਾੜ। ਜੇ ਕੋਈ ਬੋਲ ਵਿਗਾੜ ਵਾਲਾ ਮੂਰਖ ਆਖਣਾ ਕਰੇ ਕਿ ਮੈਂ ਸ਼ਕਤੀ ਬਿਰਤੀ ਦੁਆਰਾ ਉਹਦਾ ਜਸ ਕਹਿ ਸਕਦਾ, ਉਹ ਸਰੂਪ ਮਨ ਬਾਣੀ ਦਾ ਵਿਸ਼ਾ ਨਹੀਂ ਹੈ, ਲਖਣਾ ਬਿਰਤੀ ਦੁਆਰਾ ਕੀਤਾ ਜਾਂਦਾ ਹੈ। ਫਿਰ ਜੇ ਕੋਈ ਕਹੇ ਵੀ ਮੈਂ ਤਾਂ ਜੀ ਸ਼ਕਤੀ ਬਿਰਤੀ ਦੁਆਰਾ ਹੀ ਉਹਨੂੰ ਲੱਗ ਸਕਦਾ, ਕਹਿ ਸਕਦਾ ਹਾਂ, ਇਹ ਹੰਗਤਾ ਕਰੇ, ਉਹ ਮਨ ਬਾਣੀ ਦਾ ਵਿਸ਼ਾ ਨਹੀਂ ਹੈ। ਤੇ ਫਿਰ ਉਹਨੂੰ ਕੀ ਕਿਹਾ ਜਾਏਗਾ? ਅੱਗੇ ਦੱਸਦੇ ਨੇ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਉਹ ਗਾਵਾਰ ਮੂਰਖਾਂ ਦਾ ਸਿਰ ਸ਼੍ਰੋਮਣੀ ਮੂਰਖ ਲਿਖਿਆ ਜਾਏਗਾ। ਇਸ ਪ੍ਰਕਾਰ ਸੰਤਾਂ ਗੁਰਸਿੱਖਾਂ ਦੇ ਜੀਵਨ ਦੇ ਲੱਛਣ, ਪਰਮਾਤਮਾ ਦੇ ਪਰਉਪਕਾਰ ਦਾ ਲੱਖਣ ਇਸ ਪੌੜੀ ਦੀ ਕਥਨ ਕੀਤਾ ਹੈ। 26ਵੀਂ ਪੌੜੀ ਦਾ ਸਿਧਾਂਤ ਹੈ, ਮੁੱਖ ਭਾਵ ਕੀ ਹੈ? ਇਹ ਪੌੜੀ 'ਚ ਕਥਨ ਕੀਤਾ ਗਿਆ ਹੈ ਕਿ ਉਹ ਪਰਮੇਸ਼ਰ ਅਮੋਲਕ ਹੈ, ਕਿਸੇ ਵਸਤੂ ਦੇ ਵੱਟੇ ਬਦਲੇ ਵਿੱਚ ਪ੍ਰਾਪਤ ਨਹੀਂ ਹੁੰਦਾ, ਅਮੋਲਕ ਹੈ। ਉਹਦਾ ਸਿਮਰਨ ਆਦਿਕ ਗੁਣ ਵੀ, ਉਹ ਵਾਹਿਗੁਰੂ ਦੇ ਨਾਮ ਵੀ, ਉਹਦਾ ਵਪਾਰ ਕਰਨ ਵਾਲੇ ਵੀ ਅਮੋਲਕ ਨੇ। ਸੰਤ ਭਗਤ ਗੁਰਸਿੱਖ ਵਪਾਰ ਕਰਾਉਣ ਵਾਲੇ ਵੀ, ਵਾਹਿਗੁਰੂ ਵੀ ਅਮੋਲਕ ਹੈ। ਅਮੋਲਕ ਹੀ ਉਹਨਾਂ ਦੇ ਨਾਮ ਲੈਣ ਵਾਲੇ ਗੁਰਸਿੱਖ ਨੇ, ਉਹਨਾਂ ਦੇ ਹਿਰਦੇ ਸੰਗਤ ਰੂਪ ਭੰਡਾਰੇ ਭਰੇ ਪਏ ਨੇ, ਇਹ ਵੀ ਅਮੋਲਕ ਨੇ। ਅਮੋਲਕ ਹੀ ਉਹਦਾ ਪ੍ਰੇਮ ਹੈ, ਅਮੋਲਕ ਹੀ ਉਹਨਾਂ ਦੇ ਉਸ ਵਿੱਚ ਲਵਲੀਨ ਹੋਣ ਵਾਲੇ ਜੋ ਆਨੰਦ ਪ੍ਰਾਪਤ ਕਰਦੇ ਨੇ। ਅਮੋਲਕ ਹੀ ਉਹਦਾ ਸਤਚਿਤ ਆਨੰਦ, ਇਹ ਜਿਹੜਾ ਸਰੂਪ ਹੈ, ਧਰਮ ਹੈ, ਇਹ ਵੀ ਅਮੋਲਕ ਹੈ। ਸਤਸੰਗ ਰੂਪ ਦੀਵਾਨ ਕਚਹਿਰੀ ਆਸਰਾ, ਇਹ ਵੀ ਅਮੋਲਕ ਹੈ। ਅਮੋਲਕ ਹੀ ਉਹਦੀਆਂ ਬਖਸ਼ਾਂ, ਅਮੋਲਕ ਹੀ ਹੁਕਮ ਤੇ ਸਵਾਸ ਸਿਮਰਨ ਕਰਨ ਦਾ, ਇਹ ਵੀ ਮੁੱਲ ਤੋਂ ਰਹਿਤ ਹੈ। ਕੀ ਅਮੋਲਕ ਹੈ? ਸਾਈਂ ਨਾਮ ਅਮੋਲ। ਉਹ ਵਾਹਿਗੁਰੂ ਦੇ ਅਮੋਲਕ ਹੀ ਅਮੋਲਕ ਵਸਤੂਆਂ ਨੇ, ਅਮੋਲਕ ਤੋਂ ਵੀ ਅਮੋਲਕ ਨੇ। ਉਹ ਅਮੋਲਕ ਪਦਾਰਥ ਕਰਕੇ ਵੀ ਕਿਹਾ ਨਹੀਂ ਜਾ ਸਕਦਾ। ਜੋ ਪਰਮੇਸ਼ਰ ਦਾ ਨਾਮ ਨੂੰ ਕਹਿਣ ਵਾਲੇ ਨੇ, ਕਹਿੰਦੇ ਉਹਨਾਂ ਦੀ ਲਿਵ ਲੱਗ ਜਾਂਦੀ ਹੈ। ਉਹ ਪਰਮੇਸ਼ਰ ਦੇ ਤਾਈਂ ਵੇਦਾਂ ਪੁਰਾਣਾਂ ਦੇ ਪੜ੍ਹਨ ਵਾਲੇ, ਬ੍ਰਹਮਾ ਇੰਦਰ ਆਦਿਕ, ਗੋਪੀਆਂ ਕ੍ਰਿਸ਼ਨ ਆਦਿਕ ਸਾਰੇ, ਸ਼ਿਵ ਜੀ ਸ਼ੈਵ ਮਤ ਵਾਲੇ ਸਾਰੇ ਹੀ ਆਖਦੇ ਨੇ। ਇਹ ਜਿੰਨੇ ਕਥਨ ਕੀਤੇ ਨੇ, ਇੰਨੇ ਹੀ ਹੋਰ ਪੈਦਾ ਕਰ ਦੇਵੇ ਪਰਮਾਤਮਾ। ਪਰਮੇਸ਼ਰ ਤਾਂ ਵੀ ਉਹ ਅਮੋਲਕ ਹੀ, ਕਥਨ ਨਹੀਂ ਕੀਤਾ ਜਾ ਸਕਦਾ। ਉਹ ਪਰਮੇਸ਼ਰ ਦਾ ਸਰੂਪ ਸੰਪੂਰਨ ਰੂਪ ਵਿੱਚ ਕਥਨ ਨਹੀਂ ਹੋ ਸਕਦਾ। ਪਰਮੇਸ਼ਰ ਬੇਅੰਤ ਹੈ। ਜਿਤਨੀ ਵੱਡੀ ਭਾਵਨਾ ਗੁਰਸਿੱਖ ਰੱਖਦਾ ਹੈ, ਉਤਨੇ ਵੱਡੇ ਆਨੰਦ ਵਾਲਾ ਹੋ ਜਾਂਦਾ ਹੈ। ਜਿਹੜਾ ਇਹ ਕਹੇ ਕਿ ਮੈਂ ਪਰਮੇਸ਼ਰ ਨੂੰ ਪੂਰਨ ਰੂਪ ਵਿੱਚ ਕਹਿ ਸਕਦਾ, ਉਹ ਮੂਰਖਾਂ ਦਾ ਸ਼੍ਰੋਮਣ ਮੂਰਖ ਕਿਹਾ ਜਾਏਗਾ। ਇਸ ਕਰਕੇ 26ਵੀਂ ਪੌੜੀ ਦੇ 287 ਅੱਖਰਾਂ ਵਿੱਚ ਇਹ ਬ੍ਰਹਮ ਗਿਆਨ ਸਤਿਗੁਰਾਂ ਨੇ ਕਥਨ ਕੀਤਾ ਹੈ। ਆਓ ਹੁਣ ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਸਤਿਗੁਰੂ ਕੀ ਮੰਗ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।